रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਸੰਡੇ ਸ਼ੋਅ ਦੇ ਵਿੱਚ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰਿਓ। ਜੇਕਰ ਤੁਸੀਂ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। इस वैबसाइट पर जाके तुसी किसी भी वक्त ते पूरी दुनिया दे विच किते भी बैठ के साडे नाल लाइव जुड़ सकते हो, सानू सुन सकते हो। जेकर चलते प्रोग्राम दौरान तुसी विषय नाल संबंधित कोई सवाल, कोई जानकारी जां कोई तजर्बा साझा करना चाहो तो 604 592 91 91 604 592 9191 साडा स्टूडियो का नंबर है। ये नंबर डायल करके तुसी चलते प्रोग्राम दे विच किसी भी वक्त शरीक हो सकते हो, अपनी गल, सवाल, अपना तजर्बा रख सकते हो। ਅਸੀਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਪਾਬੰਦ ਹੋਵਾਂਗੇ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਸੰਤੁਸ਼ਟ ਕਰ ਸਕੀਏ ਅਸੀਂ ਆਪਣੇ ਜਵਾਬ ਨਾਲ। ਸੋ ਦਾ ਸੰਡੇ ਸ਼ੋਅ ਦੇ ਅੱਜ ਅਸੀਂ ਵਿਧੀਵਤ ਸ਼ੁਰੂਆਤ ਕਰਨ ਲੱਗੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ, ਉਹਨਾਂ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਲਾਈਨ ਤੇ ਭਾਸਕਰ ਅਖਬਾਰ ਦੇ ਬਹੁਤ ਸੀਨੀਅਰ ਰਿਪੋਰਟਰ ਸਰਦਾਰ ਹਰਦੀਪ ਸਿੰਘ ਜੀ ਖਾਲਸਾ। ਸੋ ਪਹਿਲਾਂ ਖਾਲਸਾ ਜੀ ਦਾ ਸਵਾਗਤ ਕਰ ਲਈਏ ਜੀ, ਫਿਰ ਉਸ ਤੋਂ ਬਾਅਦ ਅਸੀਂ ਪੜਾਅ ਦਰ ਪੜਾਅ ਅੱਗੇ ਵਧਾਂਗੇ। ਖਾਲਸਾ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਬਹੁਤ ਧੰਨਵਾਦ ਜੀ ਤੁਹਾਡਾ, ਸਾਨੂੰ ਸਰੋਤਿਆਂ ਦੇ ਰੂਬਰੂ ਕਰਾਉਣੇ ਹੋ ਜੀ। ਤੇ ਅਸੀਂ ਭਾਗਾਂ ਸਮਝਦੇ ਹਾਂ ਕਿਉਂਕਿ ਅਸੀਂ ਵੀ ਕੋਈ ਗੱਲ ਜਿਹੜੀ ਤੁਹਾਡੇ ਸਰੋਤਿਆਂ ਨਾਲ ਕਰਨ ਜੋਗੇ ਹੈਗੇ ਆ, ਸਾਨੂੰ ਤੁਸੀਂ ਇਸ ਲਾਇਕ ਸਮਝਿਆ। ਧੰਨਵਾਦ। ਬਿਲਕੁਲ ਜੀ, ਬਿਲਕੁਲ। ਤੁਸੀਂ ਸਮਰੱਥਾ ਨਾਲ ਕਹਿੰਦੇ ਨਾ ਟੀਕਾ ਉੱਥੇ ਲੱਗਦਾ ਜਿੱਥੇ ਖੂਨ ਹੋਵੇ। ਸੋ ਅਸੀਂ ਵੀ ਟੀਕਾ ਵੇਖ ਕੇ ਲਾਉਣੇ। ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ, ਤੁਸੀਂ ਸਾਡੇ ਪਹਿਲੇ ਬੋਲ ਤੇ ਤੁਸੀਂ ਹਾਂ ਕਰ ਦਿੰਦੇ ਹੋ। ਤੁਸੀਂ ਕਿਉਂਕਿ ਫਿਰ ਇਹਦੇ ਵਾਸਤੇ ਬੜੀ ਲੰਬੀ ਚੌੜੀ ਤਿਆਰੀ ਇਹਨਾਂ ਦੀ ਵੀ ਲੋੜ ਹੁੰਦੀ ਹੈ, ਬੜਾ ਸਮਾਂ ਤੁਸੀਂ ਸਾਨੂੰ ਦਿੰਦੇ ਹੋ। ਅਸੀਂ ਤੁਹਾਡੇ ਬਹੁਤ ਧੰਨਵਾਦੀ, ਰੇਡੀਓ ਇੰਡੀਆ ਤੁਹਾਡਾ ਬਹੁਤ ਧੰਨਵਾਦੀ ਹੈ ਜੀ। ਸੋ ਖਾਲਸਾ ਜੀ, ਅਸੀਂ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਚਾਹੇ ਉਹ PTC ਦਾ ਮਸਲਾ ਹੋਵੇ, ਉਹਨੂੰ ਗੁਰਬਾਣੀ ਦੇ ਪ੍ਰਸਾਰਨ ਦਾ ਮਸਲਾ ਹੋਵੇ, ਜਾਂ ਹੋਰ ਬਹੁਤ ਸਾਰੀਆਂ ਬੇਨਿਯਮੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵੇਖੀ ਗਈਆਂ। ਚਾਹੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਕਾਸ਼ਨਾ ਜਿਹੜੀ ਹੁੰਦੀ ਹੈ ਉਹਦੇ ਸੰਬੰਧ ਵਿੱਚ, ਉਹਦੀ ਛਪਾਈ ਦੇ ਸੰਬੰਧ ਵਿੱਚ ਬਹੁਤ ਵੱਡੀਆਂ ਜਿਹੜੀਆਂ ਖਨਾਮੀਆਂ ਹੋਈਆਂ, ਲੇਕਿਨ ਅੱਜ ਤੱਕ ਹੱਲ ਕਿਸੇ ਦਾ ਨਹੀਂ ਹੋਇਆ। ਹੁਣ ਕੀ ਹੈ, ਹੁਣ ਇੱਕ ਨਵਾਂ ਜਿਹੜਾ ਮਸਲਾ ਅਸੀਂ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ, ਜਿਹੜਾ ਇਹ ਬਣਿਆ ਹੋਇਆ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ, ਉਹ ਹੈ ਕਿ ਲੰਗਰ ਦੇ ਜਿਹੜਾ ਪ੍ਰਬੰਧ ਦੇ ਵਿੱਚ ਕੁਝ ਗੜਬੜ ਹੋਈ ਹੈ, ਕਾਫੀ ਵੱਡੀ ਗੜਬੜ ਹੋਈ ਹੈ। ਔਰ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਸੀ ਕਿ ਇਹ ਆਖਰ ਹੋਇਆ ਕੀ ਹੈ ਜੀ। ਭੰਮ ਸਾਹਿਬ, ਜਾਣੀ ਕਿ ਇਹ ਧਾਰਮਿਕ ਅਦਾਰਾ ਹੈ ਸਿੱਖਾਂ ਦੀ ਸਰਵਉੱਚ, ਜਿਹਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ। ਬਿਲਕੁਲ ਜੀ। ਤੇ ਮਿੰਨੀ ਪਾਰਲੀਮੈਂਟ ਦਾ ਪਿਛਲੇ ਕਈ ਸਮੇਂ ਤੋਂ ਵਿਵਾਦਾਂ ਚ ਆਉਣਾ ਇੱਕ ਚਿੰਤਾ ਦਾ ਵਿਸ਼ਾ ਸਿੱਖ ਕੌਮ ਦੇ ਲਈ, ਕਿਉਂਕਿ ਧਰਮ ਦਾ ਜੋ ਹਰਿਮੰਦਰ ਸਾਹਿਬ ਤੋਂ ਲੈ ਕੇ ਸਮੁੱਚੇ ਗੁਰਦੁਆਰਾ ਪ੍ਰਬੰਧ ਜਿਹੜੇ ਹੈ ਉਹ SGPC ਦੇਖਦੀ ਹੈ, ਪਰ ਉੱਥੇ ਕੋਈ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋਣੀ ਜਾਂ ਘਪਲਾ ਹੋਣਾ ਬਹੁਤ ਵੱਡੇ ਸਵਾਲ ਖੜੇ ਕਰਦਾ। ਕਿਉਂਕਿ ਕਿਰਦਾਰ ਜਦੋਂ SGPC ਤੇ ਉਂਗਲ ਉੱਠਦੀ ਹੈ ਤਾਂ ਸਿੱਖਾਂ ਦੇ ਕਿਰਦਾਰ ਤੇ ਹੀ ਉਂਗਲ ਉੱਠਦੀ ਹੈ। ਬਿਲਕੁਲ। ਲਗਭਗ 1 ਕਰੋੜ ਰੁਪਏ ਤੱਕ ਦਾ ਕਹਿੰਦੇ ਘੁਟਾਲਾ ਹੋਇਆ, ਜਿਹਦੇ ਵਿੱਚ ਹਰਿਮੰਦਰ ਸਾਹਿਬ, ਕਿਉਂਕਿ ਲੱਖਾਂ ਲੋਕ ਰੋਜ਼ਾਨਾ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਦੇ ਨੇ, ਤੇ ਵੱਖ-ਵੱਖ ਮੁਲਕਾਂ, ਧਰਮਾਂ ਦੇ, ਨਸਲਾਂ ਦੇ ਲੋਕ ਜਿਹੜੇ ਪਹਿਲੀ ਵਾਰੀ ਹਰਿਮੰਦਰ ਸਾਹਿਬ ਆਉਂਦੇ ਨੇ ਤੇ ਆਸ਼ਾ ਸ਼ਿਕਾਰ ਉੱਠਦੇ ਨੇ, ਕਿਉਂਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚ ਜੋ ਸਵਾਦ ਆ, ਜੋ ਪ੍ਰਬੰਧ ਨੇ, ਉਹ ਵੇਖ ਕੇ ਹੈਰਾਨ ਹੋ ਜਾਂਦੇ ਨੇ ਵੀ ਦੁਨੀਆ ਭਰ ਦੇ ਲੋਕ ਇੱਥੇ ਆਉਂਦੇ ਨੇ ਤੇ ਉੱਥੇ ਲੰਗਰ ਛਕ ਕੇ ਜਿਹੜਾ ਉਹਨਾਂ ਨੂੰ ਸੰਤੁਸ਼ਟੀ ਮਿਲਦੀ ਹੈ ਜੀ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋਣੀਆਂ ਉਹਦੇ ਲਈ SGPC ਨੂੰ ਧਿਆਨ ਦੇਣ ਦੀ ਲੋੜ ਹੈ। ਕਹਿੰਦੇ ਵੀ 1 ਅਪ੍ਰੈਲ 2019 ਤੋਂ ਦਸੰਬਰ 2022 ਤੱਕ ਜਿਹੜੀ ਹੈ, ਜਿਹੜਾ ਰਹਿੰਦ ਖੂੰਹਦ ਜਿਹਨੂੰ ਕਹਿ ਦਿੰਦੇ ਆ ਵੀ, ਕੋਈ ਚੌਵਲ ਦੇ ਵਿੱਚੋਂ ਕੋਈ ਜਿਹੜਾ ਚੁਗਦੇ ਨੇ, ਜਾਂ ਜੋ ਪ੍ਰਸ਼ਾਦਾ ਜੋ ਵੱਧ ਜਾਂਦਾ ਹੈਗਾ, ਸੰਗਤ ਕਈ ਵਾਰੀ ਜ਼ਿਆਦਾ ਪਵਾ ਲੈਂਦੀ। ਕਈ ਸਿਆਣੇ ਜਿਹੜੇ ਲੋਕ ਨੇ ਉਹ ਤਾਂ
ਲੋਹੜੀ ਦਾ ਹੀ ਪ੍ਰਸ਼ਾਦਾ ਯਾਨੀ ਕਿ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿਹੜਾ ਇਹਨੂੰ ਨਿਬੇੜ ਕੇ ਜਾਈਏ। ਹਾਂ, ਵੇਸਟੇਜ ਨਾ ਹੋਵੇ। ਉੱਥੇ ਲਿਖਿਆ ਵੀ ਹੋਇਆ ਥਾਂ ਥਾਂ ਦੇ ਉੱਤੇ ਵੀ ਜਿਹੜਾ ਲੰਗਰ ਹੈਗਾ ਪ੍ਰਸ਼ਾਦਾ ਉਹਨਾਂ ਕੁ ਲਓ ਜਿੰਨਾ ਤੁਸੀਂ ਛਕ ਲਓ ਆਰਾਮ ਦੇ ਨਾਲ। ਉਹਦੀ ਇੱਕ ਨਿਲਾਮੀ ਹੁੰਦੀ ਹੈ। ਨਿਲਾਮੀ ਜਿਹੜੀ ਹੈ ਉਹ ਉਹਨਾਂ ਲੋਕਾਂ ਨੂੰ ਇਹ ਮਾਲ ਜਿਹੜਾ ਸਮਾਨ ਜਿਹੜਾ ਦੇ ਦਿੱਤਾ ਜਾਂਦਾ ਨਿਲਾਮ ਕਰਕੇ, ਜਿਹੜੇ ਫੀਡ ਤਿਆਰ ਕਰਦੇ ਨੇ ਪਸ਼ੂਆਂ ਦੀ ਜਾਂ ਕੋਈ ਹੋਰ ਦਾਣਾ ਤਿਆਰ ਕਰਦੇ ਨੇ, ਉਹਨਾਂ ਨੂੰ ਦੇ ਦਿੱਤਾ ਜਾਂਦਾ। ਉਹਦੇ ਵਿੱਚ 2019 ਤੋਂ 22 ਤੱਕ ਦੇਖੋ ਇੰਨੀ ਬੇਧਿਆਨੀ ਹੈ। ਜਿਹੜਾ ਅੱਜ ਜਿਹੜਾ ਫਲਾਇੰਗ ਸਕੁਐਡ ਜਿਹੜਾ ਇਹਨਾਂ ਦਾ ਅੱਜ ਕਹਿੰਦੇ ਉਹਦੇ ਜਦੋਂ ਗੱਲ ਬਾਹਰ ਆਈ ਹੈ ਤਾਂ ਹਰਕਤ ਦੇ ਵਿੱਚ ਹੈ, ਜਦਕਿ ਇਸ ਤਰ੍ਹਾਂ ਦੇ ਪ੍ਰਬੰਧ ਢਿੱਲੇ ਨੇ ਵੀ 1 ਅਪ੍ਰੈਲ 2019 ਤੋਂ 22 ਤੱਕ ਦਾ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਰਿਹਾ ਹੈ ਨਾ। 25 ਲੱਖ ਤੋਂ ਫਿਰ 62 ਲੱਖ ਤੋਂ 1 ਕਰੋੜ ਦੇ ਲਗਭਗ ਜਿਹੜੀ ਇਹ ਚੀਜ਼ ਇਹ ਘਪਲਾ ਪਹੁੰਚਿਆ, ਜਿਹਦੀ ਚਰਚਾ ਹਰੇਕ ਸੋਸ਼ਲ ਮੀਡੀਆ ਤੇ ਹੋ ਰਹੀ ਹੈ। ਵਿਰੋਧੀ ਧਿਰ ਜਿਹੜੇ ਉਹ ਇਸ ਗੱਲ ਨੂੰ ਜ਼ਿਆਦਾ ਹਾਈਲਾਈਟ ਕਰਦੇ ਨੇ। ਅੱਜ ਕੱਲ ਤਾਂ ਜਿਹੜਾ ਸੋਸ਼ਲ ਮੀਡੀਆ ਚੈਨਲ ਨੇ ਹਾਂ ਉਹ ਹੁੰਦੀ ਹੈ। ਪਰ ਮੈਂ ਨਾ ਇਹਦੇ ਵਿੱਚ ਇੱਕ ਸੁਝਾਅ ਮੇਰਾ ਇਹ ਹੈਗਾ ਵੀ SGPC ਨੂੰ ਇਸ ਤਰ੍ਹਾਂ ਦੇ ਪ੍ਰੋਜੈਕਟ ਲਾਉਣੇ ਚਾਹੀਦੇ। 1000 ਏਕੜ ਜ਼ਮੀਨ ਜਿਹੜੀ SGPC ਦੇ ਕੋਲੇ ਹੈ ਜੀ, 1000 ਏਕੜ ਜ਼ਮੀਨ ਜਿਹੜੀ ਆ ਉਹ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿੰਨਾ ਲੋਕਾਂ ਨੂੰ ਦਿੱਤੀ ਹੋਈ ਹੈ, ਕਿਸ ਰੇਟ ਦਿੱਤੀ ਹੋਈ ਹੈ, ਠੇਕੇ ਤੇ ਦਿੱਤੀ ਹੋਈ ਹੈ। ਪਰ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਆ SGPC ਨੂੰ ਖੁਦ ਲਾਉਣੇ ਚਾਹੀਦੇ ਆ ਤੇ ਸਿੱਖ ਜਿਹੜੇ ਹੈਗੇ ਆ ਉਹ ਉਹਨਾਂ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ। ਹਾਲਾਂਕਿ ਤੁਸੀਂ ਦੇਖੋ ਫੀਡ ਵੀ ਤਿਆਰ ਇੱਥੇ ਕੀਤੀ ਜਾ ਸਕਦੀ ਹੈ। ਦੇਖੋ ਪੋਲਟਰੀ ਜਿਹੜਾ ਆਪਣਾ ਕਹਿੰਦੇ ਹੁੰਦੇ ਆ ਡੇਅਰੀ ਫਾਰਮ ਖੋਲਿਆ ਜਾ ਸਕਦਾ। ਲੰਗਰ ਦੇ ਵਿੱਚ ਦੁੱਧ ਵੀ ਦੀ ਤੇ ਵਰਤੋਂ ਹੁੰਦੀ ਹੈ। ਬਿਲਕੁਲ, ਉਹਦੇ ਵਿੱਚ ਅਨੇਕਾਂ ਰੁਜ਼ਗਾਰ ਮਿਲੇ ਕਿਸੇ ਨੂੰ, ਜਿਹਦੇ ਨਾਲ ਸਾਡੇ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ। ਤੁਸੀਂ ਮੈਂ ਉਦਾਹਰਨ ਦੇ ਤੌਰ ਤੇ ਕਰਨਾ, ਕਿੰਨੇ ਪ੍ਰੋਜੈਕਟ ਡੇਰੇਦਾਰਾਂ ਨੇ ਲਾ ਕੇ ਆਪਦੇ ਪ੍ਰੋਜੈਕਟ ਤਿਆਰ ਕਰਕੇ ਪ੍ਰੋਡਕਟ ਜਿਹੜੇ ਆ ਉਹ ਸੇਲ ਕੀਤੇ ਜਾ ਰਹੇ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ ਸਾਰਾ। ਅਸੀਂ ਇਹ ਚੀਜ਼ਾਂ ਵੇਚ ਦਿੰਦੇ ਆ ਵੀ ਦੂਜਿਆਂ ਨੂੰ ਨਿਲਾਮ ਕਰ ਦਿਓ, ਫਿਰ ਘਪਲਾ ਸਾਹਮਣੇ ਆ ਜਾਂਦਾ। ਕਿਉਂ ਨਾ ਇਹ ਚੀਜ਼ਾਂ ਸਾਡੇ ਕੋਲੇ ਹੋਣ, ਅਸੀਂ ਇੱਕ ਪ੍ਰੋਜੈਕਟ ਇਸ ਤਰ੍ਹਾਂ ਦਾ ਲਾਈਏ, ਉਹਦੇ ਵਿੱਚ ਨੌਕਰੀਆਂ ਦਈਏ ਜਿਹੜੇ ਵਿਚਾਰੇ ਸਾਡੇ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਆ। SGPC ਸਾਂਭ ਸਕਦੀ ਉਹਨਾਂ ਨੂੰ। ਬਿਲਕੁਲ, ਉਹ ਇਧਰਲੇ ਪਾਸੇ SGPC ਨੂੰ ਬੜੇ ਪ੍ਰਬੰਧ ਕਰਨੇ ਚਾਹੀਦੇ ਨੇ। ਉਂਗਲਾਂ ਤਾਂ ਹੀ ਉੱਠਦੀਆਂ ਕਿਉਂਕਿ ਇੱਕ ਪ੍ਰਧਾਨ ਥਾਪ ਦੇਣਾ ਉਹਨੇ ਠੀਕ ਹੈ। ਰਾਜਨੀਤਿਕ ਤੌਰ ਤੇ ਵੀ ਅਸੀਂ ਮਜ਼ਬੂਤ ਚਾਹੀਦੇ ਆ। ਜੇ ਰਾਜਨੀਤਿਕ ਧਿਰ ਸਾਡੀ ਮਜ਼ਬੂਤ ਆ ਤਾਂ ਦਿੱਲੀ ਤਾਂ ਹੀ ਸਾਡੀ ਗੱਲ ਸੁਣਦੀ ਹੈ ਜੀ। ਤੇ ਇਸੇ ਕਰਕੇ ਸਭ ਕੁਝ ਹੀ ਚਾਹੀਦਾ। ਪਰ ਕੇਵਲ ਸਾਡਾ ਧਿਆਨ ਜਿਹੜਾ ਸਿੱਖਾਂ ਦਾ ਪਿਛਲੇ ਜਿਹੜੇ 10-15 ਸਾਲ ਹੈ ਉਹ ਕੇਵਲ ਤੇ ਕੇਵਲ ਸਿਆਸਤ ਵੱਲ ਹੀ ਸਿਆਸਤ ਤੇ ਹੀ ਫੋਕਸ ਰਿਹਾ ਸਾਡਾ। ਧਰਮ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਨਹੀਂ ਸੋਚ ਸਕੇ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ। ਹੁਣ ਦੇਖੋ ਅਸੀਂ ਸਮਾਨ ਕਿੰਨਾ SGPC ਪਰਚੇਜ ਕਰਦੀ ਆ ਬਾਹਰੋਂ, ਉਹ ਅਸੀਂ ਉਹ ਚੀਜ਼ਾਂ ਅਸੀਂ ਆਪ ਖੁਦ ਪ੍ਰੋਜੈਕਟ ਕਿਉਂ ਨਹੀਂ ਲਾ ਸਕਦੇ। ਨਾਲੇ ਅਸੀਂ ਆਪਦੇ ਸਿੱਖਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ, ਨਾਲੇ ਅਸੀਂ ਖੁਦ ਦੇ ਤਿਆਰ ਕੀਤੇ ਪ੍ਰੋਡਕਟ ਜਿਹੜੇ ਅਸੀਂ ਉੱਥੇ ਵਰਤਾਂਗੇ ਵੀ, ਕਮਾਈ ਵੀ ਹੋਊਗੀ ਜੀ। ਕਮਾਈ ਵੀ ਹੋਊਗੀ ਜੀ। ਜਿਹੜੇ ਸਿੱਖ ਜਿਹੜੇ ਹੋਰ ਬਾਹਰੋਂ ਬਾਜ਼ਾਰ ਚੋਂ ਜਿਹੜੇ ਪਰਚੇਜ ਨਹੀਂ ਕਰਦੇ ਉਹਨਾਂ ਨੂੰ ਬੜੀ ਵਧੀਆ ਇਹ ਚੀਜ਼ਾਂ ਸ਼ੁੱਧ ਮਿਲਣਗੀਆਂ ਜੀ। ਤੇ ਇਹਦੇ ਨਾਲ ਸਭ ਤੋਂ ਵੱਡੀ ਗੱਲ ਆ ਵੀ ਅਸੀਂ ਆਪਦੇ ਪੰਜਾਬੀਆਂ ਨੂੰ, ਆਪਦੇ ਸਿੱਖਾਂ ਨੂੰ ਰੁਜ਼ਗਾਰ ਦੇ ਸਕਦੇ ਹਾਂ ਜੀ, ਜਿਹਦੇ ਨਾਲ ਸਾਡਾ ਧਰਮ ਵੀ ਪ੍ਰਫੁੱਲਤ ਹੋਊਗਾ। ਅਸੀਂ ਆਰਥਿਕ ਤੌਰ ਤੇ ਸਾਡੇ ਉਹ ਪਰਿਵਾਰ ਵੀ ਮਜ਼ਬੂਤ ਹੋਣਗੇ ਜੀ। ਬਿਲਕੁਲ ਜੀ। ਖਾਲਸਾ ਜੀ, ਇਹ ਜਿਹੜੇ ਲੰਗਰ ਦੇ ਅੱਜ ਅਸੀਂ ਮਸਲੇ ਦੀ ਗੱਲ ਕਰ ਰਹੇ ਹਾਂ, ਇਹ ਉਹ ਲੰਗਰ ਹੈ ਜਿਹੜਾ ਬਾਬੇ ਨਾਨਕ ਨੇ ਆਪਦੀ ਜਿਹੜੀ ਪੂਰੀ ਜਿਹੜੀ ਉਹਦਾ ਕਾਰੋਬਾਰ ਵਾਸਤੇ ਜਿਹੜਾ ਧਨ ਸੀ ਜਿਹੜਾ ਪੂਰੇ ਦਾ ਪੂਰਾ ਲਾਤਾ ਸੀ। ਉਹ ਭਾਵੇਂ 20 ਰੁਪਏ ਸਾਨੂੰ ਅੱਜ ਛੋਟੇ ਲੱਗਦੇ ਆ, ਲੇਕਿਨ ਉਦੋਂ 20 ਰੁਪਏ ਦੀ ਕੀਮਤ ਬਹੁਤ ਜ਼ਿਆਦਾ ਹੋਇਆ ਕਰਦੀ ਸੀ। ਇੱਕ ਵਾਰ ਉਹੀ ਲੰਗਰ ਹੈ ਇਹ ਉਹੀ ਲੰਗਰ ਹੈ ਜਿਹਦੇ ਨਾਲ ਅਸੀਂ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਹਾਂ। ਠੀਕ ਹੈ, ਖਾਲਸਾ ਏਡ ਵਾਲੇ ਰਵੀ ਸਿੰਘ ਹੁਣੇ ਆ, ਉਹ ਜਿੱਥੇ ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਸਮੱਸਿਆ ਖੜੀ ਹੁੰਦੀ ਹੈ ਉਹ ਉੱਥੇ ਲੰਗਰ ਲੈ ਕੇ ਉੱਥੇ ਬਾਕੀ ਜੋ ਵੀ ਸਮਾਨ ਹੈ ਲੈ ਕੇ ਪਹੁੰਚਦੇ ਆ। ਦਿੱਲੀ ਦੇ ਜੇ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ, ਉੱਥੇ ਜਿਵੇਂ ਲੰਗਰ ਲੱਗੇ ਔਰ ਅੱਧੀ ਦਿੱਲੀ ਆ ਕੇ ਰੋਟੀ ਉੱਥੇ ਖਾਂਦੀ ਰਹੀ ਹੈ, ਲੰਗਰ ਛਕਦੀ ਰਹੀ ਹੈ। ਔਰ ਉਹਦੇ ਕਰਕੇ ਉਹ ਉੱਥੇ ਵੀ ਸਾਡੀ ਇੱਕ ਇਮੇਜ ਬਣੀ। ਸੜਕਾਂ ਤੇ ਰੋਕ ਕੇ ਅਸੀਂ ਲੋਕਾਂ ਨੂੰ ਲੰਗਰ ਖਵਾਉਣ ਵਾਲੇ ਹਾਂ। ਔਰ ਇਸ ਲੰਗਰ ਦੇ ਵਿੱਚ ਵੀ ਕੁਝ ਮਾੜੀਆਂ ਮੱਛੀਆਂ ਜਿਹੜੀਆਂ ਜਾਂ ਮਾੜਾ ਪ੍ਰਬੰਧ
ਉਹ ਜੇ ਘਪਲੇਬਾਜ਼ੀ ਕਰਦਾ ਹੈ ਤੇ ਜਿਵੇਂ ਤੁਸੀਂ ਵੀ ਪਹਿਲਾਂ ਦੱਸੀ ਹੈ ਕਿ ਸਿੱਖਾਂ ਦੇ ਪੂਰੇ ਅਕਸ ਤੇ ਇਹਦਾ ਅਸਰ ਪੈਂਦਾ ਹੈ ਔਰ ਸਾਨੂੰ ਮਤਲਬ ਕਿ ਹਾਂ ਸਾਰੇ ਲੰਗਰ ਜਿਹੜੇ ਵੀ ਲੱਗਦੇ ਫਿਰ ਸਾਰੇ ਸ਼ੱਕੀ ਹੁੰਦੇ ਆ ਜੇ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਨਾ ਔਰ ਜੀ ਤੁਸੀਂ ਇਹਦੇ ਬਾਰੇ ਕਹੋ ਜੀ ਜੀ ਬਿਲਕੁਲ ਜੀ ਇਹਦੇ ਨਾਲ ਜਿਹੜੀਆਂ ਸਾਡੀ ਇੱਕ ਕਹਿੰਦੇ ਹੁੰਦੇ ਆਸਥਾ ਭਾਵਨਾ ਸਾਡਾ ਕਿਰਦਾਰ ਇਹ ਜੁੜਿਆ ਹੋਇਆ ਹੈ ਜੀ ਲਗਭਗ ਦੁਨੀਆ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਹੈ ਚਾਹੇ ਉਹ ਸਾਡੀਆਂ ਮਾਣਯੋਗ ਸ਼ਖਸੀਅਤਾਂ ਰਵੀ ਸਿੰਘ ਜੀ ਹੋ ਗਏ ਹੋਰ ਸੰਸਥਾਵਾਂ ਹੋ ਗਈਆਂ ਜਦੋਂ ਕਿਤੇ ਕੋਈ ਭੀੜ ਕਿਤੇ ਪੈਂਦੀ ਹੈ ਚਾਹੇ ਉਹ ਦੇਸ਼ ਦੇ ਕਿਸੇ ਵੀ ਕੋਨੇ 'ਚ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਇੱਥੋਂ ਤੱਕ ਕਿ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਪਿਛਲੇ ਸਮੇਂ ਵੱਖ-ਵੱਖ ਦੇਸ਼ਾਂ ਦੇ ਵਿੱਚ ਸੀਰੀਆ ਵਗੈਰਾ ਦੇ ਵਿੱਚ ਵੇਖੇ ਕੋਈ ਸੀਰੀਆ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਪਰ ਦੁਨੀਆ ਦੇ ਵਿੱਚ ਇੱਕ ਜਿਹੜੀ ਹੈ ਉਹ ਸਿੱਖਾਂ ਦੀ ਪਛਾਣ ਬਣੀ ਹੈ ਪੱਗ ਤੇ ਦਾੜੇ ਵਾਲਿਆਂ ਦੀ ਵੀ ਇਹ ਗੁਰੂ ਨਾਨਕ ਦੇ ਹੀ ਸਿੱਖ ਨੇ ਜਿਹੜੇ ਕਿਸੇ ਨੂੰ ਭੁੱਖਾ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਰਹਿਣ ਦਿੰਦੇ ਇਸ ਲਈ ਮੈਂ ਤਾਂ ਹੀ ਤੁਹਾਨੂੰ ਇਹ ਗੱਲ SGPC ਦੇ ਕਿਰਦਾਰ ਤੇ ਜਿਹੜੀ ਉਂਗਲ ਉੱਠਦੀ ਹੈ SGPC ਨੂੰ ਜ਼ਰੂਰ ਸੋਚਣਾ ਚਾਹੀਦਾ ਬਈ ਅਸੀਂ ਸਾਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹ ਕੇਵਲ ਸਾਨੂੰ ਪ੍ਰਧਾਨਗੀਆਂ ਦਾ ਆਨੰਦ ਮਾਣਨ ਲਈ ਨਹੀਂ ਮਿਲੀ ਸਗੋਂ ਸਾਡੀ ਪੱਗ ਹੋਰ ਉੱਚੀ ਹੋਵੇ ਸਾਡੇ ਗੁਰੂ ਸਾਹਿਬਾਨਾਂ ਦਾ ਉਪਦੇਸ਼ ਜਿਹੜਾ ਹੈਗਾ ਉਹ ਦੁਨੀਆ ਭਰ ਦੇ ਵਿੱਚ ਹੋਰ ਸਹੀ ਤਰੀਕੇ ਦੇ ਨਾਲ ਨਿਖਰ ਕੇ ਸਾਹਮਣੇ ਆਉਣਾ ਚਾਹੀਦਾ ਪਰ ਜਿਸ ਤਰ੍ਹਾਂ ਦੇ ਇਸ ਤਰ੍ਹਾਂ ਕਿਉਂਕਿ ਗੱਲ ਆ ਜਾਂਦੀ ਹੈ ਜੀ ਜੇ ਮੰਨ ਲਓ ਜਿਹੜੇ ਮੁਲਾਜ਼ਮ ਨੇ ਮੱਛੀਆਂ ਕੋਈ ਉਸ ਤਰ੍ਹਾਂ ਦੀਆਂ ਨੇ ਤਾਂ ਇਹ SGPC ਨੂੰ ਸੋਚਣਾ ਪਵੇਗਾ ਛਾਂਟੀ ਕਰਨੀ ਪਵੇਗੀ ਬਾਕੀ ਕਹਿੰਦੇ ਹੁੰਦੇ ਨਾ ਵੀ ਉੱਪਰਲਿਆਂ ਨੂੰ ਦੇਖ ਕੇ ਥੱਲਿਆਂ ਦੀ ਹਿੰਮਤ ਪੈਂਦੀ ਹੈ ਬਿਲਕੁਲ ਜੇ ਉੱਪਰਲਾ ਕਹਿੰਦੇ ਹੁੰਦੇ ਹੋਣ ਸਖਤ ਹੋਣ ਤਾਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਬਾਕੀ ਜਦੋਂ ਜਿਹੜੇ ਬੰਦੇ ਨੇ ਬੇਈਮਾਨੀ ਕਰਨੀ ਹੈ ਜੀ ਹੁਣ ਆਪਾਂ ਜਾਣਦੇ ਆਪਾਂ ਕਹਿੰਦੇ ਇੱਕ ਟਾਈਮ ਦਾ ਪ੍ਰਸ਼ਾਦਾ ਛਕਿਆ ਘੱਟੋ ਘੱਟ ਗੋਲਕ ਦੇ ਵਿੱਚ 50-100 ਰੁਪਇਆ ਤਾਂ ਪਾਉਣਾ ਚਾਹੀਦਾ ਜੇ ਆਪਾਂ ਬਾਹਰ ਵੀ ਛਕਦੇ ਤਾਂ ਆਪਾਂ ਨੂੰ ਪਹਿਲੀ ਤਾਂ ਗੱਲ ਇਹੋ ਜਿਹਾ ਗੁਰੂ ਸਾਹਿਬ ਦੀ ਕਿਰਪਾ ਵਾਲਾ ਲੰਗਰ ਮਿਲਣਾ ਹੀ ਨਹੀਂ ਸੀਗਾ ਤੇ ਦੂਜੀ ਗੱਲ ਵੀ ਚਲੋ ਆਪਾਂ ਨੂੰ ਘੱਟੋ ਘੱਟ ਵੀ ਉਹਨਾਂ ਕੁ ਜਾਣੀ ਕਿ ਜਿਹੜਾ ਉਹ ਗੋਲਕ ਚ ਪਾਉਣਾ ਚਾਹੀਦਾ ਕਿ ਤਾਂ ਕਿ ਹੋਰ ਜਿਹੜੇ ਆ ਕਿਸੇ ਦੀ ਮੂੰਹ ਦੇ ਵਿੱਚ ਗਰੀਬ ਦੇ ਮੂੰਹ ਦੇ ਵਿੱਚ ਇਹ ਜਾਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ SGPC ਪਿਛਲੇ ਸਮੇਂ ਦੇ ਵਿੱਚ ਚਰਚਾ ਦੇ ਵਿੱਚ ਆਈ ਹੈ ਤਾਂ ਜ਼ਰੂਰ ਸੋਚਣਾ ਚਾਹੀਦਾ ਹੈ ਕਿਉਂਕਿ ਹੁਣ ਕਹਿੰਦੇ 18 ਦੇ ਕਰੀਬ ਜਿਹੜੇ ਆ ਉਹ ਸਟਾਫ ਦੇ ਜਿਹਦੇ ਵਿੱਚ ਮੈਨੇਜਰ ਸਟੋਰ ਕੀਪਰ ਹੈ ਸੁਪਰਵਾਈਜ਼ਰ ਹੈ ਇੰਸਪੈਕਟਰ ਹੈ ਅਧਿਆਪਕ ਜਿਹੜੇ ਆ ਉਹਨਾਂ ਦੇ ਖਿਲਾਫ ਜਾਣੀ ਕਿ ਕਾਰਵਾਈ ਕਰਨ ਨੂੰ ਤਿਆਰ ਹੋਈ ਖੜੀ SGPC ਜਾਂ ਕਰ ਦਿੱਤੀ ਗਈ ਹੈ ਪਰ ਇਹਦੇ ਤੋਂ ਪਹਿਲਾਂ ਇੱਕ ਕਿਰਦਾਰ ਜਿਹੜਾ ਹੈਗਾ ਸਾਨੂੰ ਸਿੱਖਾਂ ਨੂੰ ਬਣਾਉਣਾ ਪਵੇ ਕਿਉਂਕਿ ਦੁਨੀਆ ਭਰ ਦੇ ਲੋਕ ਉੱਥੇ ਆਉਣੇ ਨੇ ਦੁਨੀਆ ਭਰ ਦੇ ਲੋਕ ਜਦੋਂ ਇਸ ਤਰ੍ਹਾਂ ਦੀ ਗੱਲ ਸੁਣਦੇ ਨੇ ਤਾਂ ਉਹਨਾਂ ਨੂੰ ਬਿਲਕੁਲ ਠੇਸ ਜਿਹੜੀ ਆ ਉਹ ਪਹੁੰਚਦੀ ਹੈ SGPC ਮੈਂ ਇੱਕ ਗੱਲ ਯਾਦ ਆ ਗਈ ਇੱਕ ਨਾ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਇੱਕ ਟੂਰ ਕਿਸੇ ਹਸਪੀਟਲ ਲੱਗਿਆ ਉਹਨਾਂ ਨੇ ਸਾਨੂੰ ਇੱਕ ਫੋਟੋ ਸ਼ੇਅਰ ਕਰਤੀ ਜੀ ਅਸੀਂ ਜਿਹੜੇ ਡਾਕਟਰਾਂ ਦਾ ਟੂਰ ਆ ਫਲਾਣੇ ਹਸਪਤਾਲ ਅਸੀਂ ਗਏ ਸੀ ਤੇ ਮੈਂ ਥੱਲੇ ਉਹਨੂੰ ਕਮੈਂਟ ਕਰਕੇ ਮੋੜਨਾ ਲਿਖਦਾ ਮੈਂ ਕਿਹਾ ਜੀ ਇਹਨਾਂ ਨੂੰ ਇੱਕ ਮਨੁੱਖਤਾ ਦੀ ਸੇਵਾ ਦਾ ਵੀ ਟੂਰ ਜਿਹੜਾ ਨਾ ਉਹ ਲੁਧਿਆਣੇ ਵਾਲੇ ਮਿੰਟੂ ਜੀ ਉੱਥੋਂ ਦਾ ਵੀ ਲਵਾ ਦਿਓ ਉਹ ਮੈਨੂੰ ਕਹਿੰਦੇ ਵੀ ਕੀ ਮਤਲਬ ਮੈਂ ਕਿਹਾ ਵੀ ਇਨਸਾਨੀਅਤ ਵੀ ਸਿੱਖਣ ਇਹ ਕੇਵਲ ਤਨਖਾਹਾਂ ਲੈ ਕੇ ਕੰਮ ਨਾ ਕਰਨਾ ਤਨਖਾਹ ਦੇ ਨਾਲ ਨਾਲ ਇੱਕ ਗੋਡ ਗਿਫਟ ਹੈ ਜੇ ਤੁਹਾਨੂੰ ਨੌਕਰੀ ਚਾਹੇ SGPC ਚ ਮਿਲੀ ਹੈ ਚਾਹੇ ਤੁਹਾਨੂੰ ਸਰਕਾਰ ਨੇ ਦਿੱਤੀ ਹੈ ਤੇ ਨਹੀਂ ਤਾਂ ਕਿੰਨੇ ਲੋਕ ਪੜ੍ਹੇ ਲਿਖੇ ਜਿਹੜੇ ਵਿਚਾਰੇ ਉਹ ਦਿਹਾੜੀਆਂ ਕਰਨ ਨੂੰ ਹੀ ਮਜਬੂਰ ਨੇ ਹੁਣ ਝੋਨੇ ਦਾ ਸੀਜ਼ਨ ਆ ਕਈ ਝੋਨਾ ਲਾਈ ਜਾਂਦੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਆ ਪਰ ਇਹਨੂੰ ਗੋਡ ਗਿਫਟ ਹੀ ਕਿਹਾ ਜਾਂਦਾ ਵੀ ਜੇ ਤੁਸੀਂ ਨੌਕਰੀ ਮਿਲੀ ਹੈ ਤਾਂ ਆਪਦੇ ਤੋਂ ਵੱਧ ਕੇ ਜਿਹੜੇ ਤੁਹਾਡੇ ਜੇ ਤੁਸੀਂ ਧਰਮੀ ਹੋ ਤਾਂ ਧਰਮ ਦੇ ਮੁਤਾਬਕ ਤੁਹਾਨੂੰ ਵੱਧ ਜਿਹੜੀ ਆ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਹ ਧਰਮ ਦਾ ਵੀ ਤੁਹਾਨੂੰ ਦਿਖਾਉਣਾ ਚਾਹੀਦਾ ਵੀ ਅਸੀਂ ਕੋਈ ਬੇਈਮਾਨ ਨਹੀਂ ਹੈਗੇ ਨੌਕਰੀ ਮਿਲ ਕੇ ਬੰਦਾ ਜਵਾਈ ਬਣ ਜਾਂਦਾ ਤੇ ਬਾਕੀ ਹਾਂ ਬਿਲਕੁਲ ਇਸ ਮੈਂ ਤਾਂ ਹੀ ਇਹ ਗੱਲ ਕਹੀ ਵੀ SGPC ਨੂੰ ਹੁਣ ਕੁਝ ਬਦਲਣਾ ਚਾਹੀਦਾ ਆਪਦੇ ਪ੍ਰੋਜੈਕਟ ਲਾਉਣੇ ਚਾਹੀਦੇ ਨੇ ਤੇ ਸਾਡਾ ਜਾਣੀ ਕਿ ਇਹੀ ਹੋਮਲੈਂਡ ਬਣ ਸਕਦਾ ਪੰਜਾਬ ਜਿਹਨੂੰ ਲੋਕ ਕਹਿੰਦੇ ਖਾਲਿਸਤਾਨ ਅਸੀਂ ਕਹਿੰਦੇ ਕਿ ਲੋਕ ਖਾਲਿਸਤਾਨੀ ਇਹਨੂੰ ਪੰਜਾਬ ਦਾ ਪੰਜਾਬ ਰਹਿਣ ਦਿਓ ਲੋਕਾਂ ਨੂੰ ਰੁਜ਼ਗਾਰ ਮਿਲੇ ਸਿੱਖ ਧਰਮ ਜਿਹੜਾ ਇੱਥੇ ਪ੍ਰਫੁੱਲਤ ਹੋਵੇ ਤੇ ਅਸੀਂ ਫਿਰ ਦੁਨੀਆ ਦੇ ਵਿੱਚ ਅੱਜ ਵੀ ਜਾਂਦੇ ਆ ਦੁਨੀਆ ਦੇ ਵਿੱਚ ਜਦੋਂ ਕਿਤੇ ਭੀੜ ਪਹੁੰਚਦੀ ਆ ਲੰਗਰ ਲੱਗਦੇ ਆ ਹਰ ਤਰ੍ਹਾਂ ਦੀ ਸਹੂਲਤ ਅਸੀਂ ਦੇਣ ਨੂੰ ਤਿਆਰ ਹੁੰਦੇ ਆ ਉੱਥੇ ਪਰ ਇਹ ਹੈ ਵੀ SGPC ਨੂੰ ਕੁਝ ਆਪਦਾ ਉਹ ਸਿਸਟਮ ਨੂੰ ਬਦਲਣਾ ਪਊਗਾ ਕਿਉਂਕਿ ਕੇਵਲ ਵੋਟ ਲੈ ਕੇ ਇੱਕ ਸਿਆਸੀ ਧਿਰਾਂ ਦਾ ਪੱਖ ਪੂਰਨਾ ਜਾਂ ਦੂਜੀਆਂ ਸਿਆਸੀ ਧਿਰਾਂ ਨੂੰ ਮੋੜਵੇਂ ਜਵਾਬ ਦੇਣੇ ਇਹ ਗੱਲਾਂ ਤੋਂ ਪਰੇ ਹਟ ਕੇ ਜਿਹੜਾ ਇਹ ਸ਼੍ਰੋਮਣੀ ਕਮੇਟੀ ਦਾ ਕੰਮ ਹੀ ਨਹੀਂਗਾ ਜਿਹੜੀ ਉਹ ਕਰਨੀ ਪਊਗੀ ਸ਼੍ਰੋਮਣੀ ਕਮੇਟੀ ਦਾ ਕੰਮ ਹੀ ਨਹੀਂਗਾ ਬਿਲਕੁਲ SGPC ਤਾਂ ਕੇਵਲ ਧਾਰਮਿਕ ਬੋਡੀ ਹੈ ਜੀ
ਬਿਲਕੁਲ। ਮੈਂ ਕਿਸੇ ਸ਼ਖਸੀਅਤਾਂ ਨਾਲ ਕਿਤੇ ਗੱਲ ਕੀਤੀ ਨਾ ਜੀ, ਕਹਿੰਦੇ ਜੀ ਹਰਜਿੰਦਰ ਸਿੰਘ ਧਾਮੀ ਬੜਾ ਸ਼ਰੀਫ ਬੰਦਾ ਜੀ ਤੇ ਇਮਾਨਦਾਰ ਬੰਦਾ ਜੀ। ਮੈਂ ਕਿਹਾ ਵੀ ਅਸੀਂ ਉਹਨਾਂ ਦੀ ਇਮਾਨਦਾਰੀ ਤੋਂ ਉਹਨਾਂ ਦੀ ਸ਼ਰਾਫਤ ਦਾ ਕੀ ਲੈਣਾ, ਜੇ ਉਹ ਸਾਡਾ ਪ੍ਰਬੰਧ ਹੀ ਠੀਕ ਨਹੀਂ ਚਲਾ ਸਕਦੇ ਇਸ ਅਹੁਦੇ ਤੇ ਬੈਠ ਕੇ, ਜੇ ਉਹ ਕਿਸੇ ਇੱਕ ਧਿਰ ਦਾ ਪੱਖ ਪੂਰਦੇ ਆ, ਜੇ ਉਹ ਪ੍ਰਬੰਧ ਦੇ ਵਿੱਚ ਖਨਾਮੀਆਂ ਤੋਂ ਅੱਖਾਂ ਮੀਚਦੇ ਆ, ਤੇ ਫਿਰ ਇਹੋ ਜਿਹੇ ਸ਼ਰਾਫਤ ਨਹੀਂ ਚਾਹੀਦੀ। ਬਿਲਕੁਲ ਜੀ। ਅੱਜ ਅਸੀਂ ਕੇਵਲ ਸਾਡੇ ਧਰਮ ਦੇ ਵਿੱਚ ਸਿੱਖ ਆਗੂਆਂ ਦੇ ਵਿੱਚ ਇੱਕ ਗੱਲ ਰਹਿ ਗਈ ਹੈ, ਆਲੋਚਨਾ ਕਰਨ ਦੀ। ਆਲੋਚਨਾ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਆਲੋਚਨਾ ਤੋਂ ਹੀ ਤੁਸੀਂ ਬਹੁਤ ਕੁਝ ਸਿੱਖਦੇ ਹੋ, ਆਪਦੀਆਂ ਕਮੀਆਂ ਦਾ ਪਤਾ ਲੱਗਦਾ, ਪਰ ਸਾਡੀ ਕੇਵਲ ਇੱਕ ਫਿਤਰਤ ਇਕੱਲੀ ਆਲੋਚਨਾ ਦੀ ਰਹਿ ਗਈ ਹੈ। ਹੁਣ ਮੈਂ ਜਿਵੇਂ ਦੇਖਦਾ, ਠੀਕ ਹੈ SGPC ਸਾਨੂੰ ਜਗਾਉਣਾ ਚਾਹੀਦਾ, ਜੇ ਕੋਈ ਗਲਤ ਜਾਂਦੀ ਹੈ ਤਾਂ ਸਾਨੂੰ ਜਗਾਉਣਾ ਚਾਹੀਦਾ। ਪਰਸਨਲੀ ਤੌਰ ਤੇ ਅਸੀਂ ਕਰ ਲਈਏ, ਕਈ ਜਿਹੜੇ ਹੁਣ SGPC ਦੇ ਇਲੈਕਸ਼ਨਾਂ ਦੀ ਜੇ ਗੱਲ ਚੱਲੀ ਹੈ ਤਾਂ ਜਿੰਨੇ ਵੀ ਸਿੱਖ ਸਾਡੇ ਆਗੂ ਨੇ ਵਿਰੋਧੀ, ਉਹ ਨਿਸ਼ਾਨੇ ਤਾਂ ਜ਼ਰੂਰ ਲਾ ਰਹੇ ਨੇ SGPC ਤੇ, ਪਰ ਉਹਨਾਂ ਕੋਲੇ ਆਪਦੇ ਕੋਲੇ ਸੰਭਾਲਣ ਦਾ ਕੋਈ ਸਮਰੱਥਾ ਨਹੀਂ ਉਸ ਤਰ੍ਹਾਂ ਦੀ, ਜਿਹਦੇ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਵੀ ਬਗਾਨੇ ਹੱਥਾਂ 'ਚ ਸੌਂਪਣ ਵਾਲੀ ਗੱਲ ਹੈ। ਤੇ ਸਾਨੂੰ ਸਾਰੇ ਸਿੱਖਾਂ ਨੂੰ ਰਲ ਕੇ ਇਹ ਸੋਚਣਾ ਚਾਹੀਦਾ ਵੀ ਠੀਕ ਹੈ ਵੀ ਅਸੀਂ ਪ੍ਰਬੰਧ ਉਸ ਤਰ੍ਹਾਂ ਦੇ ਕਰੀਏ, ਚਾਹੇ ਉਹ ਧਾਮੀ ਸਾਹਿਬ ਹੋਣ, ਚਾਹੇ ਕੋਈ ਹੋਰ ਕੱਲ ਨੂੰ ਆਉਂਦਾ, ਤਾਂ ਐਜ਼ ਏ ਸਿੱਖ ਉਹ ਆਵੇ ਜਿਹੜਾ ਸਿੱਖੀ ਨੂੰ ਪ੍ਰਫੁੱਲਤ ਕਰਨ ਦੀ ਸੋਚ ਰੱਖਦਾ ਹੋਵੇ। ਗੁਰੂ ਦੇ ਜਿਹੜੇ ਸਾਡੇ ਆਸ਼ੇ ਮਨੋਰਥ ਨੇ ਉਹਨਾਂ ਨੂੰ ਦੁਨੀਆ ਤੱਕ ਲਿਜਾਣ ਦੀ ਕੋਸ਼ਿਸ਼, ਜਿਹੜਾ ਉਹਦੇ ਅੰਦਰ ਜਿਹੜੀ ਉਹ ਪੀੜ ਹੋਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਇਹਨਾਂ ਨੂੰ ਢਾਉਣਾ ਹੈ ਜੀ, ਉਹਨਾਂ ਨੂੰ ਉਹ ਕਰਨਾ। ਅੱਜ ਮੈਂ ਇਹ ਦੇਖ ਰਿਹਾ ਵੀ ਕੇਵਲ ਅਸੀਂ ਬਿਆਨਬਾਜ਼ੀ ਜ਼ਰੂਰ ਕਰ ਰਹੇ ਹਾਂ, ਪਰ ਸਾਡੇ ਕੋਲੇ ਆਪਦੇ ਕੋਲੇ ਕੋਈ ਵਿਜ਼ਨ ਨਹੀਂ ਵੀ ਅਸੀਂ ਉਸ ਮੁਕਾਬਲੇ ਤੇ, ਫਿਰ ਤਾਂ ਅਸੀਂ ਦੂਜਿਆਂ ਨੂੰ ਹੱਥ 'ਚ ਸੌਂਪਣ ਵਾਲੀ ਗੱਲ ਕਰ ਰਹੇ ਹਾਂ। ਬਿਲਕੁਲ ਜੀ। ਇਹ ਜਿਹੜਾ ਅਹੁਦਾ ਹੈ ਇਹ ਅਕਾਲੀ ਦਲ ਦੀ ਦੇਣ ਨਹੀਂਗਾ, ਇਹ ਸਿੱਖ ਪੰਥ ਦੀ ਦੇਣ ਹੈ, ਔਰ ਇਹਨਾਂ ਨੂੰ ਜੇ ਸਮਰਪਿਤ ਹੋਣਾ ਚਾਹੀਦਾ, ਸਿੱਖ ਕੌਮ ਨੂੰ ਸਮਰਪਿਤ ਹੋਣਾ ਚਾਹੀਦਾ। ਪ੍ਰਧਾਨ ਜੀ ਜਿਹੜੇ ਵੀ ਬਣਦੇ ਨੇ, ਚਾਹੇ ਬੀਬੀ ਜਗੀਰ ਕੌਰ ਹੈ, ਚਾਹੇ ਧਾਮੀ ਸਾਹਿਬ ਹੈ, ਔਰ ਇਹਨਾਂ ਦਾ ਜਿਸ ਤਰ੍ਹਾਂ ਹੁਣ ਪਿਛਲੇ ਸਮੇਂ ਦੇ ਵਿੱਚ ਵੇਖਿਆ ਅਸੀਂ ਖਾਲਸਾ ਜੀ ਵੀ ਪੂਰੇ ਦਾ ਪੂਰਾ ਜ਼ੋਰ ਲੱਗਿਆ ਪਿਆ ਇੱਕ ਧਿਰ ਨੂੰ ਡਿਫੈਂਡ ਕਰਨ ਵਾਸਤੇ, ਉਹਨਾਂ ਦਾ ਕਾਰੋਬਾਰ ਨੂੰ ਡਿਫੈਂਡ ਕਰਨ ਵਾਸਤੇ, PTC ਦੇ ਵਾਸਤੇ ਕਿੰਨੀ ਜਦੋਜਹਿਦ ਜਿਹੜੀ ਹੈ ਪ੍ਰਧਾਨ ਜੀ ਕਰੀ ਜਾਂਦੇ ਆ, ਜਾਂ ਸ਼੍ਰੋਮਣੀ ਕਮੇਟੀ ਨੂੰ ਉੱਥੋਂ ਵਰਤਿਆ ਜਾ ਰਿਹਾ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਡੇ ਮਤਲਬ ਕਿ ਅਕਸ ਨੂੰ ਦਾਗਦਾਰ ਕਰਦੀਆਂ ਜੀ। ਬਿਲਕੁਲ 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 ਜੀ। ਇਹ ਜਿਹੜਾ ਸਾਨੂੰ ਉਹੀ ਹੈ ਵੀ ਸਿਆਸਤ ਦੇ ਜਿਹੜੇ ਆਕਾ ਨੇ ਉਹਨਾਂ ਨੂੰ ਬਚਾਉਣਾ ਛੱਡ ਕੇ ਕੇਵਲ ਇੱਕ ਸਿੱਖ ਕੌਮ ਲਈ ਜਾਂ ਗੁਰੂ ਧਾਮਾਂ ਦੀ ਜਿਹੜੀ ਸੇਵਾ ਸੁਚੱਜੀ ਤਰੀਕੇ ਨਾਲ ਚੱਲੇ ਉਹਦੇ ਵੱਲ ਧਿਆਨ ਦੇਣਾ ਚਾਹੀਦਾ, ਨਾ ਕਿ ਦੇਖੋ ਇੱਕ ਹੈ ਤਾਂ ਵਪਾਰਕ ਅਦਾਰੇ ਹੈ ਜੀ, ਜਿਹੜੇ ਮੰਨ ਲਓ ਕੋਈ PTC ਚੈਨਲ ਪ੍ਰਸਾਰਣ ਕਰ ਰਿਹਾ, ਚਾਹੇ ਹੋਰ ਜਿਹੜੇ ਲੂਰੀਆਂ ਲੈ ਰਹੇ ਨੇ ਵੀ ਕੱਲ ਨੂੰ ਅਸੀਂ ਕਰੀਏ, ਉਹਨਾਂ ਦਾ ਮਨੋਰਥ ਤਾਂ ਪੈਸਾ ਕਮਾਉਣਾ ਹੀ ਹੈ ਜੀ, ਪੈਸਾ ਕਮਾਉਣਾ ਜੀ। ਸੇਵਾ ਦਾ ਤਾਂ ਮਕਸਦ ਕਿਸੇ ਦਾ ਹੈ ਹੀ ਨਹੀਂ ਗਾ ਜੀ। ਹੁਣ ਇੱਕ PTC ਚੈਨਲ ਨੇ ਇੱਕ ਮੁਹਾਲੀ ਤੋਂ ਸ਼ਬਦ ਅਖਬਾਰ ਤੇ ਦੇਖੋ ਉਹ ਟਾਰਗੇਟ ਕੀਤਾ, ਉਹਨਾਂ ਦਾ ਸਿਸਟਮ ਕੀਤਾ ਹੈਗਾ, ਪਰ ਉਹਦੇ ਵਿੱਚ ਬਦਨਾਮ ਤਾਂ ਕੌਮ ਹੀ ਹੁੰਦੀ ਹੈ ਵੀ ਜੇ ਕੋਈ ਗੁਰੂ ਸਾਹਿਬਾਨ ਦੇ ਨਾਂ ਤੇ ਕੋਈ ਮੰਨ ਲਓ ਪੈਸਾ ਇਕੱਠਾ ਕਰ ਰਿਹਾ ਜਾਂ ਕੋਈ ਉਹ ਕਰ ਰਿਹਾ ਹੈਗਾ, ਉਹਦੇ ਨਾਲ ਜਿਹੜਾ ਹੈਗਾ ਪੱਗਾਂ ਵਾਲੇ ਜਿਹੜੇ ਜ਼ਿਆਦਾ ਦਿਖਾਈ ਦਿੰਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਸਰੂਪ ਇਹ ਦਿੱਤਾ ਵੀ ਕਹਿੰਦੇ ਖਾਲਸਾ ਪੂਰੀ ਦੁਨੀਆ ਦੇ ਵਿੱਚ ਨਜ਼ਰ ਆਊ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਇਹ ਕੌਣ ਹੈ। ਤੇ ਜਦੋਂ ਕੋਈ ਸਾਡੇ ਤੇ ਉਂਗਲ ਉੱਠਦੀ ਹੈ ਤਾਂ ਉਦੋਂ ਵੀ ਤਾਂ ਲੋਕ ਸਾਨੂੰ ਦੇਖਦੇ ਆ ਨਾ ਜੀ। ਬਿਲਕੁਲ ਬਿਲਕੁਲ। ਇਹ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਸਾਨੂੰ ਇੱਕ ਨੀਤੀ ਘੜਨੀ ਚਾਹੀਦੀ ਹੈ, ਸਾਨੂੰ ਬੜਾ ਵੱਡੇ ਪੱਧਰ ਤੇ ਜਿਹੜੀ ਹੈ ਇਹ ਕੌਮ ਦੇ ਲਈ ਬਿਹਤਰੀ ਲਈ ਕੰਮ ਕਰਨਾ ਚਾਹੀਦਾ, ਚਾਹੇ ਉਹ ਖੁਦ SGPC ਰੁਜ਼ਗਾਰ ਦੇਵੇ। ਜੇ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੀ, ਨੌਜਵਾਨ ਜਿਹੜੇ ਆ ਉਹ ਨਸ਼ੇ ਦੀ ਦਲਦਲ ਚ ਫਸਦੇ ਜਾ ਰਹੇ ਨੇ, ਜਿਹੜੇ ਗਰੀਬ ਆ ਉਹ ਹੋਰ ਗਰੀਬ ਹੋ ਰਹੇ ਨੇ, ਅਮੀਰ ਹੋਰ ਅਮੀਰ ਹੋ ਰਿਹਾ। ਜਿਹੜਾ ਗਰੀਬਾਂ ਦੇ ਜਿਹੜੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਚਾਹੀਦਾ ਹੈ, ਤੇ ਉਹਨਾਂ ਦੇ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਉਹ ਤਾਂ ਹੀ ਹੋਊਗਾ ਜੇ ਅਸੀਂ ਉਹਨਾਂ ਨੂੰ ਖੁਦ ਰੁਜ਼ਗਾਰ ਪੈਦਾ ਕਰਾਂਗੇ। ਤੇ SGPC ਇਹਦੇ ਵਿੱਚ ਸક્ષਮ ਹੈ ਜੀ, ਜੇ ਸਰਕਾਰ ਤੇ ਜਿੰਨਾ ਬਰਾਬਰ ਦਾ ਬਜਟ ਆ ਤੇ SGPC ਕਿਉਂ ਨਹੀਂ ਕਰ ਸਕਦੀ? ਕਰ ਸਕਦੀ, ਆਪਦੇ ਪ੍ਰੋਜੈਕਟ ਲਾਵੇ, ਆਪਦੇ ਪ੍ਰੋਜੈਕਟ ਲਾ ਕੇ ਉੱਥੇ ਨੌਜਵਾਨਾਂ ਨੂੰ ਨੌਕਰੀਆਂ ਦੇਵੇ ਜੀ। ਹਰੇਕ ਚੀਜ਼ ਜਿਹੜੀ SGPC ਬਾਹਰੋਂ ਡਿਪੈਂਡ, ਕਿਉਂ ਟੈਂਡਰ ਲਾ ਕੇ ਦੇਸੀ ਘਿਓ ਖਰੀਦਦੀ ਹੈ ਜੀ, ਕਿਉਂ ਟੈਂਡਰ ਲਾ ਕੇ ਸਰੋਪਿਆਂ ਵਾਲਾ ਕੱਪੜਾ ਖਰੀਦਦੀ ਹੈ ਜੀ। ਬਿਲਕੁਲ। ਅੱਜ ਇਹ ਸਵਾਲ ਉੱਠੇ ਨੇ, ਕੱਲ ਨੂੰ ਰੁਮਾਲਿਆਂ ਦੇ ਜਾਂ ਦੇਸੀ ਘਿਓ ਦੇ ਵਿੱਚ ਇਹ ਗੱਲਾਂ ਉੱਠਦੀਆਂ ਰਹਿਣਗੀਆਂ। ਇਹਦੇ ਨਾਲੋਂ ਬਿਹਤਰ ਹੈ ਅਸੀਂ ਖੁਦ ਪ੍ਰੋਡਕਟ ਜਿਹੜੇ ਤਿਆਰ ਕਰੀਏ ਜੀ। ਕੋਸ਼ਿਸ਼ ਕਰਦੇ ਹਾਂ ਜੀ ਅਸੀਂ ਇੱਕ
ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਸ਼ਖਸੀਅਤ ਦੇ ਨਾਲ ਵੀ ਉਹ ਸਾਡੀਆਂ ਗੱਲਾਂ ਬਾਰੇ ਇਹਦੀ ਪੁਸ਼ਟੀ ਕਰ ਸਕਣ, ਜਾਂ ਕੋਈ ਜੇ ਕੋਈ ਹੋਰ ਗੱਲ ਹੈ ਤੇ ਉਹ ਵੀ ਦੱਸ ਸਕਣ ਸਾਨੂੰ। ਜੇ ਕੋਈ ਅੰਦਰਲੀ ਗੱਲ ਹੋਰ ਹੈ ਸਾਨੂੰ ਨਹੀਂ ਪਤਾ, ਅਸੀਂ ਕੋਸ਼ਿਸ਼ ਕਰਦੇ ਹਾਂ। ਔਰ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਕਿਸੇ ਇਹੋ ਜਿਹੀ ਸ਼ਖਸੀਅਤ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਤੁਹਾਡੇ ਨਾਲ ਜਿਹੜੀ ਸਾਨੂੰ ਇਸ ਮਸਲੇ ਬਾਰੇ ਜਾਣਕਾਰੀ ਦੇ ਸਕੇ। ਸੋ ਸਾਡੇ ਨਾਲ ਜੁੜ ਚੁੱਕੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਮਿੱਠੂ ਸਿੰਘ ਜੀ ਕਾਹਨਕੇ। ਸੋ ਕਾਹਨਕੇ ਸਾਹਿਬ ਸਾਡੇ ਨਾਲ ਲਾਈਨ ਤੇ ਮੌਜੂਦ ਨੇ। ਕਾਹਨਕੇ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਸਰੋਤਿਆਂ ਨੂੰ ਤੇ ਤੁਹਾਨੂੰ ਜੀ। ਸੋ ਮਿੱਠੂ ਸਿੰਘ ਜੀ, ਅਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਲੰਗਰ ਦੇ ਵਿੱਚ ਕੋਈ ਬੇਨਿਯਮੀਆਂ ਹੋਈਆਂ, ਘਪਲੇਬਾਜ਼ੀ ਹੋਈ, ਜਿਹਦੇ ਕਰਕੇ ਹੁਣ ਕਾਫੀ ਸਾਰੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਕੱਢਿਆ ਵੀ ਗਿਆ, ਕੱਢ ਦਿੱਤਾ ਗਿਆ, ਔਰ ਉਹਨਾਂ ਤੇ ਕਾਰਵਾਈ ਹੋਈ ਹੈ। ਔਰ ਇਹ ਕਾਰਵਾਈ ਕਾਫੀ ਨਹੀਂ ਗਈ, ਲੇਕਿਨ ਅਸੀਂ ਫਿਰ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਇਸ ਪ੍ਰਬੰਧ ਦੇ ਵਿੱਚ ਸ਼ਰੀਕ ਰਹੇ ਹੋ, ਤੁਸੀਂ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਹੋ, ਔਰ ਤੁਹਾਡਾ ਜਿਹੜਾ ਤਜਰਬਾ ਬਹੁਤ ਹੈ ਇਸ ਬਾਰੇ ਜੀ। ਬਲਦੇਵ ਸਿੰਘ ਜੀ, ਜਿਹੜੀਆਂ ਲੰਗਰ ਦੀ ਇਹ ਘਟਨਾ ਹੈਗੀ, ਇਹ ਇੱਕ ਘਟਨਾ ਨਹੀਂ, ਸਗੋਂ ਇਹ ਤਾਂ ਕਈ ਵਾਰੀ ਮਤਲਬ ਲੰਗਰਾਂ ਦੇ ਵਿੱਚ ਘਪਲੇ ਨੇ ਜਿਹੜੇ ਹੋ ਸਕੇ। ਇਦੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ 2018-19 ਦੇ ਵਿੱਚ ਘਪਲਾ ਹੋਇਆ। ਉਹ ਮਤਲਬ ਸਬਜ਼ੀ ਘਪਲਾ ਜਿਹਨੂੰ ਕਹਿੰਦੇ ਨੇਗੇ, ਹਾਂਜੀ, ਜਿਹੜਾ ਜਾਲੀ ਬਿੱਲ ਪਾਏ ਤੇ ਹੈਲੋ ਜੀ, ਮੈਂ ਸੁਣ ਰਿਹਾ। ਜਿਹੜਾ ਹੁਣ ਘਪਲਾ ਸਾਹਮਣੇ ਆਏਗਾ ਉਹ ਇਹ ਹੈ ਵੀ ਇਹ ਜੋ ਝੂਠ ਬਚੀ ਹੁੰਦੀ ਹੈ, ਜੋ ਸੁੱਕੀਆਂ ਰੋਟੀਆਂ ਆਣਗੀਆਂ, ਉਹਨਾਂ ਦਾ ਇਹਨਾਂ ਨੇ ਮਤਲਬ ਵੇਚਿਆ ਸੀ ਉਹ ਬੋਲੀ ਕਰਕੇ 62 ਲੱਖ ਰੁਪਏ ਦਾ ਸਮਾਨ ਸੀ ਜਿਹੜਾ ਉਹ, ਪਰ ਇਹਨਾਂ ਨੇ ਕਿਸੇ ਵੀ ਕਾਗਜ਼ਾਂ 'ਚ ਨਹੀਂ ਚੜਾਇਆ ਸੀਗਾ। ਉਹਦਾ ਅਖਬਾਰਾਂ 'ਚ ਵੀ ਪੰਜਾਬ ਦੇ ਵਿੱਚ ਜਦੋਂ ਮੈਂ ਇੱਧਰ ਆਇਆਗਾ ਤਕਰੀਬਨ ਉਦੋਂ ਕਾਫੀ ਰੌਲਾ ਪੈ ਚੁੱਕਿਆ ਸੀਗਾ। ਹੁਣ ਪਤਾ ਲੱਗਿਆ ਵੀ ਉਹ ਜਿਹੜੀ ਹੈ ਉਹ ਤਾਂ 1 ਕਰੋੜ ਤੋਂ ਵੱਧ ਦੀ ਰਕਮ ਹੈ, ਜਿਹਦੇ ਸੰਬੰਧ ਵਿੱਚ ਇਹ ਮੁਲਾਜ਼ਮਾਂ ਨੂੰ ਹੁਣ ਸਸਪੈਂਡ ਕੀਤਾ ਗਿਆ ਕਿਉਂਕਿ ਇਹਦਾ ਕਾਫੀ ਰੌਲਾ ਪੈ ਚੁੱਕਿਆ ਹੈਗਾ। ਫਿਰ ਸਰਦਾਰ ਰਜਿੰਦਰ ਸਿੰਘ ਧਾਮੀ ਨੇ ਇਹਦੀ ਇਨਕੁਆਇਰੀ ਵੀ ਬਿਠਾਈ ਹੈ। ਇਨਕੁਆਇਰੀ ਵਿੱਚ ਵੀ ਫਲਾਇੰਗ ਸਕੁਐਡ ਨੇ ਵੀ ਇਹ ਗੱਲ ਪ੍ਰਵਾਨ ਕਰ ਲਈ ਹੈ ਕਿ 1 ਕਰੋੜ ਦਾ ਜਿਹੜਾ ਹੈਗਾ ਇਹ ਘਪਲਾ ਹੈਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਲੰਗਰ ਵਸਤੂਆਂ ਖਰੀਦਦੀ ਹੈ ਉਹ ਤਕਰੀਬਨ 750-800 ਕਰੋੜ ਦੇ ਲਗਭਗ ਦਾ ਮਤਲਬ ਰੁਪਏ ਖਰੀਦ ਹੁੰਦੀ ਹੈ, ਜਿਹਦੇ ਵਿੱਚ ਦਾਲਾਂ ਹੁੰਦੀਆਂ ਨੇ, ਘਿਓ ਹੁੰਦਾ ਹੈਗਾ ਤੇ ਹੋਰ ਜਿਹੜੇ ਦੁੱਧ ਦੀ ਦੋ ਪ੍ਰੋਡਕਸ਼ਨ ਜੋ ਵੀ ਤਿਆਰ ਹੁੰਦੀ ਹੈ, ਪਨੀਰ ਵਗੈਰਾ, ਦਹੀਂ ਵਗੈਰਾ ਸਾਰਾ, ਤੇ ਜਿਹਦੇ ਵਿੱਚ A to Z ਜੋ ਗੁਰਦੁਆਰਿਆਂ ਵਿੱਚ ਚੀਜ਼ ਵਸਤੂਆਂ ਖਰੀਦੀਆਂ ਵਰਤੋਂ ਵਿੱਚ ਆਉਂਦੀਆਂ ਨੇ, ਉਹ ਸਾਰਿਆਂ ਦੀ ਖਰੀਦ ਇੱਕ ਖਰੀਦ ਕਮੇਟੀ ਕਰਦੀ ਹੈ ਜੀ। ਹੈਰਾਨੀ ਦੀ ਗੱਲ ਇਹ ਹੈ ਵੀ ਇਸ ਬਾਰੇ ਇਹ ਆਰਡਰ ਆਏ ਨੇਗੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਵੀ ਤੁਸੀਂ ਅੰਮ੍ਰਿਤਸਰ ਦੇ ਇੱਕ ਦੁਕਾਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਥੋਂ ਜਿਹੜੀਆਂ ਹੈਗੀਆਂ ਪੱਗਾਂ ਜਿਹੜੀਆਂ ਸਾਰੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਪੱਗਾਂ ਖਰੀਦ ਕੇ ਭੇਜੀਆਂ ਜਾ ਰਹੀਆਂ ਨੇ, ਤੇ ਉਹ ਪੱਗ ਦਾ ਜਿਹੜਾ 8 ਮੀਟਰ ਦੀ ਇੱਕ ਮੁਲਾਜ਼ਮ ਨੂੰ ਪੱਗ ਜਿਹੜੀ ਹੈ ਸ਼੍ਰੋਮਣੀ ਕਮੇਟੀ ਵਰਦੀ ਦੇ ਰੂਪ ਚ ਦਿੰਦੀ ਹੈ ਤੇ ਉਹ ਪੱਗ ਦਾ ਜਿਹੜਾ ਰੇਟ ਹੈ ਉਹ ਤਕਰੀਬਨ 69 ਰੁਪਏ ਪ੍ਰਤੀ ਮੀਟਰ, ਯਾਨੀ 69 ਰੁਪਏ ਪ੍ਰਤੀ ਮੀਟਰ ਪਲੱਸ GST, ਯਾਨੀ ਉਹ 75-76 ਰੁਪਏ ਦੇ ਲਗਭਗ ਮੀਟਰ ਪੱਗ ਇਸ ਵਕਤ ਪੈ ਰਹੀ ਹੈ, ਜਦੋਂ ਕਿ ਬਾਜ਼ਾਰ ਦੇ ਵਿੱਚ ਉਹਦਾ ਰੇਟ ਹੈ 50 ਰੁਪਈਆਂ ਤੋਂ ਵੀ ਘੱਟ ਹੈਗਾ, 50 ਦੇ ਨੇੜੇ ਤੇੜਾ। ਜੇ ਅਸੀਂ ਇਕੱਠੀ ਇੰਨੀ ਖਰੀਦ ਕਰਾਂਗੇ, ਮੈਂ 30-25-30 ਹਜ਼ਾਰ ਮੁਲਾਜ਼ਮਾਂ ਵਾਸਤੇ ਪੱਗਾਂ ਦਾ ਇੰਨੇ ਮਤਲਬ ਵੱਡੀ ਪੱਧਰ ਤੇ ਖਰੀਦ ਹੁੰਦੀ ਹੈ ਇੱਕ ਹੀ ਦੁਕਾਨ ਤੋਂ, ਤਾਂ ਰੇਟ ਹੋਰ ਵੀ ਘਟਦਾ ਹੈ। ਪਰ ਦੇਖੋ ਵੀ ਇਵੇਂ ਜੇਕਰ ਜੋ ਹੈ ਲੰਗਰ ਦੇ ਵਿੱਚ ਵਰਤਿਆ ਜਾਣ ਵਾਲਾ ਘਿਓ, ਦੇਗਾਂ ਦੇ ਵਿੱਚ ਵਰਤਣ ਜਾਇਆ ਘਿਓ, ਉਹਦੀ ਵੀ ਮਤਲਬ ਬੜੀ ਚਰਚਾ ਪਿਛਲੇ 2 ਸਾਲ ਪਹਿਲਾਂ ਬੜੀ ਛਿੜੀ ਸੀ, ਕਿਉਂਕਿ ਘਿਓ ਦੀ ਜਿਹੜੀ ਵਰਤੋਂ ਹੈ 120 ਕਰੋੜ ਦੇ ਨੇੜੇ ਤੇ ਅਸੀਂ ਘਿਓ ਹੈ ਜਿਹੜਾ 1 ਸਾਲ ਦਾ ਖਰੀਦਦੇ ਆਂਗੇ, ਉਹ ਪ੍ਰਾਈਵੇਟ ਕੰਪਨੀਆਂ ਤੋਂ ਖਰੀਦਣ ਚਾਹੇ ਦੂਜੇ। ਪਰ ਅਫਸੋਸ ਦੀ ਗੱਲ ਇਹ ਹੈ ਵੀ ਇੱਕ ਵਾਰੀ ਹੀ
ਇਹ ਜਦੋਂ ਮੈਂ ਖਰੀਦ ਵਸਤੂਆਂ ਦਾ ਮੈਨੂੰ ਮੈਂਬਰ ਬਣਾਇਆ ਗਿਆ ਸੀ, ਉਦੋਂ ਘਿਓ ਹੈ ਜਿਹੜਾ ਉਹ ਮਤਲਬ ਸੈਮੀ ਅਦਾਰਾ ਜਿਹੜਾ ਜਿਹਨੂੰ ਆਪਾਂ ਮਤਲਬ ਕਹਿੰਦੇ ਮਿਲਕ ਪਲਾਂਟ ਪੰਜਾਬ ਦਾ ਜਿਹੜਾ ਵੇਰਕਾ ਉਹਨਾਂ ਤੋਂ ਘਿਓ ਲਿਆ ਗਿਆ। ਤੇ ਪਹਿਲਾਂ ਲਗਾਤਾਰ ਜਿਹੜਾ ਘਿਓ ਯੂਪੀ ਦੀਆਂ ਵੱਖ-ਵੱਖ ਕੰਪਨੀਆਂ ਦਾ ਫਰਮਾਂ ਤੋਂ ਜਾਂ ਪੂਨੇ ਦੀ ਕੰਪਨੀ ਸੀ ਉਹਨਾਂ ਤੋਂ ਘਿਓ ਲਿਆ ਜਾਂਦਾ ਸੀ। ਘਿਓ ਵੀ ਜਿਹੜਾ ਉਹ ਬੜੀ ਘਟੀਆ ਕੁਆਲਿਟੀ ਦਾ ਘਿਓ ਹੈ ਜਿਹੜਾ ਉਹ ਦੇਗਾਂ ਦੇ ਵਿੱਚ ਤੇ ਗੁਰੂ ਘਰਾਂ ਦੇ ਵਿੱਚ ਆ ਰਿਹਾ ਸੀਗਾ। ਤੇ ਲੋਕਾਂ ਦੀ ਇਹ ਸ਼ਿਕਾਇਤ ਸੀਗੀ ਵੀ ਦੇਗ ਦੇ ਵਿੱਚੋਂ ਕੱਚੀ ਰਹਿ ਜਾਂਦੀ ਦੇਗ ਦੇ ਸੰਬੰਧ ਵਿੱਚ ਕਈ ਕਿਸਮ ਦੇ ਲੋਕਾਂ ਦੇ ਕਿੰਤੂ ਪਰੰਤੂ ਸੀ। ਜਦੋਂ ਇਹ ਵੇਰਕਾ ਤੋਂ ਘਿਓ ਲਿਆ ਤਾਂ ਉਹ ਸ਼ਿਕਾਇਤਾਂ ਵੀ ਲੋਕਾਂ ਦੀਆਂ ਦੂਰ ਹੋਈਆਂ। ਪਰ 1 ਸਾਲ ਬਾਅਦ ਤੁਰੰਤ ਫੇਰ ਹੁਣ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸਮੇਂ ਜਿਹੜਾ ਹੁਣ ਚੱਲ ਰਿਹਾ ਹੈਗਾ ਉਹ ਪ੍ਰਾਈਵੇਟ ਫਿਰ ਕੰਪਨੀ ਤੋਂ ਯੂਪੀ ਦੀ ਕੰਪਨੀ ਤੋਂ ਘਿਓ ਹੈ ਜਿਹੜਾ ਉਹ ਲਿਆ ਜਾ ਰਿਹਾ ਹੈਗਾ। ਇਹਨਾਂ ਦੀ ਪੜਤਾਲ ਹੋਵੇ ਜੇਕਰ ਘਿਓ ਦੀ ਕੁਆਲਿਟੀ ਕਿਹੋ ਜਿਹੀ ਹੈ ਕਿਹੋ ਜਿਹੀ ਨਹੀਂ, ਜੇ ਇਹ ਪਤਾ ਲੱਗ ਸਕਦਾ ਹੈਗਾ ਕਿ ਸਬ ਸਟੈਂਡਰਡ ਜਿਹੜਾ ਘਿਓ ਹੈ ਜਿਹੜਾ ਉਹ ਗੁਰੂ ਘਰਾਂ ਦੇ ਵਿੱਚ ਵਰਤਿਆ ਜਾ ਰਿਹਾ। ਇਹਦੇ ਚ ਵੱਡਾ ਭਾਰੀ ਕਮਿਸ਼ਨ ਹੈ ਜਿਹੜਾ ਇਹਨਾਂ ਨੂੰ ਆਉਂਦਾ ਹੈਗਾ। ਦਾਲਾਂ ਖਰੀਦਦੇ ਆ ਦਿੱਲੀ ਤੋਂ ਆੜਤੀਆਂ ਰਾਹੀਂ। ਜਦੋਂ ਕੋਈ ਦਾਲਾਂ ਜਿਹੜੀ ਖਰੀਦ ਆ ਉਹ ਇੱਥੇ ਅਸੀਂ ਟੈਂਡਰ ਰਾਹੀਂ ਇਹ ਕਰਵਾਈ ਸੀ ਪੰਜਾਬ ਦੇ ਵਿੱਚ ਵੱਖ-ਵੱਖ 4 ਥਾਵਾਂ ਉੱਤੇ, ਇਹ ਤਲਮੰਡੀ ਸਾਬੋ, ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ ਤੇ ਕੁਰਸ਼ੇਤਰ ਵਿਖੇ। ਤੇ ਉੱਥੇ ਪਹੁੰਚ ਕਰਾਈ ਸੀ ਵੀ ਜੇ ਇਸ ਗ੍ਰੇਡ ਦੀ ਜਿਹੜੀ ਦਾਲ ਹੈ ਉਹ ਅਸੀਂ ਖਰੀਦਣੀ ਹੈ। ਤੇ ਉਹ ਕਿਉਂਕਿ ਦਾਲ ਦੇ ਵਿੱਚ ABCD ਤੱਕ ਗ੍ਰੇਡ ਨੇਗੇ, ਇਹ ਰੇਟ A ਕਲਾਸ ਦਾ ਪਾਉਂਦੇ ਨੇਗੇ ਤੇ ਇਹਨਾਂ ਕੋਲ ਜਿਹੜੀ ਹੈਗੀ ਆ ਵਰਤੋਂ ਦੇ ਵਿੱਚ ਪਹੁੰਚ ਇਹ D ਕਲਾਸ ਗ੍ਰੇਡ ਦੀ ਕਰਦੇ ਆ। ਉੱਥੇ ਵੀ ਬੜਾ ਫਰਕ ਪਿਆਗਾ ਜੀ। ਸੋ ਦਾਲਾਂ ਦੀ ਖਰੀਦਾ ਜਿਹੜੀ ਆ ਨਾਲ ਦਿੱਲੀ ਜਾਂਦੇ ਹੈਗੇ 10-11 ਗੱਡੀਆਂ ਲੈ ਕੇ ਸਾਰੇ ਸਕੱਤਰ ਤੇ ਜਿਹੜੇ ਸ਼੍ਰੋਮਣੀ ਕਮੇਟੀ 2-3 ਮੈਂਬਰ ਨੇਗੇ ਮੂਹਰੇ ਲਾਏ ਹੋਏ ਤੇ ਉੱਥੋਂ ਖਰੀਦ ਕਰਕੇ ਆਉਂਦੇ ਨੇਗੇ। ਇਹ ਜਦੋਂ ਕਿ ਪੰਜਾਬ ਦੇ ਵਿੱਚੋਂ ਹੀ ਇਹਦੀ ਖਰੀਦ ਕੀਤੀ ਜਾ ਸਕਦੀ ਹੈ। ਬਿਲਕੁਲ। ਸਾਡੇ ਕਿਸਾਨ ਜਿਹੜੇ ਹੈ ਉਹ ਦਾਲਾਂ ਬੀਜ ਰਹੇ ਨੇ, ਇੱਕ ਤਾਂ ਉਹਨਾਂ ਨੂੰ ਆਸਰਾ ਹੋਵੇ, ਉਹਨਾਂ ਨੂੰ ਜਿਹੜਾ ਰੇਟ ਤੁਸੀਂ ਹੁਣ ਆੜ੍ਹਤੀਆਂ ਰਾਹੀਂ ਖਰੀਦਦੇ ਹੋ ਉਹੀ ਰੇਟ ਤੁਸੀਂ ਉਹਨਾਂ ਨੂੰ ਦੇ ਦਿਓ। ਆਪਦਾ ਕਿਸਾਨ ਤਾਂ ਜਿਹੜਾ ਪ੍ਰਫੁੱਲਤ ਹੋਵੇ। ਅਸੀਂ ਇਹੀ ਗੱਲ ਚੁੱਕੀ ਸੀ ਜੀ ਉਦੋਂ ਕੋਵਿਡ ਦਾ ਟਾਈਮ ਚੱਲਦਾ ਸੀ ਵੀ ਜਦੋਂ ਵੇਰਕਾ ਤੋਂ ਇਹਨਾਂ ਨੇ ਘਿਓ ਖਰੀਦਣਾ ਬੰਦ ਕੀਤਾ ਹੈਗਾ ਤਾਂ ਅਸੀਂ ਮੰਗ ਕੀਤੀ ਸੀ ਕਿ ਜਿਹੜਾ ਵੇਰਕਾ ਹੈਗਾ ਇਹ ਪੰਜਾਬ ਦੇ ਕਿਸਾਨਾਂ ਦਾ ਦੁੱਧ ਹੈ ਜਿਹੜਾ ਖਰੀਦਦਾ ਹੈਗਾ ਤੇ ਉਹਦਾ ਜਿਹੜਾ ਡਿਵੀਡੈਂਟ ਹੈ ਲਾਭ ਹੈ ਜਿਹੜਾ ਉਹ ਕਿਸਾਨਾਂ 'ਚ ਹੀ ਬਣਦਾ ਹੈਗਾ। ਇਸ ਲਈ ਪੰਜਾਬ ਦੇ ਹਿੱਤ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਇਸ ਗੱਲ 'ਚ ਜੁੜੇ ਹੋਏ ਨੇਗੇ ਕਿ ਜੇ ਵੇਰਕਾ ਵਿੱਚੋਂ ਆਪਾਂ ਵੱਡੀ ਪੱਧਰ ਤੇ ਘਿਓ ਖਰੀਦਾਂਗੇ ਤਾਂ ਕਿਸਾਨਾਂ ਨੂੰ ਉਹ ਜਿਹੜਾ ਦੁੱਧ ਹੈ ਉਹਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਦੁੱਧ ਦਾ ਰੇਟ ਹੈ ਜਿਹੜਾ ਉਹ ਕਿਸਾਨਾਂ ਨੂੰ ਵੇਰਕਾ ਦੇਊਗੀ। ਸੋ ਇਹ ਖਰੀਦ ਹੈ ਜਿਹੜੀ ਇੱਥੋਂ ਹੀ ਹੋਣੀ ਚਾਹੀਦੀ ਹੈ ਜੀ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇ। ਵੇਰਕਾ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਦੇ ਦੁੱਧ ਦਾ ਰੇਟ ਵਧਾਵੇ ਤੇ ਤਾਂ ਕਿ ਪੰਜਾਬ ਦੇ ਕਿਸਾਨ ਜਿਹੜੇ ਇਹ ਉਹਨਾਂ ਦੀ ਬਚਤ ਹੋਵੇ ਜੀ। ਡੈਰੀ ਫਾਰਮ ਨੇ ਜਿਹੜੇ ਉਹ ਪ੍ਰਫੁੱਲਤ ਹੋਣ ਜੀ। ਪਰ ਕਿਸੇ ਨੇ ਸੁਣਿਆ ਤੱਕ ਨਹੀਂ ਹੈ। ਅਖਬਾਰਾਂ ਵਿੱਚ ਖਬਰਾਂ ਲਵਾਈਆਂ, ਅਸੀਂ ਬੋਲੇ ਅਖਬਾਰਾਂ ਦੇ ਵਿੱਚ ਇਹ ਗੱਲ। ਬਿਲਕੁਲ। ਸੋ ਅੱਜ ਬਹੁਤ ਵੱਡੇ ਘਪਲੇ ਨੇ ਜਿਹੜੇ ਇੱਕ ਤੋਂ ਬਾਅਦ ਇੱਕ ਸਾਹਮਣੇ ਆਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ। ਇਹ ਕੱਲਾ ਗੁਰਬਾਣੀ ਪ੍ਰਸਾਰਨ ਦੇ ਉੱਤੇ ਹੀ ਕਬਜ਼ਾ ਨਹੀਂ, ਸਮੁੱਚੇ ਪ੍ਰਬੰਧ ਉੱਤੇ ਬੜਾ ਕਬਜ਼ਾ ਹੈ ਜੀ। ਭਾਮ ਸਾਹਿਬ ਜੀ ਕਿਸੇ ਟਾਈਮ ਤੇ ਸੰਗਤ ਨਾਲ ਗੱਲ ਕਰਾਂਗੇ, ਦੱਸਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਜ਼ਿਆਦਾ ਕੀਮਤੀ ਮਤਲਬ ਹੋਣਗੀਆਂ ਵਿਦਿਅਕ ਅਦਾਰੇ ਕਹਿ ਲਓ ਜਾਂ ਕਹਿ ਲਓ ਬਾਕੀ ਅਦਾਰੇ ਨੇ ਜਿਹੜੇ ਉਹ ਕਿਵੇਂ ਟਰਸਟਾਂ ਅਧੀਨ ਇਹਨਾਂ ਨੇ 99 ਸਾਲਾ ਲੀਜ਼ ਤੇ ਜਿੱਤੇ ਆ। ਬਿਲਕੁਲ ਵਾਇਆ ਮੀਡੀਆ ਕਬਜ਼ਾ ਕੀਤਾ ਹੋਇਆ। ਇਹ ਕਿਹੜੇ ਪਰਿਵਾਰਾਂ ਨੂੰ ਦਿੱਤੇ ਨੇ? ਜੇਕਰ ਇਹ ਗੱਲ ਦੀ ਪੜਤਾਲ ਹੋ ਜੇ ਤਾਂ ਬਾਹਲੀ ਗੱਲ ਨੰਗੀ ਹੋ ਜੇ ਤਾਂ ਇਹ ਗੱਲ ਪਤਾ ਹੋ ਜੇ ਵੀ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਲੁੱਟ ਮੱਚੀ ਹੋਈ ਹੈ। ਬਿਲਕੁਲ ਜੀ। ਖਾਲਸਾ ਜੀ ਤੁਸੀਂ ਸਵਾਲ ਕਰਨਾ ਚਾਹੋਗੇ ਸਰਦਾਰ ਮਿੱਠੂ ਸਿੰਘ ਕਾਨਕੇ ਨੂੰ? ਬਿਲਕੁਲ ਜੀ ਕਰਾਂਗੇ, ਕਿਉਂਕਿ ਇਹਨਾਂ ਨੇ ਬੜੀ ਨਿਗਾਹ ਰੱਖੀ ਹੈ, ਕਿਉਂਕਿ ਹਰੇਕ ਸਿੱਖ ਦਾ ਫਰਜ਼ ਹੈ ਜੀ ਆਪਣੇ ਘਰ ਲਈ ਉਹ ਨਹੀਂ ਤਾਂ ਗੁਰੂ ਘਰ ਲਈ ਤਾਂ ਘੱਟੋ ਘੱਟ ਇਮਾਨਦਾਰੀ ਨਾਲ ਪਹਿਰੇਦਾਰੀ ਕਰਨੀ ਚਾਹੀਦੀ ਹੈ। ਬਿਲਕੁਲ। ਜਿਹੜੀ ਇਹ ਜਾਣਕਾਰੀ ਦਿੱਤੀ ਹੈ
ਜੀ। ਤੇ ਕਾਣਕੇ ਸਾਹਿਬ ਨੂੰ ਮੈਂ ਇੱਕ ਸੁਝਾਅ, ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰਦੇ ਆਂ ਜੀ, ਵੀ ਕਿਉਂ ਨਹੀਂ ਅਸੀਂ ਆਪਦੇ ਪ੍ਰੋਜੈਕਟ, ਹਜ਼ਾਰਾਂ ਏਕੜ SGPC ਕੋਲੇ ਜ਼ਮੀਨ ਹੈ, SGPC ਉਹਨਾਂ ਨੂੰ ਜਿਵੇਂ ਕਾਣਕੇ ਸਾਹਿਬ ਨੇ ਕਿਹਾ ਵੀ ਟਰਸਟ ਬਣ ਕੇ ਲੀਜ਼ ਤੇ ਦੇਤੀ ਜਾਂ ਉਹ ਕਰਤਾ, ਅਸੀਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਠੇਕੇ ਤੇ ਦੇ ਕੇ ਉਹਨੂੰ ਐਵੇਂ ਅਜਾਈ ਗਵਾ ਰਹੇ ਹਾਂ, ਤੇ ਅਸੀਂ ਉੱਥੇ ਦਾਲਾਂ ਦੀ ਹੋਰ ਜਿਹੜਾ ਲੰਗਰ 'ਚ ਵਰਤੋਂ ਵਾਲਾ ਸਮਾਨ ਆ ਉੱਥੇ ਕਿਉਂ ਨਹੀਂ ਉੱਥੇ ਪੈਦਾਵਾਰ ਕਰਦੇ? ਉਹਨਾਂ ਕਿਸਾਨਾਂ ਨੂੰ ਨਿਗਰਾਨੀ ਕਰਕੇ ਉੱਥੋਂ ਉਹ ਚੀਜ਼ਾਂ ਪ੍ਰੋਡਕਟ ਕਰੋ, ਡੇਅਰੀ ਫਾਰਮ ਆਪਦੇ ਖੋਲੋ, ਨੌਕਰੀਆਂ ਦਿਓ ਨੌਜਵਾਨਾਂ ਨੂੰ ਤੁਸੀਂ। ਬਿਲਕੁਲ। ਹੁਣ ਜੇ ਮੰਨ ਲਓ ਇੱਕ ਡੇਰੇਦਾਰ ਆਪਦੇ ਪ੍ਰੋਡਕਟ ਤਿਆਰ ਕਰਕੇ ਆਪਦਾ ਉਹ ਵੇਚ ਸਕਦਾ ਹੈਗਾ, ਤੇ SGPC ਨੇ ਤਾਂ ਗੁਰੂ ਘਰਾਂ 'ਚ ਹੀ ਵਰਤਣਾ ਨਾ, ਕਿਉਂ ਨਿਲਾਮੀਆਂ ਦੇ ਵਿੱਚ ਉਂਗਲਾਂ ਉਠਾਉਣੀਆਂ ਤੁਸੀਂ? ਲੋਕ ਤੁਹਾਡੇ ਤੇ ਉਂਗਲਾਂ ਚੁੱਕਦੇ ਨੇ, ਘਪਲੇ ਹੁੰਦੇ ਨੇ, ਇਹਦੇ ਨਾਲੋਂ ਚੰਗਾ ਨਹੀਂ ਵੀ ਉਹ ਆਪਦਾ ਪ੍ਰੋਜੈਕਟ ਜਿਹੜਾ ਉਹ ਤਿਆਰ ਕਰਕੇ ਤੇ ਉਹ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। SGPC ਸਰਕਾਰ ਨਾਲੋਂ ਵੱਡੀ ਸੰਸਥਾ ਬਣ ਸਕਦੀ ਹੈ ਰੁਜ਼ਗਾਰ ਦੇਣ ਦੇ ਵਿੱਚ ਲੋਕਾਂ ਨੂੰ, ਨਾਲੇ ਪ੍ਰਬੰਧ ਦੇ ਵਿੱਚ ਸਭ ਕੁਝ ਸਹੀ ਹੋ ਜੂ। ਪਰ ਇਹਦੇ ਲਈ ਇੱਛਾ ਸ਼ਕਤੀ ਦੀ ਲੋੜ ਹੈ। ਜਿਹੜੇ ਇੱਥੇ ਕਾਬਜ਼ ਦੇ ਲੋਕ, ਉਹਨਾਂ ਨੂੰ ਆਪਦੇ ਅਕਾਵਾਂ ਦਾ ਧਿਆਨ ਛੱਡ ਕੇ ਕੇਵਲ ਗੁਰੂ ਸਾਹਿਬ ਦੀ ਜਿਹੜੀ ਕਿ ਸਰਵਉੱਚ ਸਥਾਨ ਦੀ ਜਿਹੜੀ ਮਰਿਆਦਾ ਨੂੰ ਕਾਇਮ ਰੱਖਣ ਲਈ ਸਿੱਖੀ, ਜਿਹੜੇ ਸਾਡੇ ਗਰੀਬ ਸਿੱਖ ਨੇ ਉਹਨਾਂ ਨੂੰ ਸੰਭਾਲਣ ਲਈ ਯਤਨ ਕਰਨੇ ਚਾਹੀਦੇ ਆ। ਮੈਂ ਕਾਣਕੇ ਸਾਹਿਬ ਨੂੰ ਕਹੂੰਗਾ ਇਹੋ ਜਿਹੇ ਸੁਝਾਅ ਜਿਹੜੇ ਹੈਗੇ ਆ ਜ਼ਰੂਰ ਰੱਖਣ ਉੱਤੇ। ਚਲੋ ਇਹ ਦਿੰਦੇ ਵੀ ਨੇ, ਪਰ ਕਹਿੰਦੇ ਹੁੰਦੇ ਸੱਚ ਬੋਲਣ ਵਾਲਾ ਜਿਹੜਾ ਉਹ ਜ਼ਿਆਦਾ ਰੜਕਦਾ ਹੁੰਦਾ। ਬਿਲਕੁਲ। ਇਹਨਾਂ ਨੇ ਆਫ ਏਅਰ ਮੇਰੀ ਗੱਲ ਹੋਈ ਸੀ ਜਦੋਂ ਮਿੱਠੂ ਸਿੰਘ ਕਾਣਕੇ ਨਾਲ, ਇਹਨਾਂ ਨੇ ਦੱਸਿਆ ਸੀ ਕਿ ਜਿਹੜੀ ਜ਼ਮੀਨਾਂ ਦੇ ਠੇਕੇ ਇਸ ਵਕਤ 65 ਹਜ਼ਾਰ ਤੱਕ ਚੱਲ ਰਹੇ ਆ ਜੀ, ਔਰ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ 12 ਹਜ਼ਾਰ ਤੇ ਚੜੀਆਂ ਹੋਈਆਂ ਜੀ। ਜੀ ਕਾਣਕੇ ਸਾਹਿਬ ਜੀ। ਬਿਲਕੁਲ, ਇਹਨਾਂ ਦਾ ਸੁਝਾਅ ਠੀਕ ਹੈ ਜੀ। ਅਸੀਂ ਇਹ ਸੁਝਾਅ ਦਿੱਤਾ ਸੀਗਾ ਕਿ ਆਪਾਂ ਨੂੰ ਦੁੱਧ ਮਤਲਬ ਆਪਾਂ ਨੂੰ ਘਿਓ ਹੈ ਜਿਹੜਾ ਉਹਦਾ ਵੀ ਆਪ ਹੀ ਪਲਾਂਟ ਲਾ ਕੇ, ਕਿਉਂਕਿ ਘਿਓ ਆਪਾਂ ਬੜੀ ਵੱਡੀ ਪੱਧਰ ਤੇ ਵਰਤੋਂ ਕਰ ਰਹੇ ਹਾਂ, ਇਸ ਲਈ ਇਹਦਾ ਪਲਾਂਟ ਲਾਉਣਾ ਚਾਹੀਦਾ ਹੈਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਤੇ ਇਸ ਗੱਲ ਦੀ ਵੀ ਮੰਗ ਕੀਤੀ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਕੋਈ ਜ਼ਮੀਨਾਂ ਦੀ ਆਪ ਕਲਟੀਵੇਟ ਕਰੇ ਤਾਂ ਜ਼ਿਆਦਾ ਜਿਹੜਾ ਹੈਗਾ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਹੈ, ਜ਼ਿਆਦਾ ਕਮਾਈ ਵੀ ਹੋ ਸਕਦੀ ਹੈ, ਜ਼ਿਆਦਾ ਕਮਾਈ ਵੀ ਹੋ ਸਕਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 85 ਜੀ ਗੁਰਦੁਆਰਾ ਸਾਹਿਬਾਨ, ਉਹਨਾਂ ਕੋਲ 13,000 ਏਕੜ ਤੋਂ ਵੱਧ ਜ਼ਮੀਨ ਹੈ ਪੰਜਾਬ ਦੇ ਵਿੱਚ ਜੀ। ਤੇ ਇਸ ਤੋਂ ਇਲਾਵਾ ਜਿਹੜੇ 87 ਦੇ ਗੁਰਦੁਆਰੇ ਨੇ, ਉਹਨਾਂ ਕੋਲੇ ਵੀ ਪੰਜਾਬ ਦੇ ਵਿੱਚ ਇੰਨੀ ਕੁ ਤੋਂ ਇਦੋਂ ਵੀ ਵੱਧ ਜ਼ਮੀਨ ਉਹਨਾਂ ਕੋਲੇ ਹੈਗੀ ਜੀ। ਤੇ ਉਹਨਾਂ ਦੀ ਗਿਣਤੀ ਵੀ 400 ਦੇ ਨੇੜੇ ਤੇ ਰਹੋ ਗੁਰੂ ਘਰਾਂ ਦੀ। ਤਾਂ ਹੈਰਾਨੀ ਦੀ ਗੱਲ ਇਹ ਹੈ ਵੀ ਇਹਨਾਂ ਦੇ ਵਿੱਚ ਜਿਹੜੇ ਜ਼ਮੀਨਾਂ ਦੇ ਠੇਕੇ ਨੇਗੇ ਜਿਹੜੇ ਉਹ ਬੜੇ ਨਿਰਭੂਰ ਚੱਲ ਰਹੇ ਨੇਗੇ। ਖਾਸ ਤੌਰ ਤੇ ਮਾਝੇ ਦੇ ਏਰੀਏ ਦੇ ਵਿੱਚ 4,500 ਏਕੜ ਜ਼ਮੀਨ ਹੈ ਜਿਹੜੀ, ਉਹਨਾਂ ਦਾ 20,000 ਤੱਕ ਹੀ ਮਤਲਬ ਪ੍ਰਤੀ ਏਕੜ ਜ਼ਮੀਨ ਦਾ ਠੇਕਾ ਚੱਲ ਰਿਹਾ, ਜਦੋਂ ਕਿ ਮਾਲਵੇ ਦੇ ਵਿੱਚ 70,000 ਨੂੰ ਵਿੱਚ 80,000 ਨੂੰ ਕਿੱਲਾ ਵੀ ਜ਼ਮੀਨ ਦਾ ਠੇਕਾ ਹੁਣ ਇਸ ਵਕਤ ਇਸ ਸਾਲ ਚੱਲ ਰਿਹਾ ਹੈਗਾ। ਅਸੀਂ ਇਹ RT ਇਨਫੋਰਮੇਸ਼ਨ ਰਾਹੀਂ ਸਾਰੀ ਗੱਲ ਪ੍ਰਾਪਤ ਕਰਕੇ ਪਿਛਲੇ ਅੱਜ ਤੋਂ 2 ਵਾਰੀ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਮੰਗ ਕੀਤੀ ਸੀ ਇਹਨਾਂ ਤੋਂ ਵੀ ਦੱਸੋ ਇਹ ਕਿਉਂ ਇਹ ਚੱਲ ਰਿਹਾ ਹੈਗਾ। ਮੈਂ ਜ਼ਮੀਨਾਂ ਦੇ ਵਿੱਚ ਮਾਝੇ ਦੀ ਜ਼ਮੀਨ ਹੈ, ਦੁਆਬੇ ਦੀ ਜ਼ਮੀਨ ਹੈ, ਉਹ ਮਾਲਵੇ ਨਾਲੋਂ ਤਕੜੀ ਹੈ। ਮਾਲਵੇ ਦੀ ਜ਼ਮੀਨ ਰੇਤਲੀ ਜ਼ਮੀਨ ਹੈ ਤੇ ਮਾਲਵੇ ਦੇ ਵਿੱਚ ਪਾਣੀ ਵੀ ਥੱਲੇ ਧਰਤੀ ਹੇਠਲਾ ਕੋਈ ਅੱਛਾ ਨਹੀਂ, ਚੰਗਾ ਨਹੀਂ ਹੈ, ਪ੍ਰੋਡਕਸ਼ਨ ਪ੍ਰਤੀ ਏਕੜ ਘੱਟ ਮਿਲਦੀ ਹੈ। ਤੇ ਫਿਰ ਜ਼ਮੀਨਾਂ ਦੇ ਜਿਹੜੇ ਹੈਗੇ ਠੇਕੇ ਉਹ 3 ਗੁਣਾ ਮਾਲਵੇ ਵਿੱਚ ਮਾਝੇ ਨਾਲੋਂ ਵਧਣਗੇ ਕਿਉਂ? ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦਾ ਇੰਨਾ ਅੰਤਰ ਕਿਉਂ ਹੈ ਦੱਸੋ। ਪਰ ਸਾਨੂੰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਕਿਸੇ ਨੇ ਕੋਈ ਉੱਤਰ ਨਹੀਂ ਦਿੱਤਾ। ਸਗੋਂ ਆਪਦੀਆਂ ਪ੍ਰੈਸ ਕਾਨਫਰੰਸਾਂ ਕਰਕੇ ਸਾਡੇ ਤੇ ਇਲਜ਼ਾਮ ਲਾਏਂਗੇ ਵੀ ਇਹ ਝੂਠ ਬੋਲਦੇ ਨੇ, ਗਲਤ ਕਹਿੰਦੇ ਨੇ। ਅਸੀਂ ਆਖਿਆ ਵੀ ਜੇ ਝੂਠ ਬੋਲਦੇ ਆ ਤਾਂ ਸਾਨੂੰ ਤਲਬ ਕਰ ਲਓ। ਸਾਡੇ ਕੋਲ ਆ ਇਨਫੋਰਮੇਸ਼ਨ ਹੈ, RT ਇਨਫੋਰਮੇਸ਼ਨ ਹੈ, ਜਿਹਨੂੰ ਉਧਾਰ ਮੰਨ ਕੇ ਅਸੀਂ ਤੁਹਾਨੂੰ ਕਹਿ ਰਹੇ ਹਾਂ। RT ਇਨਫੋਰਮੇਸ਼ਨ ਦੇ ਵਿੱਚ 2017-18 ਤੱਕ ਦੀ ਸਾਡੇ ਕੋਲ RT ਇਨਫੋਰਮੇਸ਼ਨ ਸਾਡੇ ਕੋਲ ਸੀਗੀ 10 ਸਾਲਾਂ ਦੀ। ਅਸੀਂ ਉਹਦੇ ਆਧਾਰ ਤੇ ਗੱਲ ਕੀਤੀ ਸੀ ਕਿ ਆਹ ਪੋਜੀਸ਼ਨ ਚੱਲ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਇਹਨੂੰ ਸੁਧਾਰੋ, ਇਹਦੀ ਲੋੜ ਹੈ ਤਾਂ ਕਿ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੱਡੇ ਕੰਮਕਾਰ ਕਰ ਸਕੇ ਮਨੁੱਖਤਾ ਦੇ। ਬਿਲਕੁਲ ਜੀ,
ਬਿਲਕੁਲ। ਵੇਖੋ ਤੁਸੀਂ ਮੇਰੇ ਕੋਲ ਜਿਹੜੇ ਆਪਣੇ ਸੱਚ ਹੁੰਦੇ ਨਹੀਂ, ਸੌਰੀ, ਦੂਸਰਾ ਹੈ ਜਿਹੜੇ ਰਾਧਾ ਸੁਆਮੀ ਹੈ, ਇੱਕ ਹਸਪਤਾਲ ਦੇ ਸਿਰ ਤੇ ਵੇਖੋ, ਹਾਲਾਂਕਿ ਉੱਥੇ ਵੀ ਉਹ ਕਮਾਈ ਕਰਦੇ ਨੇ, ਪਰ ਉਸ ਹਸਪਤਾਲ ਦਾ ਹੀ ਇੰਨੀ ਮਹਿਮਾ ਜਿਹੜੀ ਹੈ ਉਹ ਆਮ ਲੋਕਾਂ ਦੇ ਵਿੱਚ ਸੀ ਵੀ ਉਹ ਜਿਹੜਾ ਧਰਮ ਜਿਹੜਾ ਉਹਨਾਂ ਦਾ ਆਪਦਾ ਡੇਰਾ ਬਣਾਇਆ ਸੀ ਉਹ ਪ੍ਰਫੁੱਲਤ ਹੋਇਆ। ਲੇਕਿਨ ਸਾਡੇ ਜਿਹੜੇ ਅਸੀਂ ਐਡੀ ਵੱਡੀ ਤਾਦਾਦ ਦੇ ਵਿੱਚ ਹੈ, ਸਾਡੇ ਕੋਲ ਸਾਰਾ ਕੁਝ ਸਟਰਕਚਰ ਵੀ ਹੈਗਾ, ਦਾਨੀਆਂ ਦੀ ਵੀ ਕੋਈ ਕਮੀ ਨਹੀਂ ਗੀ, ਔਰ ਅਸੀਂ ਹਰ ਸਾਲ ਘਾਟੇ ਜਿੱਥੇ ਤੱਕ ਬਲਦੇਵ ਸਿੰਘ ਭਾਮ ਜੀ ਤੁਸੀਂ ਹਸਪਤਾਲ ਦੀ ਗੱਲ ਕੀਤੀ ਹੈ, ਇਹਦੇ ਮੁਕਾਬਲਤਨ ਨਾਲ ਹੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਸ਼ਨ ਵੱਲੋਂ ਹੈ ਜੀ, ਉੱਥੇ ਹਸਪਤਾਲ ਚੱਲ ਰਹੇਗਾ। ਉੱਥੇ ਮਤਲਬ ਉੱਥੋਂ ਦਾ, ਮੈਂ ਨਹੀਂ ਕਹਿੰਦਾ, ਉੱਥੋਂ ਦਾ ਜਿਹੜਾ ਹਲਕਾ ਇੰਚਾਰਜ ਹੈ ਦਲਵੀਰ ਸਿੰਘ ਗਿੱਲ, ਮੇਰਾ ਖਿਆਲ ਤਰਨਵੀਰ ਸਿੰਘ ਗਿੱਲ ਹੈ, ਉਹ ਵੀ ਇਲਜ਼ਾਮ ਲਾ ਰਿਹਾ ਵੀ ਇੰਨਾ ਮਹਿੰਗਾ ਇੱਥੇ ਇਲਾਜ ਚੱਲ ਰਿਹਾ ਹੈਗਾ, ਜਦੋਂ ਕਿ ਇਹ ਮਤਲਬ ਬਾਕੀ ਹਸਪਤਾਲਾਂ ਵਿੱਚ ਇਲਾਜ ਜਿਹੜਾ ਹੈਗਾ ਉਹ ਸਸਤਾ ਹੈਗਾ, ਇੱਥੇ ਇੰਨਾ ਮਹਿੰਗਾ ਕਿਉਂ ਹੈ, ਇੱਥੇ ਇੰਨੇ ਘਪਲੇ ਕਿਉਂ ਹੋ ਰਹੇ ਨੇਗੇ, ਇਹ ਉਹਨੇ ਕਈ ਵਾਰੀ ਇਲਜ਼ਾਮ ਲਾਏ ਨੇਗੇ। ਸੋ ਇਹ ਪੋਜੀਸ਼ਨ ਹੈ ਜਿਹੜੀ ਇਹ ਚੱਲ ਰਹੀ ਹੈ, ਕਿਉਂਕਿ ਉਹ ਸਭ ਕੁਝ ਟਰਸਟ ਦੇ ਅਧੀਨ ਕਰ ਰੱਖਿਆ ਇਹਨਾਂ ਨੇ। ਜਿੰਨੇ ਵੀ ਮੈਡੀਕਲ ਸਾਡੇ ਕਾਲਜ ਨੇਗੇ, ਇਹ ਜਿੰਨੇ ਵੀ ਇੰਜੀਨੀਅਰਿੰਗ ਕਾਲਜ ਨੇਗੇ, ਜਿੰਨਾ ਵੀ ਮਤਲਬ ਮੈਡੀਕਲ ਯੂਨੀਵਰਸਿਟੀ ਹੈ, ਇਹ ਸਾਰੇ ਇੱਕ ਟਰਸਟਾਂ ਅਧੀਨ ਚੱਲ ਰਿਹਾ। ਸਾਡੇ ਟਰਸਟ ਨੇ ਜਿਹੜੇ ਉਹ ਪ੍ਰਾਈਵੇਟ ਸ਼੍ਰੋਮਣੀ ਕਮੇਟੀ ਦਾ ਉਹਦਾ ਉੱਤੇ ਕੋਈ ਕਬਜ਼ਾ ਨਹੀਂ ਹੈ ਕਿਸੇ ਕਿਸਮ ਦਾ ਇਸ ਵਕਤ ਜੀ। ਤੇ ਹੈ ਗੁਰਦੁਆਰਾ ਸਾਹਿਬ ਦੀ ਜ਼ਮੀਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਲਾ ਕੇ ਬਿਲਡਿੰਗਾਂ ਉਸਰੀਆਂ ਨੇ, ਅਰਬਾਂ ਖਰਬਾਂ ਰੁਪਈਆ ਦਾ ਪੈਸਾ ਲੱਗ ਚੁੱਕਿਆ। ਬਿਲਕੁਲ ਬਿਲਕੁਲ। ਸੋ ਇਹ ਬਹੁਤ ਵੱਡੀਆਂ ਊਣਤਾਈਆਂ ਨੇ ਜਿਹੜੀਆਂ ਕਾਨੇਕੇ ਸਾਹਿਬ ਤੁਸੀਂ ਦੱਸੀਆਂ ਕਿ ਹਸਪਤਾਲਾਂ ਦੇ ਵਿੱਚ ਕੀ ਹੋ ਰਿਹਾ। ਮੈਂ ਤਾਂ ਪਿੱਛੇ ਜੇ ਦੇਖਿਆ, ਮੈਨੂੰ ਖੁਦ ਨੂੰ ਤਜਰਬਾ ਹੋਇਆ ਜਿਹੜਾ ਕਿ ਮੈਂ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿੱਚ ਨਾ ਮੈਂ ਪਾਠ ਬੁੱਕ ਕਰਵਾਇਆ ਸੀਗਾ। ਪਾਠ ਬੁੱਕ ਕਰਵਾਤਾ ਤੇ ਜਦੋਂ ਮੈਂ ਜਿਸ ਦਿਨ ਪਾਠ ਰੱਖਣਾ ਸੀ ਮੈਨੂੰ, ਕਿਉਂਕਿ ਉਹਦੇ ਪਰਚੀ ਦੇ ਉੱਤੇ ਲਿਖਿਆ ਜਾਂਦਾ ਵੀ ਇੰਨੀ ਤਰੀਕ ਨੂੰ ਪਾਠ ਇੰਨੇ ਵਜੇ ਰੱਖਿਆ ਜਾਣਾ, ਇੰਨੀ ਤਰੀਕ ਨੂੰ ਇੰਨੇ ਵਜੇ ਭੋਗ ਪੈਣਾ, ਔਰ ਮੈਂ ਉਹ ਬੁੱਕ ਕਰਵਾਇਆ। ਮੈਂ ਉਹਨਾਂ ਨੂੰ 6500 ਰੁਪਇਆ ਉਦੋਂ ਫੀਸ ਸੀਗੀ, ਮੈਂ 6500 ਰੁਪਇਆ ਜਮ੍ਹਾਂ ਕਰਵਾਤਾ। ਉਹਨਾਂ ਨੇ ਮੈਨੂੰ ਰਸੀਦ ਦੇਤੀ, ਉਹਦੇ ਮੁਤਾਬਕ ਬਣਦੀ ਸੀ ਵੀ 10 ਤਰੀਕ ਨੂੰ ਅਸੀਂ ਪਾਠ ਰੱਖਾਂਗੇ ਔਰ 12 ਨੂੰ ਭੋਗ ਪੈਣਾ। ਮੈਂ 9 ਤਰੀਕ ਨੂੰ ਉਹਨਾਂ ਕੋਲ ਗਿਆ, ਮੈਂ ਕਿਹਾ ਵੀ ਕੱਲ ਨੂੰ ਆਪਾਂ ਪਾਠ ਜਿਹੜਾ ਹੈ ਉਹ ਕਿੰਨੇ ਵਜੇ ਰੱਖਾਂਗੇ, ਵੀ ਅਸੀਂ ਹਾਜ਼ਰ ਹੋਣਾ ਚਾਹੁੰਦੇ ਹਾਂ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਤਾਂ ਉਹ ਜਿਹੜਾ ਪਾਠਾਂ ਦਾ ਜਿਹੜਾ ਇੰਚਾਰਜ ਸੀਗਾ ਉਹ ਮੈਨੂੰ ਵੇਖ ਕੇ, ਰਜਿਸਟਰ ਵੇਖ ਕੇ ਕਹਿੰਦਾ ਜੀ ਤੁਹਾਡਾ ਤਾਂ ਭੋਗ ਪੈ ਗਿਆ ਜੀ। ਕਹਿੰਦਾ, ਮੈਂ ਕਿਹਾ ਯਾਰ ਵੀ ਸਾਡਾ ਤਾਂ, ਮੇਰੇ ਕੋਲ ਰਸੀਦ ਹੈ ਵੀ ਇਹਦੇ ਉੱਤੇ ਲਿਖਿਆ ਹੋਇਆ ਵੀ 10 ਤਰੀਕ ਨੂੰ ਪਾਠ ਰੱਖਣਾ ਤੇ 12 ਨੂੰ ਭੋਗ ਪੈਣਾ। ਨਹੀਂ ਜੀ ਤੁਹਾਡਾ ਤਾਂ ਭੋਗ ਪਹਿਲਾਂ ਪੈ ਗਿਆ ਜੀ। ਕਹਿੰਦਾ, ਮੈਂ ਕਿਹਾ ਵੀ ਐਂ ਕਿਵੇਂ ਪੈ ਗਿਆ? ਅੱਛਾ, ਉਹ ਕਹਿੰਦਾ ਜੀ ਆਹ ਵੇਖੋ ਜੀ ਤੁਹਾਡੇ ਇੱਥੇ ਲਿਖਿਆ ਪਿਆ ਜੀ, ਉਹ ਤਾਂ ਭੋਗ ਪੈ ਗਿਆ ਜੀ, ਤੁਹਾਨੂੰ ਅਸੀਂ ਹੁਕਮਨਾਮਾ ਜਿਹੜਾ ਉਹ ਦੇ ਦਿੰਦੇ ਹਾਂ ਜੀ, ਤੇ ਬਸ ਹੋ ਗਿਆ ਜੀ। ਮੈਂ ਕਿਹਾ ਵੀ ਆਏ ਨਹੀਂ ਗੱਲ ਚੱਲਣੀ। ਮੈਂ ਮੈਨੇਜਰ ਸੀਗਾ ਕਰਨ ਸਿੰਘ, ਮੈਂ ਉਹਨੂੰ ਕਿਹਾ ਵੀ ਕਰਨ ਸਿੰਘ ਆ ਜਾ ਇੱਥੇ। ਉਹ ਮੈਨੇਜਰ ਵੀ ਆ ਗਿਆ। ਮੈਂ ਉਹਨੂੰ ਕਿਹਾ ਵੀ ਆਹ ਦੱਸੋ ਮੈਨੂੰ। ਮੈਂ ਕਿਹਾ ਕੀ ਹੈ? ਉਹ ਸ਼ਾਇਦ ਪਾਠਾਂ ਵਾਲਾ ਮੈਨੂੰ ਨਹੀਂ ਸੀ ਜਾਣਦਾ, ਔਰ ਉਹਨੇ ਜਦੋਂ ਕਰਨ ਸਿੰਘ ਕਹਿੰਦਾ ਵੀ ਨਹੀਂ ਕੋਈ ਨਹੀਂ ਜੀ ਮੈਂ ਦੇਖਦਾ ਜੀ, ਹਾਂ ਵੀ ਦੱਸੋ ਕੀ ਗੱਲ ਹੈ? ਉਹ ਕਹਿੰਦਾ ਜੀ ਇਹ ਤਾਂ ਭੋਗ ਪਹਿਲਾਂ ਪੈ ਗਿਆ ਜੀ, ਕਹਿੰਦਾ ਕਿ ਇਹ ਤਾਂ 5 ਤਰੀਕ ਨੂੰ ਹੀ ਪੈ ਗਿਆ ਸੀ। ਕਹਿੰਦਾ, ਮੈਂ ਕਿਹਾ ਵੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਪਾਠ ਦਾ ਭੋਗ ਕਿਵੇਂ ਪੈ ਗਿਆ, ਵੀ ਮੈਨੂੰ ਪਤਾ ਹੀ ਨਹੀਂਗਾ ਤੇ ਤੁਸੀਂ ਕਹਿੰਦੇ ਭੋਗ ਪੈ ਗਿਆ। ਔਰ ਉਸ ਤੋਂ ਬਾਅਦ ਉਹ ਜਦੋਂ ਚਲੋ ਮੈਂ ਕਿਹਾ ਵੀ ਉਹ ਕਹਿੰਦੇ ਵੀ ਅਸੀਂ ਜੀ ਹੁਣ ਤਾਂ ਕੁਝ ਨਹੀਂ ਕਰ ਸਕਦੇ। ਮੈਂ ਕਿਹਾ ਵੀ ਮੈਂ ਤਾਂ ਦੁਬਾਰਾ ਰਸੀਦ ਕਟਾਊਂ। ਕਹਿੰਦੇ ਪਾਠ ਦੁਬਾਰਾ ਕਰ ਦਿਆਂਗੇ ਜੀ। ਮੈਂ ਕਿਹਾ ਐਂ ਕਿਵੇਂ ਕਰ ਦਿਓ, ਮੈਨੂੰ ਕੀ ਪਤਾ ਵੀ ਤੁਸੀਂ ਕਿਹਦੇ ਵਿਚਾਰੇ ਨਾਲ ਹੋਰ ਨਾ ਧੱਕਾ ਕਰੋਗੇ। ਮੈਂ ਕਿਹਾ ਰਸੀਦ ਕੱਟੋ ਦੁਬਾਰਾ, ਮੈਨੂੰ ਟਾਈਮ ਦਿਓ ਨਵੇਂ ਸਿਰੇ, ਮੈਂ ਫਿਰ ਹਾਜ਼ਰ ਹੋਊਂਗਾ ਔਰ ਅਸੀਂ ਪਾਠ ਰਖਾਵਾਂਗੇ। ਉਹ ਅਸੀਂ ਜੀ ਉਹ ਉਦੋਂ ਤਾਂ ਕਹਿੰਦੇ ਵੀ ਕਰਨ ਸਿੰਘ ਕਹਿੰਦਾ ਵੀ ਤੁਸੀਂ ਜਾਓ ਜੀ, ਅਸੀਂ ਮਸਲਾ ਹੱਲ ਕਰਦੇ ਹਾਂ। ਉਹ ਬਾਅਦ 'ਚੋਂ ਰਜਿਸਟਰ ਲੈ ਕੇ ਮੇਰੇ ਕੋਲੇ ਮੇਰੇ ਆਫਿਸ ਆਏ ਔਰ ਉੱਥੇ ਆ ਕੇ ਤੇ ਮੇਰੇ ਤੋਂ ਸਾਈਨ ਕਰਵਾ ਕੇ ਤੇ ਮੈਨੂੰ 6500 ਦੀ ਨਵੀਂ ਰਸੀਦ ਦੇ ਗਏ। ਔਰ ਦੇਖੋ ਵੀ ਉਹ 6500 ਦੀ ਨਵੀਂ ਰਸੀਦ, ਇਸ ਤੋਂ ਪਹਿਲਾਂ ਜਿਹੜਾ ਮੇਰੀ 6500 ਦੀ ਕੱਟੀ ਸੀ ਰਸੀਦ, ਉਹਦਾ ਕੀ ਬਣਿਆ? ਠੀਕ ਹੈ, ਇਹਦਾ ਬਲਦੇਵ ਸਾਹਿਬ ਤੁਹਾਡੀ ਸੁਣਵਾਈ ਤਾਂ ਹੋ ਗਈ ਵੀ ਤੁਸੀਂ ਇੱਕ ਪੱਤਰਕਾਰ ਸੀਗੇ। ਮੈਂ ਦੱਸਣਾ ਜੀ, ਮੈਂ ਉੱਥੇ ਮੈਂ ਇਹਦੀ ਸ਼ਿਕਾਇਤ ਕੀਤੀ ਸ਼੍ਰੋਮਣੀ ਕਮੇਟੀ ਨੂੰ। ਮੈਂ ਕਿਹਾ ਵੀ ਆਹ ਦੱਸੋ ਕੀ ਹੋਇਆ? ਹਾਲਾਂਕਿ ਮੇਰਾ ਮਸਲਾ ਹੱਲ ਹੋ ਗਿਆ ਸੀ, ਪਰ ਮੈਂ ਤਾਂ ਸਿਸਟਮ ਨੂੰ ਵੀ ਸੁਧਾਰਨਾ ਸੀ ਨਾ। ਮੈਂ ਸ਼ਿਕਾਇਤ ਕੀਤੀ, ਉਹਦੀ ਪੜਤਾਲ ਹੋਈ ਤਾਂ ਜਿਹੜਾ ਪਾਠਾਂ ਦਾ ਇੰਚਾਰਜ ਸੀਗਾ ਉਹਦੇ ਕੋਲੋਂ ਆਪਦੀ ਰਸੀਦ ਬੁੱਕ ਮਿਲੀ ਜੀ। ਔਰ ਉਹ ਕੀ ਕਰਦਾ ਸੀ ਵੀ ਜਿਹੜੇ ਫੋਰਨ ਤੋਂ ਜਿਹੜੇ ਅਸੀਂ NRI ਲੋਕ ਨੇ ਉਹ 4-4 5-5 ਪਾਠ ਇਕੱਠੇ ਕਰਾ ਕੇ ਤੇ ਉਹਨਾਂ ਨੂੰ ਪੈਸੇ ਭੇਜ ਦਿੰਦੇ ਆ।
ਔਰ ਉਹ ਰਸੀਦਾਂ ਜਾਲੀ ਰਸੀਦਾਂ ਕੱਟ ਕੇ ਉਹਨਾਂ ਨੂੰ ਭੇਜ ਦਿੰਦੇ ਸੀ ਔਰ ਕੋਈ ਵੀ ਹੁਕਮਨਾਮਾ ਜਿਹੜਾ ਹੈ ਉਹ ਵਾਪਸ WhatsApp ਕਰ ਦਿੱਤਾ ਜਾਂਦਾ ਸੀਗਾ ਵੀ ਤੁਹਾਡਾ ਆਹ ਹੁਕਮਨਾਮਾ ਆਇਆ ਸੀ ਜੀ, ਪਾਠ ਦਾ ਭੋਗ ਪੈ ਗਿਆ। ਤੁਸੀਂ ਦੇਖੋ ਕਿੱਡੇ ਵੱਡੇ ਪੱਧਰ ਤੇ ਉਹ ਬੰਦਾ ਮੁੜ ਕੇ ਉਹ ਸਾਲ ਮੇਰੇ ਖਿਆਲ ਉਹਨੂੰ ਆਸੇ-ਪਾਸੇ ਜੇ ਕੀਤਾ, ਉਹ ਫਿਰ ਲਾ ਕੇ ਉੱਥੇ ਲੱਗ ਗਿਆ। ਪਤਾ ਨਹੀਂ ਕੀ ਇਸ ਤਰ੍ਹਾਂ ਤੁਸੀਂ ਤਾਂ ਮਿੱਠੂ ਸਿੰਘ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਣਗੇ ਅੰਦਰਲੇ ਸਿਸਟਮ ਜੀ। ਭੰਮ ਸਾਹਿਬ, ਮੁਲਾਜ਼ਮਾਂ ਦੇ ਵਿੱਚ ਬਹੁਤ ਸਰਦਾ ਘੱਟ ਹੈ ਜੀ। ਹੁਣ ਦੇਖੋ 15 ਮੁਲਾਜ਼ਮ ਹੁਣ ਫਸ ਗਏ ਐ ਕਰਪਸ਼ਨ ਕਰਦੇ। 15 ਮੁਲਾਜ਼ਮ 328 ਪਾਵਨ ਸਰੂਪਾਂ ਦੇ ਜਦੋਂ ਗੁੰਮਸ਼ੁਦਗੀ ਦਾ ਮਸਲਾ ਸਾਹਮਣੇ ਹੋਇਆ, ਉਹ ਵੀ 15 ਦੇ 17 ਮੁਲਾਜ਼ਮ ਸੀ। ਤੇ ਮਤਲਬ ਇਸ ਕਿਸਮ ਦੀ ਸਥਿਤੀ ਹੈ ਜਿਹੜੀ ਜੇ ਮੁਲਾਜ਼ਮ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਧਰਮ ਦਾ ਡਰ ਨਹੀਂ, ਭੌ ਨਹੀਂ ਇਹਨਾਂ ਨੂੰ, ਤੇ ਇਸ ਕਿਸਮ ਦੀ ਕਰਪਸ਼ਨ ਕਰ ਰਹੇ ਨੇਗੇ, ਤਾਂ ਹੋਰ ਕਰਪਸ਼ਨ ਹੈ ਜਿਹੜੀ ਹੋਰ ਪੱਧਰ ਦੀ ਕਰਪਸ਼ਨ ਆ ਉਹ ਦੇਖੋ ਕਿੰਨੀ ਹੁੰਦੀ ਹੋਊਗੀ। ਕਮਰਿਆਂ ਦੇ ਵਿੱਚ ਜਦੋਂ ਸ਼ਰਧਾਲੂ ਕਮਰੇ ਲੈਣ ਜਾਂਦੇ ਨੇ ਉਦੋਂ ਵੀ ਇਹ ਸੁਣਨ ਚ ਆ ਰਹੀ ਹੈ ਗੱਲਬਾਤ ਵੀ ਉੱਥੇ ਵੀ ਠੀਕ ਨਹੀਂ ਚੱਲ ਰਿਹਾ ਪ੍ਰਬੰਧ। ਸੋ ਪ੍ਰਬੰਧ ਦੇ ਵਿੱਚ ਸਾਰਾ ਹੀ ਲੜਖੜਾਇਆ ਹੋਇਆ ਹੈ ਇਹ ਜੀ। ਜੇ ਸ਼੍ਰੋਮਣੀ ਕਮੇਟੀ ਦੀ ਬੜੀ ਵੱਡੀ ਪੱਧਰ ਤੇ ਬਦਨਾਮੀ ਹੋ ਰਹੀ ਹੈ ਜੀ। ਜਿਵੇਂ ਖਾਲਸਾ ਜੀ ਨੇ ਆਖਿਆ ਜੀ, ਤੁਸੀਂ ਹੁਣ ਥੋੜਾ ਜਿਹਾ ਤਕੜੇ ਹੋ ਕੇ ਹੋਰ ਪਹਿਲਾਂ ਵੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਤੁਸੀਂ ਔਰ ਆਵਾਜ਼ ਬੁਲੰਦ ਕਰ ਰਹੇ ਹੋ, ਤੇ ਹੋਰ ਤਕੜੇ ਹੋ ਕੇ ਤੇ ਇਹ ਪ੍ਰਬੰਧਾਂ ਦੇ ਵਿੱਚ ਜਿਹੜੀ ਹੈ ਉਹ ਸੁਧਾਰ ਵਾਲੇ ਪਾਸੇ ਜ਼ਰੂਰ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਹੀ ਕੀਤਾ ਜਾ ਸਕਦਾ। ਕਿਉਂਕਿ ਜੇ ਅਸੀਂ ਵੇਖੀਏ ਤਾਂ ਧਿਆਨ ਤਾਂ ਸਾਡੇ ਪ੍ਰਧਾਨ ਜੀ ਦਾ ਹੈ ਵੀ PTC ਕਿਵੇਂ ਚੱਲਦਾ ਰੱਖਣਾ ਹੈ, ਠੀਕ ਹੈ। ਹਾਲਾਂਕਿ ਜ਼ਿੰਮੇਵਾਰੀ ਇਹ ਹੈ ਵੀ ਤੁਸੀਂ ਧਰਮ ਦਾ ਪ੍ਰਚਾਰ ਕਰਨਾ ਹੈ ਔਰ ਇਹਨੂੰ ਪ੍ਰਫੁੱਲਤ ਕਰਨਾ ਹੈ। ਅਸੀਂ ਬਾਕੀ ਧਰਮ ਦੇਖੋ ਵੀ ਕਿੱਥੋਂ ਦੀ ਕਿੱਥੇ ਪਹੁੰਚ ਗਏ। ਅਸੀਂ ਕਿਸੇ ਨੂੰ ਗੁਟਕਾ ਵੀ ਫ੍ਰੀ ਦੇਣ ਨੂੰ ਤਿਆਰ ਨਹੀਂ ਗਏ ਔਰ ਅਸੀਂ ਧਰਮ ਦਾ ਬਾਕੀ ਜੀ ਖਾਲਸਾ ਜੀ ਜਨਤਕ ਪ੍ਰੈਸ਼ਰ ਜ਼ਰੂਰੀ ਹੈ ਸੁਣਦਾ ਰਹਿ, ਕਿਉਂਕਿ ਆਪਣੇ ਤਜਰਬੇ ਵੀ ਕਾਫੀ ਨੇ। ਤੁਸੀਂ ਦੇਖੋ ਇੱਕ ਡੇਰੇ ਦੇ ਨਾਲ ਜੁੜਿਆ ਹੋਇਆ ਬੰਦਾ ਨੇ ਮੈਨੂੰ ਕਿਸ ਤਰੀਕੇ ਨਾਲ ਗੱਲ ਕੀਤੀ, ਕਹਿੰਦੇ ਅਸੀਂ ਗਏ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਕਮਰਾ ਤੁਹਾਨੂੰ ਇੱਥੇ ਮਿਲ ਜੂਗਾ ਪਰ 1 ਘੰਟਾ ਤੁਹਾਨੂੰ ਸਾਨੂੰ ਦੇਣਾ ਪੈਣਾ। ਡੇਰੇ ਵਾਲੇ ਕਹਿੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ, ਤੁਸੀਂ ਕਮਰਾ ਸਾਨੂੰ ਦਿਓ, ਇੱਥੇ ਰਹਿਣ ਨੂੰ ਦਿਓ, ਪਰ ਅਸੀਂ 1 ਘੰਟਾ ਕੀ 2 ਘੰਟੇ ਲੈ ਲਓ ਸਾਡੇ। ਜੇ ਮੰਨ ਲਓ ਉਹ ਕਮਰਾ ਵੀ ਦਿੰਦੇ ਨੇ ਡੇਰੇਦਾਰ, ਉਹ ਆਪਦਾ ਬੈਨੀਫਿਟ ਇਹ ਲੈਂਦੇ ਨੇ ਵੀ ਤੁਸੀਂ ਸਾਡੀ ਗੱਲ ਸੁਣੋ, ਸਾਡਾ ਉਪਦੇਸ਼ ਸੁਣੋ, 1 ਘੰਟਾ ਤੁਹਾਨੂੰ ਸੁਣਨਾ ਹੀ ਪੈਣਾ ਹੈ। ਤੇ ਸਾਡੇ ਕੋਲੇ SGPC ਮੁਲਾਜ਼ਮ ਵੀ ਸਾਰੇ ਉਹ ਨੇ ਜਿਹੜੇ ਸਿਫਾਰਸ਼ੀ ਭਰਤੀ ਕੀਤੇ ਹੋਏ ਨੇ। ਅਸੀਂ 500-400 ਨੌਕਰੀ ਦੀ ਲੋੜ ਹੀ ਹੈ ਨਹੀਂ, ਜਿਨ੍ਹਾਂ ਕੋਲੇ ਜ਼ਮੀਨਾਂ ਜਾਇਦਾਦਾਂ ਵਾਧੂ ਨੇ। ਅਸੀਂ ਉਹਨਾਂ ਦੇ ਵਿੱਚ ਧਰਮ ਕਿਵੇਂ ਪੈਦਾ ਕਰ ਦਾਂਗੇ? ਅਸੀਂ ਉਹਨਾਂ ਦੇ ਵਿੱਚ ਜਿਹੜੀ ਹੈ ਕਹਿੰਦੇ ਹੁੰਦੇ ਧੌਲ ਧਰਮ ਦਇਆ ਕਾ ਭੂਤ। ਜੇ ਮੰਨ ਲਓ ਉਹਨਾਂ ਦੇ ਵਿੱਚ ਮਾੜੀ ਮੋਟੀ ਦਇਆ ਹੀ ਨਹੀਂ ਹੈਗੀ ਤੇ ਉਹਨਾਂ ਦੇ ਵਿੱਚ ਮਾੜਾ ਮੋਟਾ ਡਰ ਭੌ ਹੀ ਹੈ ਨਹੀਂ ਗਿਆ ਗੁਰੂ ਸਾਹਿਬ ਦਾ, ਜੋ ਆਪਾਂ ਜਿਵੇਂ ਪਹਿਲਾਂ ਵੀ ਗੱਲਾਂ ਕਰਦੇ ਹਟੇ ਨੇ, ਮੰਨ ਲਓ ਲੰਗਰ ਦੇ ਵਿੱਚ 5 ਜਣਿਆਂ ਦੀ ਡਿਊਟੀ ਲਾਤੀ ਕਿ ਤੁਸੀਂ ਸੰਗਤ ਲਈ ਤੁਹਾਡੀਆਂ ਸੇਵਾਵਾਂ ਇੱਥੇ ਨੇ, ਤੁਸੀਂ ਲੰਗਰ ਛਕਾਉਣਾ ਹੈ। ਉਹ ਕਿਸੇ ਰਕਸ਼ਾ ਵਾਲੇ ਨੂੰ ਕਹਿੰਦੇ ਆ, ਉਹਦੇ ਵਿਚਾਰੇ ਨੇ 2 ਟਾਈਮ ਲੰਗਰ ਛਕਣਾ ਹੁੰਦਾ, ਉਹਨੂੰ ਕਹਿੰਦੇ ਵੀ ਤੂੰ 2 ਟਾਈਮ ਲੰਗਰ ਇੱਥੇ ਵਰਤਾਇਆ ਕਰ, ਤੇ ਆਪ ਚਲੇ ਜਾਂਦੇ ਨੇ ਵਰਲੋ ਤੇ ਉਹ ਸੇਵਾ ਕਰਦੇ ਨੇ। ਵੀ ਕਹਿਣ ਦਾ ਮਤਲਬ ਜਿੰਨਾ ਚਿਰ ਸਾਨੂੰ ਗੁਰੂ ਦਾ ਭੈ ਨਹੀਂ ਹੈਗਾ, ਜਿੰਨਾ ਚਿਰ ਅਸੀਂ ਗੁਰੂ ਦਾ ਅਦਬ ਨਹੀਂ ਕਰਦੇ, ਜਿੰਨਾ ਚਿਰ ਅਸੀਂ ਆਪਦੀ ਧਰਮ ਦੀ ਉਹ ਡੈਫੀਨੇਸ਼ਨ ਨੂੰ ਪ੍ਰਵਾਨ ਹੀ ਨਹੀਂ ਕੀਤਾ ਯਾਰ ਧਰਮ ਕੀ ਹੈ, ਜੇ ਠੱਗੀ ਮਾਰ ਕੇ ਜਾਂ ਡਿਊਟੀ ਤੋਂ ਕੁਤਾਹੀ ਕਰਕੇ ਜਾਂ ਗੁਰੂ ਘਰ ਦੇ ਵਿੱਚ ਘਪਲੇ ਕਰਨੇ ਆ ਤਾਂ ਫਿਰ ਉਹਨੂੰ ਸ਼ੈਤਾਨ ਹੀ ਕਿਹਾ ਜਾ ਸਕਦਾ। ਮੈਂ ਤਾਂ ਨਹੀਂ ਕਹਿੰਦਾ ਵੀ ਉਹ ਬੰਦਾ ਗੁਰੂ ਘਰ ਦੀ ਸੇਵਾ ਕਰਨ ਦੇ ਲਾਇਕ ਹੈਗਾ ਜੀ। ਜੀ ਸਹੀ ਪਰਿਭਾਸ਼ਾ ਤੁਹਾਡੀ ਇਹ। ਸੋ ਮਿੱਠੂ ਸਿੰਘ ਕਾਨਕੇ ਜੀ ਨੇ ਵੀ ਜਾਣਾ ਹੈ ਇਹਨਾਂ ਨੇ, ਕਿਉਂਕਿ ਕੈਨੇਡਾ ਆਏ ਹੋਏ ਨੇ ਔਰ ਕਿਸੇ ਪ੍ਰੋਗਰਾਮ ਤੇ ਜਾਣਾ ਸੀਗਾ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿੱਠੂ ਸਿੰਘ ਜੀ। ਅਸੀਂ ਫਿਰ ਤੁਹਾਡੀਆਂ ਸੇਵਾਵਾਂ ਲਵਾਂਗੇ ਬਾਅਦ ਚ ਜੀ। ਧੰਨਵਾਦ ਜੀ। ਵਾਹਿਗੁਰੂ ਖਾਲਸਾ ਫਤਿਹ ਜੀ। ਸੋ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤੁਸੀਂ ਸੁਣਿਆ ਕਿ ਮਿੱਠੂ ਸਿੰਘ ਕਾਨਕੇ ਨੇ ਜੋ ਕੁਝ ਸਾਨੂੰ ਜਾਣਕਾਰੀਆਂ ਦਿੱਤੀਆਂ, ਉਹ ਵਾਕਿਆ ਹੀ ਇਹ ਖਾਲਸਾ ਜੀ ਇਹ ਸਾਰੀਆਂ ਗੱਲਾਂ ਬਾਤਾਂ ਸੁਣ ਕੇ ਘਬਰਾਹਟ ਵੀ ਹੁੰਦੀ ਹੈ, ਸ਼ਰਮ ਵੀ ਆਉਂਦੀ ਹੈ ਵੀ ਅਸੀਂ ਕਿਸ ਗੁਰੂ ਦੇ ਪੁੱਤਰਾਂ ਜਿਹਨੇ ਆਪਦਾ ਸਾਰਾ ਪਰਿਵਾਰ ਵਾਰਤਾ। ਛੋਟੇ ਛੋਟੇ ਬੱਚੇ ਜਿਹੜੇ ਆ ਜਿਨ੍ਹਾਂ ਨੂੰ ਕੋਈ ਹੱਥ ਨਹੀਂ ਲਾਉਣ ਦਿੰਦਾ, ਉਹ ਬੱਚੇ ਜਿਹੜੇ ਆ ਆਪਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਦੇਖੇ ਆ। ਔਰ ਉਸ ਗੁਰੂ ਦੇ ਸਿੱਖ ਜਿਹੜੇ ਆ, ਉਸ ਗੁਰੂ ਦੇ ਪੁੱਤਰ ਜਿਹੜੇ ਅਸੀਂ ਆਪਦੇ ਆਪ ਨੂੰ ਅਖਾਉਣ ਆ, ਔਰ ਸਾਡੇ ਕਿਰਦਾਰ ਕਿੰਨੇ ਨੀਵੇਂ ਹੋ ਗਏ ਆ ਔਰ ਅਸੀਂ ਕਿਸ ਕਦਰ ਗਿਰ ਗਏ ਆ ਵੀ ਅਸੀਂ ਲੰਗਰ ਜਿਹੜਾ ਹੈ ਉਹ ਲੰਗਰ ਮੈਂ ਕਿ ਕਿਸੇ ਦੇ ਮੂੰਹ ਚੋਂ ਕੱਢਣ ਵਾਲੀ ਗੱਲ ਹੈ ਇਹ ਜਿਹੜੀ ਜਿਸ ਤਰ੍ਹਾਂ ਦੀ ਕਾਰਵਾਈ ਹੁਣ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ।
ਔਰ ਇਹ ਅਸੀਂ ਕਹਿ ਸਕਦੇ ਹਾਂ ਕਿਸੇ ਮੂੰਹ ਦੇ ਵਿੱਚੋਂ ਨਵਾਲਾ ਕੱਢਣਾ, ਚਾਹੇ ਉਹ ਪਸ਼ੂ ਦੇ ਕੱਢਿਆ ਗਿਆ ਹੋਵੇ, ਚਾਹੇ ਉਹ ਕਿਸੇ ਬੰਦੇ ਦੇ ਕੱਢਿਆ ਗਿਆ ਹੋਵੇ, ਲੇਕਿਨ ਹੈ ਬਹੁਤ ਸ਼ਰਮਨਾਕ ਗੱਲ ਸਾਡੇ ਪੂਰੀ ਕੌਮ ਦੇ ਵਾਸਤੇ। ਔਰ ਸਮਝ ਨਹੀਂ ਆਉਂਦੀ ਕਿ ਇਹਨਾਂ ਵਾਸਤੇ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਜੀ ਬਿਲਕੁਲ ਜੀ, ਕਾਫੀ ਸ਼ਰਮਸਾਰ ਹੋਣਾ ਪੈਂਦਾ ਹੈ, ਕਿਉਂਕਿ ਜਦੋਂ ਅਸੀਂ ਆਪਦੇ ਪੰਥ ਦੀਆਂ ਗੱਲਾਂ ਕਰਦੇ ਹਾਂ, ਜਦੋਂ ਅਸੀਂ ਗੱਲਾਂ ਕਰਦੇ ਹਾਂ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਕਿਸ ਤਰੀਕੇ ਨਾਲ ਜਦੋਂ ਸ਼ਹੀਦ ਕਰਨ ਦੀ ਵਾਰੀ ਆਈ ਸੀ, ਉਦੋਂ ਕਿਸ ਤਰੀਕੇ ਨਾਲ ਉਹਨਾਂ ਨੇ ਮੁਗਲ ਹਕੂਮਤ ਜਿਹੜੀ ਉਸ ਵੇਲੇ ਜਿਹੜੀ ਬੜੀ ਜਾਬਰ ਆਪਾਂ ਦੇਖਿਆ ਹੀ ਹੈ ਕਿਸ ਤਰੀਕੇ ਨਾਲ ਸ਼ਹਾਦਤਾਂ ਹੋਈਆਂ, ਤੇ ਉੱਥੇ ਆਪਦੀ ਅਣਖ ਦਾ ਪ੍ਰਗਟਾਵਾ ਕੀਤਾ। ਇਹ ਜਜ਼ਬਾ ਜਿਹੜਾ ਕੌਮ ਦਾ, ਜਿਹੜੀ ਸਪਿਰਿਟ ਅਸੀਂ ਬੱਚਿਆਂ ਦੇ ਵਿੱਚ ਭਰਨੀ ਸੀ, ਪਰ ਅੱਜ ਬੱਚੇ ਇਹ ਗੱਲਾਂ ਸੁਣ ਕੇ ਜਿਹੜੀਆਂ ਸਾਡੀ ਨਵੀਂ ਪੀੜ੍ਹੀ ਹੈਗੀ ਆ, ਉਹ ਕਿਸ ਤਰ੍ਹਾਂ ਸ਼ਰਮਸਾਰ ਹੁੰਦੇ ਹੋਣਗੇ ਵੀ ਜਿਨ੍ਹਾਂ ਦੇ ਹੱਥ ਵਾਗਡੋਰ ਆ ਗਈ ਹੈ, ਵੀ ਉਹ ਐਡੇ ਕੁ ਧਰਮੀ ਨੇ, ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਪਲੈਨਿੰਗਾਂ ਨੇ ਵੀ ਅਸੀਂ ਨਿੱਜੀ ਕਰਜ਼ਾ ਸਿਆਸੀ ਹਕਾਵਾਂ ਦੀ ਜਾਣੀ ਕਿ ਖੁਸ਼ਾਮਦ ਲਈ ਅਸੀਂ ਕਰੀ ਜਾਂਦੇ ਹਾਂ। ਗੁਰੂ ਲਈ ਕੌਣ ਕਰਦਾ ਹੈ, ਸੰਗਤ ਲਈ ਕੌਣ ਕਰਦਾ ਹੈ, ਸਾਡੇ ਕੌਮ ਲਈ ਕਿਉਂ ਨਹੀਂ ਕੁਛ ਕਰਦਾ? ਇਹ ਸਵਾਲ ਅੱਜ, ਕਿਉਂਕਿ ਉਹ ਸਮਾਂ ਜਿਹੜਾ ਲੰਘ ਚੁੱਕਿਆ ਜਦੋਂ ਕਿਸੇ ਖਬਰ ਦਾ ਕੋਈ 5-7 ਦਿਨਾਂ ਬਾਅਦ ਪਤਾ ਲੱਗਦਾ। ਹੁਣ ਤਾਂ ਤੁਰੰਤ ਜਿਹੜੀ ਹੈਗੀ ਆ ਉਹ ਇਨਫੋਰਮੇਸ਼ਨ ਜਿਹੜੀ ਆ ਬੰਦੇ ਦੇ ਹੱਥਾਂ 'ਚ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ, ਤੁਹਾਡੇ ਚੰਗੇ ਮਾੜੇ ਕੰਮ ਨਾਲ ਦੀ ਨਾਲ ਆ ਜਾਂਦੇ। ਜੇ ਮੰਨ ਲਓ ਕੋਈ ਇੱਕ ਨੈਰੇਟਿਵ ਬਣਾਇਆ ਵੀ ਗਿਆ ਹੈ ਤੇ ਉਹ ਨੈਰੇਟਿਵ ਤੋਂ ਬਚਣ ਲਈ ਤਾਂ ਸਾਨੂੰ ਯਤਨ ਤਾਂ ਕਰਨੇ ਚਾਹੀਦੇ ਨੇ। ਆਪਦੇ ਪ੍ਰਬੰਧ ਦੇ ਵਿੱਚ ਜਿਹੜੇ ਹੈਗੇ ਆ, ਇਹ ਕੌਮ ਨੂੰ ਅਹਿਸਾਸ ਨਾ ਹੋਵੇ, ਕਿਉਂਕਿ ਜੇ ਤਾਂ ਸਰਕਾਰ ਦੀ ਗੱਲ ਹੋਵੇ 5 ਸਾਲਾਂ ਬਾਅਦ ਕੋਈ ਨਹੀਂ ਹੋਰ ਆ ਜੂਗੀ, ਪਰ ਇੱਥੇ ਤਾਂ ਸਰਕਾਰ ਦੀ ਹੋਈ ਹੈ, ਸਿੱਖਾਂ ਨਹੀਂ ਪ੍ਰਬੰਧ ਕਰਨਾ। ਅੱਜ ਸਭ ਤੋਂ ਚਿੰਤਾ ਇਹ ਵੀ ਹੁੰਦੀ ਹੈ ਵੀ ਜਿੰਨੇ ਨਿਸ਼ਾਨੇ ਐਸਜੀਪੀਸੀ ਤੇ ਲੱਗ ਰਹੇ ਨੇ, ਜੋ ਸਿੱਖ ਲਾ ਰਹੇ ਨੇ, ਉਹਦਾ ਇਹ ਕਿਸ ਤਰ੍ਹਾਂ ਤਰੀਕੇ ਦੇ ਨਾਲ ਇਹ ਸਾਹਮਣਾ ਕਰਨਗੇ ਜਾਂ ਕਿਸ ਤਰੀਕੇ ਦੇ ਨਾਲ ਇਹ ਬਦਲਾਅ ਕਰਨਗੇ। ਆਉਣ ਵਾਲਾ ਸਮਾਂ ਜਿਹੜਾ ਹੈਗਾ ਵੀ ਕੀ ਪ੍ਰਬੰਧ ਸਾਡੇ ਸਿੱਖਾਂ ਕੋਲ ਹੀ ਰਹਿ ਜਾਊਗਾ ਕਿ ਜਾਂ ਉਹ ਸਿਸਟਮ ਦੇ ਵਿੱਚ ਕੋਲੇ ਚਲਾ ਜਾਊਗਾ ਜਿਹੜਾ ਪਹਿਲਾਂ ਹੀ ਸਿੱਖਾਂ ਨੂੰ ਪਾਉਣ ਨੂੰ ਤਿਆਰ ਹੋਇਆ ਖੜਾ ਹੈ। ਇਹ ਕਾਫੀ ਜਾਣੀ ਕਿ ਵੱਡੀਆਂ ਫਿਕਰ ਵਾਲੀ ਗੱਲ ਹੈ, ਵੱਡੀ ਫਿਕਰ ਵਾਲੀ ਗੱਲ ਹੈ, ਸੋਚਣਾ ਚਾਹੀਦਾ। ਇਹ ਬਹੁਤ ਚਿੰਤਾ ਦਾ ਵਿਸ਼ਾ ਜੀ। ਗੱਲ ਜਿਹੜੀ ਜੇ ਘੁਮਾ ਕੇ ਜਾਈਏ ਤੇ ਗੱਲ ਫਿਰ ਜਾ ਕੇ ਜਦੋਂ ਅੜਦੀ ਹੈ ਨਾ ਕਿਤੇ ਗਰਾਰੀ, ਜਦੋਂ ਤੁਰੀ ਜਾਵੇ, ਜਦੋਂ ਫਿੱਟ ਹੁੰਦੀ ਹੈ ਤੇ ਉਹ ਜਾ ਕੇ ਉਹ ਬਾਦਲ ਪਰਿਵਾਰ ਤੇ ਫਿੱਟ ਹੋ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਿੰਨੀਆਂ ਕੁਰਬਾਨੀਆਂ ਦੇ ਨਾਲ ਹੋਂਦ ਵਿੱਚ ਆਈ ਸੀਗੀ, ਇਹ 'ਚ ਕੋਈ ਸ਼ੱਕ ਨਹੀਂ, ਹਰ ਸਿੱਖ ਜਾਣਦਾ। ਔਰ ਜਿਸ ਤਰ੍ਹਾਂ ਜਿੰਨਾ ਨਿਘਾਰ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਪੰਥ ਦਾ ਹੋਇਆ, ਮੈਨੂੰ ਨਹੀਂ ਲੱਗਦਾ ਕੋਈ ਇੰਨਾ ਪਹਿਲਾਂ ਕਦੇ ਹੋਇਆ ਸੀ ਜਾਂ ਇੰਨਾ ਕੋਈ ਕਰ ਵੀ ਸਕਦਾ। ਭਵਿੱਖ 'ਚ ਵੀ ਮੇਰੇ ਖਿਆਲ ਕੋਈ ਇਹੋ ਜਿਹਾ ਨਹੀਂ ਹੋਊਗਾ, ਹੈ ਦਿਆ ਤਾਂ ਹਰੇਕ 'ਚ ਹੁੰਦੀ ਹੈ, ਪਰ ਇਹਨਾਂ ਨੇ ਜਮਾਂ ਹੀ ਧਰਮ ਵੀ ਵੇਚਤਾ ਜੀ, ਧਰਮ ਵੇਚਤਾ। ਔਰ ਜਿਸ ਤਰ੍ਹਾਂ ਦੀ ਇਹ ਜਿਹੜੇ ਕੱਪੜੇ ਜਿਹੜੇ ਸਾਹਮਣੇ ਆ ਰਹੇ ਆ ਨਾ ਖਾਲਸਾ ਜੀ, ਇਹਦੇ ਪਿੱਛੇ ਵੀ ਇੱਕ ਕਾਰਨ ਹੈ। ਕਾਰਨ ਇਹ ਹੈ ਵੀ ਇਹਦੇ ਪਿੱਛੇ ਜਿਹੜੇ ਮੁਲਾਜ਼ਮ ਜਿਹੜੀ ਜ਼ਿਆਦਾਤਰ ਭਰਤੀ ਹੈ ਉਹ ਸਾਡੇ ਜਿਹੜੇ ਐਸਜੀਪੀਸੀ ਮੈਂਬਰ ਹੈ ਉਹਨਾਂ ਦੇ ਪਰਿਵਾਰਾਂ ਦੇ ਹੈ, ਜਿਹੜਾ ਕਹਿੰਦੇ ਨਾ ਵੀ ਕੋਈ ਨਹੀਂ ਕੰਮ ਕਰਦਾ ਉਹਨੂੰ ਗੁਰਦੁਆਰੇ ਭਰਤੀ ਕਰਾ ਦਿਓ। ਠੀਕ ਹੈ ਜੀ। ਮੇਰੇ ਕੋਲੇ, ਮੈਂ ਖਾਲਸਾ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਸੁਣਾਉਣਾ। ਮੇਰੇ ਕੋਲੇ ਇੱਕ ਬੰਦਾ ਆਇਆ, ਯਾਰ ਦੋਸਤ ਸੀ ਮੇਰਾ, ਮੈਨੂੰ ਕਹਿੰਦਾ ਕਿ ਬਲਦੇਵ ਸਿੰਘ ਯਾਰ ਆਪਣੇ ਮੁੰਡੇ ਨੇ 10ਵੀਂ ਕਰ ਲਈ, ਕਹਿੰਦਾ ਤੇ ਇਹਨੂੰ ਗਾਂਹ ਕੀ ਕਰਾਈਏ। ਮੈਂ ਕਿਹਾ ਵੀ ਇਹਨੂੰ ਪੜ੍ਹਨ ਦੇ, 10ਵੀਂ ਦੀ ਅੱਜ ਕੱਲ੍ਹ ਕੀ ਵਕਤ ਹੈ, ਇਹਨੂੰ ਪੜ੍ਹਨ ਦਿਓ ਅੱਗੇ। ਉਹ ਕਹਿੰਦਾ ਕਿ ਨਹੀਂ ਯਾਰ ਪੜ੍ਹਦਾ ਪੁੜਦਾ ਮੈਨੂੰ ਨਹੀਂ ਦੱਸਦਾ, ਕਹਿੰਦਾ। ਸੋ ਮੈਂ ਕਿਹਾ ਵੀ ਨਹੀਂ ਪੜ੍ਹਦਾ ਦੱਸਦਾ ਬਈ ਇਹਨੂੰ ਕਿਤੇ ਕੰਮ ਕਾਰ ਤੇ ਲਾ ਦਿਓ, ਕੋਈ ਕੰਮ ਸਿੱਖ ਲਵੇ ਤੇ ਆਪਦਾ। ਨਹੀਂ ਇਹ ਕਿਹਨੇ ਕਾਹਦਾ ਸਿੱਖਣਾ, ਕਹਿੰਦਾ ਇਹ ਨਹੀਂ ਸਿੱਖ ਸਕਦਾ, ਕਹਿੰਦਾ। ਅੱਛਾ ਮੁੜ ਕੇ ਜੀ ਉਹ ਕਹਿੰਦਾ ਕਿ ਮੈਂ ਕਿਹਾ ਅੱਛਾ ਕੰਮ ਨਹੀਂ ਕਰ ਸਕਦਾ ਤੇ ਫਿਰ ਉਹਨੂੰ ਮੈਂ ਕਿਹਾ ਵੀ ਹੁਣ ਤਾਂ ਇਹੀ ਹੈ ਕੋਈ ਦੁਕਾਨਦਾਰੀ ਕੋਈ ਕਰਵਾ ਦਿਓ, ਜੇ ਕੰਮ ਸਿੱਖਿਆ ਨਹੀਂ ਜਾਂਦਾ ਤੇ ਦੁਕਾਨਦਾਰੀ ਕੁਝ ਕਿਤੇ ਸਟੋਰ ਸਟਾਰ ਜਿਹਾ ਬਣਾ ਦੇ ਛੋਟਾ ਜਿਹਾ, ਉੱਥੇ ਬੈਠਾ ਰਿਹਾ ਕਰੂਗਾ। ਨਹੀਂ ਕਹਿੰਦਾ ਇੰਨੇ ਜੋਗਾ ਵੀ ਹੈ ਨਹੀਂ, ਕਹਿੰਦਾ। ਅੱਛਾ ਮੈਂ ਕਿਹਾ ਫਿਰ ਤੂੰ ਚਾਹੁੰਦਾ ਕੀ ਹੈ? ਮੈਨੂੰ ਕਹਿੰਦਾ ਤੇਰੇ ਵਾਲਾ ਕੰਮ ਕਿਵੇਂ ਹੈ? ਮੇਰੇ ਵਾਲਾ ਕੰਮ ਮੈਂ ਸਮਝਿਆ ਵੀ ਮੇਰੀ ਇੱਕ ਸੋਨੇ ਦੀ ਦੁਕਾਨ ਵੀ ਸੀਗੀ, ਮੈਂ ਕਿਹਾ ਸ਼ਾਇਦ ਇਹਦੀ ਗੱਲ ਕਰਦਾ। ਮੈਂ ਕਿਹਾ ਯਾਰ ਇਹ ਤਾਂ ਬਹੁਤ ਮਹਿੰਗਾ ਕੰਮ ਹੈ, ਵੀ ਇੱਥੇ ਤਾਂ ਘੱਟੋ ਘੱਟ ਜੇ ਕੋਈ 2 ਕਿਲੋ ਸੋਨਾ ਲੈ ਕੇ ਬੈਠੋਗੇ ਤਾਂ ਉਹ ਵੀ ਵੇਖ ਲਾ ਵੀ ਕਿੰਨਾ ਮਹਿੰਗਾ ਹੋਊਗਾ ਤੇ ਉਹ ਬੜਾ ਔਖਾ ਕੰਮ ਹੈ।
ਨਹੀਂ ਮੈਂ ਕਿਹਾ ਇਹਦੀ ਨਹੀਂ ਗੱਲ ਕਰਦਾ, ਕਹਿੰਦਾ ਆ ਤੇਰੇ ਦੂਜੇ ਅਖਬਾਰ ਵਾਲੇ ਕੰਮ ਦੀ ਗੱਲ ਕਰਦਾ, ਕਹਿੰਦਾ ਮੈਂ ਪੱਤਰਕਾਰੀ ਵਾਲੀ। ਠੀਕ ਹੈ ਵੀ ਵੇਖੋ ਜਿਹੜਾ ਬੰਦਾ ਕੁਝ ਨਹੀਂ ਕਰ ਸਕਦਾ, ਜਿਹੜਾ ਬੰਦਾ ਕੁਝ ਨਹੀਂ ਕਰ ਸਕਦਾ ਉਹ ਕਹਿੰਦਾ ਪੱਤਰਕਾਰ ਬਣਾ ਦਿਓ। ਇਹੀ ਹਾਲ ਹੈ ਸਾਡੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ। ਉਹ ਕਹਿੰਦੇ ਜਿਹੜਾ ਮੁੰਡਾ ਨਿਕੰਮਾ ਹੈ, ਨਸ਼ੇੜੀ ਹੈ, ਜਿਹੜਾ ਕੁਝ ਨਹੀਂ ਕਰ ਸਕਦਾ ਉਹਨੂੰ ਗੁਰਦੁਆਰੇ ਭਰਤੀ ਕਰਵਾ ਦਿਓ। ਸੋ ਉਹ ਜਿਹੜੇ ਬੰਦੇ ਜਿਹੜੇ ਭਰਤੀ ਕੀਤੇ ਹੋਏ ਆ ਉਹਨਾਂ ਦੀ ਸੋਚ ਕਿਹੋ ਜਿਹੀ ਹੋਊਗੀ ਇਹ ਹੁਣ ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਹਾਂ। ਉਹਨਾਂ ਉਹੀ ਬੰਦੇ ਜਿਹੜੇ ਹੈ ਉਹ ਇਹ ਘਪਲਿਆਂ ਦੇ ਵਿੱਚ ਸ਼ਰੀਕ ਵੇਖ ਲਓ ਜੇ ਇਹਨਾਂ 'ਚ ਕੋਈ ਸ਼੍ਰੋਮਣੀ ਕਮੇਟੀ ਦਾ ਕੋਈ ਭਾਣਜਾ ਹੋਊਗਾ, ਕਿਸੇ ਦਾ ਭਤੀਜਾ ਹੋਊਗਾ, ਕਿਸੇ ਦਾ ਮੁੰਡਾ ਹੋਊਗਾ। ਇਹ ਉਹੀ ਸਾਰੇ ਜਿਹੜੇ ਹੈ ਵਿਦਿਅਕ ਅਦਾਰਿਆਂ ਦਾ ਵੀ ਇਹੀ ਹਾਲ ਹੈ ਇਹਨਾਂ ਦੀਆਂ। ਇਹਨਾਂ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਵੀ ਜਿਹੜੇ ਅਧਿਆਪਕ ਹੈ ਉਹ ਵੀ ਸਿਫਾਰਸ਼ੀ ਇਹਨਾਂ ਦੇ ਭਰਤੀ ਕੀਤੇ ਜਾਂਦੇ। ਜਿਹੜੇ ਸਹੀ ਹੁੰਦੇ ਉਹਨਾਂ ਨੂੰ ਜਵਾਬ ਦੇ ਦਿੰਦੇ ਇਹ, ਜਿਹੜੇ ਐਕਚੁਅਲੀ ਜਿਹੜੇ ਕੁਆਲੀਫਾਈਡ ਹੁੰਦੇ ਉਹਨਾਂ ਨੂੰ ਜਵਾਬ ਦੇ ਦਿੰਦੇ ਆ ਜੀ। ਬਿਲਕੁਲ ਬਿਲਕੁਲ ਬਿਲਕੁਲ। ਬਸ ਇਸੇ ਤਰ੍ਹਾਂ ਜਾਣੀ ਕਿ ਜਿਹੜਾ ਇਹਦਾ ਨੁਕਸਾਨ ਹੀ ਜਿਹੜਾ ਐਜੀਪੀਸੀ ਨੂੰ ਇਹੀ ਹੋ ਰਿਹਾ ਜੀ ਵੀ ਜੇਬ ਚੋਂ ਕੱਢਿਆ ਜੀ ਕੋਈ ਲੀਡਰ ਉਹਦਾ ਫੋਨ ਕਰਾਤਾ। ਕਿਉਂਕਿ ਕਈ ਵਾਰੀ ਤਾਂ ਹਾਲਾਤ ਇੱਥੋਂ ਬਣ ਜਾਂਦੇ ਨੇ ਜਿਹੜਾ ਮੁਲਾਜ਼ਮ ਦੇ ਉੱਤੇ ਉੱਪਰਲਾ ਅਧਿਕਾਰੀ ਹੁੰਦਾ ਉਹ ਕਈ ਵਾਰੀ ਉਹਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਕਿਉਂਕਿ ਉਹ ਜਿਹੜਾ ਥੱਲੇ ਵਾਲਾ ਮੁਲਾਜ਼ਮ ਹੁੰਦਾ ਉਹ ਜਦੋਂ ਐਸਜੀਪੀਸੀ ਦਾ ਕਿਸੇ ਦਾ ਮੈਂਬਰ ਐਗਜ਼ੈਕਟਿਵ ਮੈਂਬਰ ਦਾ ਜਾਂ ਕਿਸੇ ਲੀਡਰ ਦਾ ਫੋਨ ਕਰਾਉਂਦਾ ਤਾਂ ਉਹਨੂੰ ਸੱਭਿਅਕ ਭਾਸ਼ਾ ਵੀ ਨਹੀਂ ਯੂਜ਼ ਕੀਤੀ ਜਾਂਦੀ। ਸਾਡੇ ਕੋਲੇ ਕਈ ਗੱਲਾਂ ਕਰਦੇ ਹੁੰਦੇ ਨੇ ਵੀ ਮੈਂ ਯਾਰ ਕੀ ਕਰੀਏ, ਆ ਜਿਹੜਾ ਥੱਲੇ ਮੁਲਾਜ਼ਮ ਹੈ ਇਹਦੇ ਤੇ ਅਸੀਂ ਕਾਰਵਾਈ ਕਰਦੇ ਹਾਂ ਤਾਂ ਸਾਨੂੰ ਉੱਤੋਂ ਫੋਨ ਇਹੋ ਜਿਹੀ ਭਾਸ਼ਾ ਯੂਜ਼ ਕੀਤੀ ਜਾਂਦੀ ਹੈ ਜਿਹੜੀ ਕਿ ਇਹਦੇ ਨਾਲੋਂ ਫਿਰ ਅਸੀਂ ਕਹੀਦਾ ਚੱਲ ਭਾਈ ਜਿਵੇਂ ਕਰਦਾ ਕਰੀ ਜਾ, ਹੋਰ ਫਿਰ ਕੀ ਹੈ। ਪਰ ਇਹ ਚੀਜ਼ਾਂ ਜਿਹੜੀਆਂ ਨਾ ਸਾਨੂੰ ਜਿਹੜਾ ਇਹਦੇ ਵੱਲ ਹੀ ਧਿਆਨ ਦੇਣਾ ਪਊਗਾ ਕਿਉਂਕਿ ਸਿੱਖ ਜਿਹੜਾ ਉਹ ਸਿੱਖੀ ਤੋਂ ਬਿਨਾਂ ਗੁਰੂ ਵੱਲ ਕੋਈ ਵੀ ਉਂਗਲ ਉੱਠੇ ਬਰਦਾਸ਼ਤ ਨਹੀਂ ਕਰ ਸਕਦਾ। ਅੱਜ ਜੋ ਵੀ ਸਿਸਟਮ ਐਸਜੀਪੀਸੀ ਦੇ ਖਿਲਾਫ ਬਣਿਆ ਹੋਇਆ ਤੇ ਐਸਜੀਪੀਸੀ ਨੂੰ ਸੋਚਣ ਵਾਲੀ ਗੱਲ ਹੈ। ਉਸ ਤੋਂ ਜ਼ਿਆਦਾ ਸੋਚਣ ਵਾਲੀ ਗੱਲ ਉਹਨਾਂ ਸਾਡੀ ਸਿੱਖ ਕੌਮ ਲਈ ਵੀ ਹੈ ਵੀ ਅਸੀਂ ਇਕੱਲਾ ਜੇ ਇਹੀ ਕਰੀ ਜਾਵਾਂਗੇ, ਆਲੋਚਨਾ ਹੀ ਕਰੀ ਜਾਵਾਂਗੇ, ਅਸੀਂ ਉਹਨੂੰ ਸੰਭਾਲਣ ਲਈ ਆਪਦਾ ਉਹਨੇ ਪੱਕੇ ਪੈਰੀ ਵੀ ਸਾਨੂੰ ਆਉਣਾ ਪੈਣਾ। ਕਿਉਂਕਿ ਨਹੀਂ ਤਾਂ ਜਿਹੜੀਆਂ ਮੈਂ ਵਾਰ-ਵਾਰ ਕਹਿ ਰਿਹਾ ਜਿਹੜੀਆਂ ਤਾਕਤਾਂ ਮੂੰਹ ਅੱਡੀ ਖੜੀਆਂ ਨੇ ਸਿੱਖੀ ਦੀ ਹੋਂਦ ਨੂੰ ਜਾਣੀ ਕਿ ਖਤਮ ਕਰਨ ਦੇ ਲਈ ਇਹ ਉਹਨਾਂ ਦਾ ਵੇਲਾ ਆ ਜਾਣਾ ਜੇ ਅਸੀਂ ਨਾ ਸੰਭਲੇ। ਤਾਂ ਜੇ ਐਸਜੀਪੀਸੀ ਨੇ ਗਲਤੀਆਂ ਕੀਤੀਆਂ ਤਾਂ ਸਾਡੇ ਸਿੱਖਾਂ ਨੂੰ ਵੀ ਜਿਹੜਾ ਕਿ ਵਖਰੇਵੇਂ ਛੱਡ ਕੇ ਧੜੇਬੰਦੀਆਂ ਛੱਡ ਕੇ ਇਹ ਸਾਡੀ ਸਿੱਖੀ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ, ਨਾ ਕਿ ਕੇਵਲ ਆਲੋਚਨਾ। ਅੱਜ ਕੱਲ ਇੱਕ ਟ੍ਰੈਂਡ ਚੱਲਿਆ ਜਿਹਦੇ ਅੱਗੇ ਕੈਮਰਾ ਕਰ ਦੋ ਜੀ, ਬਸ ਉਹ ਬੁਲਾਰਾ ਬਹੁਤ ਤਕੜਾ ਹੈ ਪਰ ਉਹਦੇ ਪਿੱਛੇ ਕੀ ਹੈ, ਉਹਦੇ ਪਿੱਛੇ ਤਾਂ ਜੀ ਕੁਛ ਹੈ ਨਹੀਂ ਹੈ। ਜੇ ਤੁਹਾਡੇ ਕੋਲੇ ਇੰਨੀ ਸਮਰੱਥਾ ਹੀ ਹੈ ਨਹੀਂ ਤੁਸੀਂ ਕੋਈ ਪਲੈਨਿੰਗ ਤਾਂ ਕਰ ਲਓ। ਚਲੋ ਜਿੰਨਾ ਜ਼ੋਰ ਤੁਸੀਂ ਚੈਨਲਾਂ ਤੇ ਬੈਠ ਕੇ ਜਾਨੀ ਕਿ ਤੁਸੀਂ ਉਹ ਕਰਦੇ ਹੋ ਉਹਨਾਂ ਜ਼ੋਰ ਤੁਸੀਂ ਸਿਰ ਜੋੜ ਕੇ ਲਾ ਲਓ ਭਾਈ ਆਪਾਂ ਇਸ ਤਰੀਕੇ ਨਾਲ ਇਹਨੂੰ ਪੰਥ ਨੂੰ ਬਚਾ ਲਈਏ, ਇਹਦੀ ਜਿਹੜੀ ਛਵੀ ਵਿਗੜ ਰਹੀ ਹੈ ਉਹਨੂੰ ਰੋਕ ਸਕੀਏ ਇਸ ਗੱਲ ਨੂੰ। ਉਹ ਕਹਿੰਦਾ ਤੂੰ ਪਾਸੇ ਹਟ, ਮੈਨੂੰ ਫੜਾ ਕੇ ਨਾ ਮੈਂ ਚਲਾ ਕੇ ਵਿਖਾਉਣਾ ਤੈਨੂੰ ਬਸ, ਤੇ ਮਾਰਨੀ ਹੁਣੇ ਵੀ ਉਸੇ ਕੰਧ 'ਚ ਹੀ ਹੈ। ਠੀਕ ਹੈ ਨਾ। ਪਰ ਸਾਡੇ ਇੱਧਰਲੇ ਏਰੀਏ 'ਚ ਤੁਸੀਂ ਜਾਣਦੇ ਹੋ ਆਪਣੇ ਮੁਕਤਸਰ ਜ਼ਿਲ੍ਹੇ 'ਚ ਕਈ ਸੰਸਥਾਵਾਂ ਇਹੋ ਜਿਹੀਆਂ ਬਣੀਆਂ ਨੇ ਉਹ 20 ਮੈਂਬਰ ਨੇ ਤੇ 20 ਮੈਂਬਰਾਂ ਨੇ 20 ਜਥੇਬੰਦੀਆਂ ਬਣਾਈਆਂ ਹੋਈਆਂ। ਉਹ ਬਣਾਈਆਂ ਕਿਵੇਂ ਵੀ ਇੱਕ ਦਾ ਪ੍ਰਧਾਨ ਫਲਾਨਾ ਸੀ ਉਹ ਬਾਕੀ ਸਾਰੇ ਮੈਂਬਰ, ਦੂਜੇ ਦਾ ਪ੍ਰਧਾਨ ਫਲਾਨਾ ਸੀ ਉਹ ਬਾਕੀ ਸਾਰੇ ਮੈਂਬਰ। ਵੀ ਕਹਿਣ ਦਾ ਮਤਲਬ 20 ਬੰਦੇ ਆ ਤੇ 20 ਜਥੇਬੰਦੀਆਂ ਤੇ ਉਹ 20 ਜਥੇਬੰਦੀਆਂ ਯਾਨੀ ਕਿ ਉਹ 20 ਬੰਦੇ ਹੀ ਚਲਾਈ ਜਾਂਦੇ ਆ। ਵੀ ਕਹਿਣ ਦਾ ਮਤਲਬ ਵੀ ਅਖਬਾਰਾਂ ਦੇ ਵਿੱਚ ਪ੍ਰੈਸ ਨੋਟ ਦੇਤਾ ਜੀ, ਉਹਨਾਂ ਨੇ ਜਿਹੜੇ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਚੱਲੀ ਜਾਂਦਾ ਉਹ ਚੱਕ ਕੇ ਉਹਨਾਂ ਨੂੰ ਉਹ ਹਾਈਲਾਈਟ ਕਰ ਦੇਣਾ ਜੀ ਸਿਸਟਮ ਨੂੰ। ਥੋੜੇ ਦਿਨ ਬਸ ਉਹਨਾਂ ਦਾ ਦੋਰੀ ਹੁਲਕਾ ਚੱਲੀ ਜਾਂਦਾ ਜੀ। ਖਾਲਸਾ ਜੀ ਥੋੜੇ ਦਿਨ ਪਹਿਲਾਂ ਮੇਰੇ ਕੋਲ ਕਰਨੈਲ ਸਿੰਘ ਪੰਜੋਲੀ ਹੁਣੇ ਆਏ ਸੀਗੇ ਇੱਥੇ ਸਟੂਡੀਓ 'ਚ, ਔਰ ਮੈਂ ਉਹਨਾਂ ਨਾਲ ਗੱਲਬਾਤ ਜਦੋਂ ਕੀਤੀ ਤੇ ਮੈਂ ਕਿਹਾ ਵੀ ਪੰਜੋਲੀ ਸਾਹਿਬ ਵੀ ਬਾਦਲਾਂ ਨੇ ਬਹੁਤ ਖਰਾਬ ਕੀਤਾ ਕੰਮ। ਉਹ ਕਹਿੰਦਾ ਜੀ ਤੁਹਾਡੀ ਗੱਲ ਠੀਕ ਹੈ ਪਰ ਤੁਸੀਂ ਇਹ ਨਾ ਕਹੋ, ਕਹਿੰਦਾ ਵੀ ਬਾਦਲ ਇਹ ਨਹੀਂ ਹੈ ਵੀ ਕੋਈ ਉੱਥੋਂ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕਹਿੰਦਾ ਕਿ ਕੋਈ ਬੋਰੀਆਂ ਭਰ ਪੈਸੇ ਜਿਹੜੇ ਉਹਨਾਂ ਨੂੰ ਜਾਈ ਜਾਂਦੇ ਆ, ਇਹੋ ਜਿਹੀ ਗੱਲ ਹੈ ਨਹੀਂ ਜੀ। ਅੱਛਾ ਮੈਂ ਕਿਹਾ ਜੀ ਵੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਗਾ ਵੀ ਇਹ ਹੋ ਰਿਹਾ। ਉਹ ਕਹਿੰਦਾ ਨਹੀਂ ਜੀ ਨਹੀਂ ਇਹ ਤੁਹਾਨੂੰ ਵਹਿਮ ਹੈ ਜੀ। ਮੈਂ ਚਲੋ ਗੱਲਬਾਤ ਥੋੜੀ ਜਿਹੀ ਅੱਗੇ ਤੁਰੀ ਤੇ ਉਹ ਕਹਿੰਦੇ ਜੀ ਵੀ ਸਾਨੂੰ 10.5 ਕਰੋੜ ਕਿਸ ਚੋਂ ਮਤਲਬ ਮਿਲਿਆ ਮੁਆਵਜ਼ਾ ਸ਼੍ਰੋਮਣੀ ਕਮੇਟੀ ਨੂੰ। ਉਹ ਕਹਿੰਦੇ ਵੀ ਇਹ ਪੈਸੇ ਜਿਹੜੇ ਹੈ ਵੀ ਇਹਨੂੰ ਇੱਧਰ ਵਿੱਚ ਪਾ ਦਿਓ ਇਹਦੇ। ਉਹ ਕਹਿੰਦੇ ਵੀ ਨਹੀਂ ਇਹਦਾ ਆਪਾਂ ਵੀ ਕੋਈ ਵਿਦਿਅਕ ਅਦਾਰਾ ਕਾਇਮ ਕਰੀਏ, ਵੀ ਬਹੁਤ ਪੈਸੇ ਹੈਗੇ ਆ ਤੇ ਇਹਨਾਂ ਨੂੰ ਵਿਦਿਅਕ ਅਦਾਰਾ ਕਾਇਮ ਕਰ ਲਈਏ ਤੇ
ਉਹਦੇ ਨਾਲ ਬੜਾ ਭਲਾ ਹੋਊਗਾ, ਨਾਲੇ ਸ਼੍ਰੋਮਣੀ ਕਮੇਟੀ ਨੂੰ ਇਨਕਮ ਵੀ ਹੋਊਗੀ ਔਰ ਅਸੀਂ ਵਿਦਿਅਕ ਪੱਖ ਤੋਂ ਪਛੜ ਰਹੇ ਹਾਂ, ਸਾਨੂੰ ਜ਼ਰੂਰੀ ਹੈ। ਤੇ ਕਹਿੰਦੇ ਕਿ ਵੀ ਬੀਬਾ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਕਹਿੰਦੇ ਵੀ ਨਹੀਂ ਉੱਥੇ ਅਸੀਂ ਟੈਂਟ ਲਾਉਣਾ ਜਦੋਂ 350 ਸਾਲਾ ਸੀਗਾ ਔਰ ਉੱਥੇ ਟੈਂਟ ਲਾਉਣਾ, ਕਹਿੰਦੇ 12.5 ਕਰੋੜ ਰੁਪਏ ਦਾ ਟੈਂਟ ਲਵਾਇਆ ਸਾਡੇ ਤੋਂ, ਕਹਿੰਦੇ ਅਕਾਲੀ ਦਲ ਦੀ ਕਾਨਫਰੰਸ ਵਾਸਤੇ। ਠੀਕ ਹੈ ਜੀ, 12.5 ਕਰੋੜ ਰੁਪਈਆ ਕਹਿੰਦਾ, ਫਿਰ ਉਹ 10 ਕਰੋੜ ਉਹ ਤੇ 2 ਹੋਰ ਪਾਇਆ, 10.5 ਉਹ ਸੀਗਾ ਤੇ 12.5 ਕਰੋੜ ਰੁਪਏ ਦਾ ਅਸੀਂ ਟੈਂਟ ਲਵਾ ਕੇ ਦਿੱਤਾ। ਮੈਂ ਕਿਹਾ ਵੀ ਤੁਸੀਂ ਹੁਣੇ ਮੈਨੂੰ ਕਹਿੰਦੇ ਸੀ ਵੀ ਬਾਦਲਾਂ ਦੇ ਘਰੇ ਪੈਸੇ ਨਹੀਂ ਜਾਂਦੇ, ਉਹ ਦੱਸੋ ਕਿਵੇਂ ਜਾਂਦੇ ਆ 12.5 ਕਰੋੜ ਤੁਹਾਡੇ ਤੋਂ ਹੀ ਗਿਆ। ਠੀਕ ਹੈ ਨਾ, ਇਹਦਾ ਕੀ ਜਵਾਬ ਦਿਓਗੇ? ਕਹਿੰਦਾ ਜੀ ਇਹ ਤਾਂ ਮੈਂ ਤੁਹਾਡੀ ਗੱਲ ਸਹਿਮਤ ਹਾਂ, ਕਹਿੰਦਾ ਦੁਰਵਰਤੋਂ ਤਾਂ ਕਹਿੰਦਾ ਹੁੰਦੀ ਰਹੀ ਹੈ, ਉਹ ਬਲਕਿ ਗੱਲ ਬਦਲੀ, ਫਿਰ ਉਹਨੂੰ ਬਦਲਣੀ ਪਈ, ਉਹ ਆਪਣੀਆਂ ਗੱਲਾਂ ਦੇ ਵਿੱਚ ਹੀ ਉਹ ਗੱਲ ਦੇ ਵਿੱਚ ਥੱਲੇ ਆ ਗਏ। ਮਤਲਬ ਕਿ ਇਹ ਬਹੁਤ ਵੱਡੀਆਂ ਖੁਨਾਮੀਆਂ ਨੇ ਜਿਹੜੀਆਂ ਮਤਲਬ ਕਿ ਸਿੱਖ ਅਸੀਂ ਭੁਗਤ ਰਹੇ ਹਾਂ, ਸਾਡਾ ਧਰਮ ਜਿਹੜਾ ਉਹ ਪਛੜ ਰਿਹਾ। ਠੀਕ ਹੈ, ਔਰ ਤੁਸੀਂ ਦੇਖੋ ਵੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਜੀ ਜੀ ਬਿਲਕੁਲ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਹੁਣੇ ਹੁੰਦੇ ਸੀਗੇ, ਉਦੋਂ ਪਹਿਲਾਂ ਤਕਰੀਬਨ ਐਡੀ ਸ਼ਕਤੀਸ਼ਾਲੀ ਅਕਾਲੀ ਦਲ ਦੀ ਪਾਵਰ ਇੰਨੀ ਹੁੰਦੀ ਸੀ ਸਿੱਖ SGPC ਦੀ ਵੀ ਦਿੱਲੀ ਦੇ ਉਸ ਵੇਲੇ ਦੇ ਜਾਣੀ ਕਿ ਮੰਨ ਲਓ ਮੁੱਖ ਪ੍ਰਧਾਨ ਮੰਤਰੀ ਹੈ ਜਾਂ ਹੋਰ ਹੈ, ਉਹਨਾਂ ਨੂੰ ਗੱਲ ਮੰਨਣ ਲਈ ਮਜਬੂਰ ਹੋਣਾ ਪੈਂਦਾ ਸੀ। ਅੱਜ ਸਾਡੀ ਹਾਲਾਤ ਇਸ ਤਰ੍ਹਾਂ ਦੀ ਬਣ ਗਈ, ਅਸੀਂ ਜ਼ੋਰ ਰਾਜਨੀਤੀ ਤੇ ਲਾਤਾ, ਸਾਰਾ SGPC ਦਾ ਸਰਮਾਇਆ ਵੀ ਲਾਤਾ, ਤੁਸੀਂ ਕਹਿ ਰਹੇ ਹੋ ਵੀ ਟਰੈਂਟ ਲਾਤਾ 12 ਕਰੋੜ ਰੁਪਏ ਦਾ। ਅਸੀਂ ਇਹ ਚੀਜ਼ਾਂ ਲਾ ਕੇ ਵੀ ਅੱਜ ਆਪਦੀ ਉਹ ਪੈਸ ਜਿਹੜੀ ਆ ਉਹ ਕਾਇਮ ਨਹੀਂ ਰੱਖ ਸਕੇਗੇ। ਤੇ ਇਹਦੇ ਲਈ ਵਾਕਿਆ ਸੋਚਣ ਵਾਲੀ ਗੱਲ ਹੈ ਜੀ, ਕਿੱਥੇ ਅਸੀਂ ਖੜ ਗਏ ਹਾਂ, ਕਿੱਥੇ ਸਾਨੂੰ ਖੜਨਾ ਚਾਹੀਦਾ ਸੀ ਜਾਂ ਕਿੱਥੇ ਸਾਡਾ ਰੈਂਕ ਖਿਸਕ ਕੇ ਥੱਲੇ ਆ ਗਿਆ। ਅੱਜ ਕੱਲ੍ਹ ਸਾਨੂੰ ਕੋਈ ਪਛਾਣਦਾ ਹੀ ਨਹੀਂ। ਇੱਕ ਮੁੱਖ ਮੰਤਰੀ ਦੇਖੋ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਿਹਾ ਹੈਗਾ, ਨਹੀਂ ਤਾਂ ਕਿਤੇ ਪ੍ਰਧਾਨ ਮੰਤਰੀ ਦੀ ਹਿੰਮਤ ਨਹੀਂ ਸੀ ਹੁੰਦੀ ਸਿੱਖ ਕੌਮ ਪ੍ਰਤੀ ਕੋਈ ਇਸ ਤਰ੍ਹਾਂ ਦੇ ਲਫ਼ਜ਼ ਯੂਜ਼ ਕਰ ਜਾਂਦਾ। ਬਿਲਕੁਲ ਬਿਲਕੁਲ ਬਿਲਕੁਲ, ਇਹ ਸਾਡੀਆਂ ਕਮਜ਼ੋਰੀਆਂ ਕਰਕੇ ਹੀ ਹੈ ਨਾ ਜੀ, ਸਾਰਾ ਸਾਡੀਆਂ ਕਮਜ਼ੋਰੀਆਂ ਦਾ ਸਿੱਟਾ ਹੈ। ਹਾਂ, ਔਰ ਅਸੀਂ ਸਾਡੇ ਜਿਹੜੀ ਮਾੜੀ ਗੱਲ ਇਹ ਹੈ ਵੀ ਅਸੀਂ ਹਜੇ ਵੀ ਸੁਚੇਤ ਨਹੀਂ ਹੋ ਰਹੇ। ਅਸੀਂ ਹਾਲਾਂਕਿ ਇੱਕ ਪਾਸੇ ਅਸੀਂ ਡਰ ਪੈਦਾ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਗਲਤ ਹੱਥਾਂ ਚਲੀ ਜਾਊਗੀ, ਅਸੀਂ ਵੀ ਉਸ ਗੱਲ ਤੇ ਫਿਕਰਮੰਦ ਹੁੰਦੇ ਹਾਂ ਵੀ ਗਲਤ ਹੱਥਾਂ 'ਚ ਚਲੀ ਜਾਵੇ, ਇਹ ਨਾ ਹੋ ਜਾਏ। ਪਰ ਹੁਣ ਵੀ ਜਿਹੜੇ ਹੱਥਾਂ 'ਚ ਹੈ ਉਹ ਵੀ ਸੁਰੱਖਿਅਤ ਨਹੀਂ ਗੀ। ਬਹੁਤ ਵੱਡੀ ਗੱਲ ਤਾਂ ਇਹ ਨਾ ਵੀ ਅਸੀਂ ਜਾਂ ਤਾਂ ਕਹੀਏ ਵੀ ਚਲੋ ਇਹ ਇੰਨੇ ਸਿਆਣੇ ਹੋ ਜਾਣ ਤੇ ਚੱਜ ਨਾਲ ਚਲਾ ਲੈਣ, ਜੋ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਸ ਜ਼ਿੰਮੇਵਾਰੀ ਦੇ ਮੁਤਾਬਕ ਇਹ ਕੰਮ ਕਰ ਲੈਣ, ਪਰ ਇਹ ਖੁਦ ਵੀ ਕਰਨ ਨੂੰ ਤਿਆਰ ਨਹੀਂ ਹੈ ਜੀ। ਖਾਲਸਾ ਜੀ, ਸਾਡੇ ਕੋਲੇ ਸਿਰਫ 15 ਮਿੰਟ ਦਾ ਸਮਾਂ ਬਾਕੀ ਰਹਿ ਗਿਆ ਔਰ ਅਸੀਂ ਇਹ ਸਾਡਾ ਆਖਰੀ ਪੜਾਅ ਹੈ ਔਰ ਮੈਂ ਆਖਰੀ ਸਵਾਲ ਜਿਹੜਾ ਹੈ ਉਹ ਆਪਾਂ ਉਸ ਤੇ ਵਿਸਥਾਰ ਦੇਵਾਂਗੇ, ਤੁਹਾਡੇ ਤੋਂ ਵੀ ਉਮੀਦ ਕਰੂੰਗਾ। ਸੋ ਉਹ ਮਸਲਾ ਸੀਗਾ ਜੀ ਕਿ CM ਭਗਵੰਤ ਮਾਨ ਵਰਸਸ ਚਰਨਜੀਤ ਸਿੰਘ ਚੰਨੀ, ਜਿਹੜੇ ਸਾਬਕਾ CM ਨੇ ਸਾਡੇ, ਉਹਨਾਂ ਦਾ ਮਸਲਾ ਬਹੁਤ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਹੱਲ ਵੱਲ ਹੈਗਾ ਜਾਂ ਸਿਰਫ ਦੋਸ਼ ਪ੍ਰਤੀ ਦੋਸ਼ ਤੱਕ ਸੀਮਤ ਹੈ। ਔਰ ਇਸ ਦੌਰਾਨ ਜਿਹੜਾ CM ਚੰਨੀ ਨੇ ਉਹਨਾਂ ਨੂੰ ਘੇਰਨ ਦੀ ਭਗਵੰਤ ਮਾਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇੰਝ ਲੱਗਦਾ ਹੈ ਵੀ ਜਿਵੇਂ ਪੰਜਾਬ ਸਰਕਾਰ ਦੀ ਚੰਗਾ ਵੀ ਬਹੁਤ ਕਰ ਰਹੇ ਨੇ, ਪੰਜਾਬ ਸਰਕਾਰ ਬਹੁਤ ਚੰਗੇ ਕੰਮ ਵੀ ਕਰ ਰਹੀ ਹੈ। ਔਰ ਜੇ ਅਸੀਂ ਕਹਿ ਦਈਏ ਵੀ ਇਸ ਮਸਲੇ ਤੇ ਸਾਨੂੰ ਐਂ ਲੱਗਦਾ ਸੀਗਾ ਵੀ ਅੱਛਾ ਵੱਡੇ ਵੱਡੇ ਬੰਦਿਆਂ ਨੂੰ ਹੱਥ ਪਾ ਰਹੇ ਨੇ ਔਰ ਚੰਨੀ ਦੇ ਖਿਲਾਫ ਹੁਣ ਸ਼ਾਇਦ ਬੜੀਆਂ ਸਾਡੇ ਸੋਸ਼ਲ ਮੀਡੀਆ ਤੇ ਆਉਂਦੀਆਂ ਰਹਿੰਦੀਆਂ, ਚੰਨੀ ਜਾਣਗੇ ਅੰਦਰ, ਚੰਨੀ ਦਾ ਸਕੰਜਾ ਕੱਸਿਆ, ਚੰਨੀ ਦਾ ਐਂ ਹੋ ਗਿਆ, ਚੰਨੀ ਦਾ ਐਂ ਹੋ ਗਿਆ। ਪਰ ਹੁਣ ਜਿਹੜਾ ਮਸਲਾ ਜਦੋਂ ਬਾਹਰ ਆਇਆ ਤੇ ਮਸਲੇ ਦੇ ਵਿੱਚ ਪਤਾ ਲੱਗਿਆ ਵੀ ਇਹ ਕਾਨੂੰਨੀ ਤੌਰ ਤੇ ਤਾਂ ਕੁਝ ਹੋਇਆ ਹੀ ਨਹੀਂ, ਸਾਰਾ ਕੁਝ ਜੋ ਹੋਇਆ ਜ਼ਬਾਨੀ ਜਿਹੜਾ ਹੁਣ ਤੱਕ ਚੱਲਦਾ ਰਿਹਾ, ਤੇ ਇਹਨੂੰ ਗੱਲ ਚੱਲਦੀ ਨੂੰ ਮੇਰੇ ਖਿਆਲ 2 ਮਹੀਨੇ ਹੋ ਗਏ ਹੋਣੇ ਜੀ। 2 ਮਹੀਨਿਆਂ ਦੇ ਵਿੱਚ ਅਸੀਂ ਕਾਨੂੰਨੀ ਤੌਰ ਤੇ ਅਸੀਂ ਰਿਕਾਰਡ ਦੇ ਉੱਤੇ ਕਿਤੇ ਵੀ ਨਹੀਂ ਆਏ। ਠੀਕ ਹੈ, ਔਰ ਚਰਨਜੀਤ ਸਿੰਘ ਚੰਨੀ ਬਾਰੇ ਉਹ ਕੋਈ ਜਾਣਕਾਰੀ ਲੈਂਦੇ ਆ ਭਗਵੰਤ ਮਾਨ ਜੀ, ਉਹ ਟਵੀਟ ਕਰ ਦਿੰਦੇ ਆ ਜਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਤੇ ਮੁੜ ਕੇ ਚੰਨੀ ਜੀ ਉਹਦਾ ਜਵਾਬ ਦਿੰਦੇ ਰਹਿੰਦੇ ਆ। ਇਸ ਨਾਲ ਲੋਕਾਂ ਦਾ ਮਨੋਰੰਜਨ ਹੋ ਰਿਹਾ। ਮੈਂ ਸਮਝਦਾ ਜਿਹੜੀ ਕਾਨੂੰਨੀ ਕੋਈ ਗੱਲ ਬਣਦੀ ਹੈ, ਜੇ ਚੰਨੀ ਨੇ ਕੁਛ ਕੀਤਾ ਹੈ, ਕੋਈ ਗਲਤ ਕੀਤਾ ਹੈ ਤੇ ਟੰਗ ਦੇਣਾ ਚਾਹੀਦਾ ਜੀ। ਔਰ ਬਜਾਏ ਇਸ ਦੇ ਕਿ ਅਸੀਂ ਰਾਜਨੀਤਿਕ ਡਰਾਮੇ ਕਰੀਏ ਭਗਵੰਤ ਮਾਨ ਤੋਂ, ਸਾਨੂੰ ਇਹ ਉਮੀਦ ਨਹੀਂ ਜੀ। ਬਿਲਕੁਲ ਜੀ, ਜਿਹੜੀ ਹੁਣ ਪੋਲ ਖੁੱਲੀ ਹੈਗੀ ਹੈ, ਇੱਕ RTI ਐਕਟੀਵਿਸਟ ਨੇ ਉਹ ਵਿਜੀਲੈਂਸ ਨੂੰ ਇੱਕ RTI ਪਾਈ ਸੀ ਵੀ ਇਸ ਮਾਮਲੇ ਦੇ ਵਿੱਚ ਕੋਈ ਕੰਪਲੇਂਟ ਆਈ ਹੈ ਜਾਂ ਕਿਹਦੇ ਵੱਲੋਂ ਹੈਗੀ ਹੈ ਜਾਂ
ਕੀ ਕਾਰਵਾਈ ਹੋ ਰਹੀ ਹੈ। ਕੋਈ ਬਿਆਨ ਕਿਸੇ ਨੇ ਦਰਜ ਕੀਤੇ ਆ ਰਿਸ਼ਵਤ ਮੰਗਣ ਦੇ ਮਾਮਲੇ ਦੇ ਵਿੱਚ ਵੀ ਕਹਿੰਦੇ ਚੰਨੀ ਨੇ ਇੱਕ ਜਿਹੜਾ ਕ੍ਰਿਕੇਟਰ ਸੀਗਾ ਉਹਨੂੰ ਕਹਿੰਦੇ ਵੀ ਨੌਕਰੀ ਦਿਵਾਉਣ ਬਦਲੇ 2 ਉਂਗਲਾਂ ਕਰਕੇ 2 ਕਰੋੜ ਰੁਪਇਆ ਮੰਗਿਆ ਸੀ। ਪਰ ਜਿਹੜਾ RTI ਦੇ ਵਿੱਚ ਜਵਾਬ ਦਿੱਤਾ ਗਿਆ ਮਾਨਕ ਗੋਇਲ ਨੂੰ, ਉਹਨੇ ਇਹ ਲਿਖਿਆ ਵੀ ਇਸ ਤਰ੍ਹਾਂ ਦੀ ਨਾ ਹੀ ਕੋਈ ਨੁਕਤਾ ਉਹਨਾਂ ਦੇ ਕੋਲ ਆਇਆ, ਨਾ ਹੀ ਕੋਈ FIR ਦਰਜ ਹੋਣ ਦੀ ਕੋਈ ਰਿਕਾਰਡ ਦੇ ਵਿੱਚ ਸਾਡੇ ਮੌਜੂਦ ਹੈ। ਤੋ ਇਹ ਇੱਕ ਜਿਸ ਤਰੀਕੇ ਦੇ ਦੋਸ਼ ਭਗਵੰਤ ਮਾਨ ਤੇ ਲੱਗਦੇ ਹੈ ਵੀ ਇਹ ਥੋੜੇ ਜਿਹੇ ਕਾਹਲੇ ਪੈ ਕੇ ਜਾਂ ਉਸ ਤਰ੍ਹਾਂ ਦੀ ਪੋਲਿਟਿਕਸ ਕਰਦੇ, ਜਿਹੜੀ ਕਿ ਇੱਕ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਬੋਲਣਾ ਨਹੀਂ ਚਾਹੀਦਾ। ਬਿਲਕੁਲ ਉਹ ਸਾਬਤ ਹੁੰਦੇ ਨੇ। ਜੇ ਕਿ ਸਰਕਾਰ ਨੇ ਪ੍ਰੈਸ ਕਾਨਫਰੰਸ ਦੇਖੋ, ਮੁੱਖ ਮੰਤਰੀ ਜ਼ਿੰਮੇਵਾਰ ਇੱਕ ਸੂਬੇ ਦਾ ਹੁੰਦਾ ਹੈ, ਉਹਨੂੰ ਜੋ ਗੱਲ ਕਹਿੰਦਾ ਲੋਕ ਉਹਨੂੰ ਕਾਫੀ ਗੰਭੀਰਤਾ ਨਾਲ ਉਮੀਦ ਵੀ ਰੱਖਦੇ ਨੇ। ਬਿਲਕੁਲ। ਪਰ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਹੋਇਆ, ਜਦੋਂ ਉਹਨਾਂ ਨੇ ਦੋਸ਼ ਪ੍ਰੈਸ ਕਾਨਫਰੰਸ ਕਰਕੇ ਸਪੈਸ਼ਲ ਲਾਏਗੇ ਵੀ ਚੰਨੀ ਨੇ ਇਸ ਤਰ੍ਹਾਂ ਐ ਕੀਤਾ, ਉਹ ਕੀਤਾ, ਜੋ ਕੀਤਾ, ਪਰ ਵਿਜੀਲੈਂਸ ਦੇ ਕੋਲੇ ਨਾ ਹੀ ਇਹਦੀ ਕੋਈ ਸ਼ਿਕਾਇਤ ਗਈ ਹੈ ਤੇ ਨਾ ਹੀ ਕੋਈ ਕਾਰਵਾਈ ਸਰਕਾਰ ਵੱਲੋਂ ਕੀਤਾ ਗਿਆ। ਪਰ ਦੂਜੇ ਪਾਸੇ ਜੇ ਉਸ ਵਕਤ ਜਿਹੜੇ ਹਾਲਾਤ ਚਰਨਜੀਤ ਸਿੰਘ ਚੰਨੀ ਫੈਮਿਲੀ ਦੇ ਬਣੇ ਜਾਂ ਚੰਨੀ ਦੇ ਬਣੇ ਸੀਗੇ, ਤਾਂ ਉਹਨਾਂ ਨੇ ਆਪਦੇ ਇਲਾਕੇ ਦੇ ਚਮਕੌਰ ਸਾਹਿਬ, ਜਿਹੜਾ ਸਾਹਿਬਜ਼ਾਦਾ ਦੀ ਸ਼ਹਾਦਤ ਦੀ ਧਰਤੀ, ਉੱਥੇ ਜਾ ਕੇ ਅਰਦਾਸ ਕਰਕੇ ਹੀ ਪਹਿਲੀ ਗੱਲ ਆ ਉਹ ਕਲੀਅਰ ਕਰਤਾ ਸੀ ਵੀ ਇਸ ਤਰ੍ਹਾਂ, ਕਿਉਂਕਿ ਵੈਸੇ ਤਾਂ ਜਿਹੜੇ ਪੋਲੀਟੀਕਲ ਲੋਕ ਆ ਉਹਨਾਂ ਦੇ ਲੋਕ ਘੱਟ ਵਿਸ਼ਵਾਸ ਕਰਦੇ ਨੇ ਵੀ ਇਹ ਦੋਵਾਂ ਵੀ ਝੂਠੀਆਂ ਖਾ ਜਾਂਦੇ ਨੇ। ਪਰ ਜੋ ਉਹਨਾਂ ਦੀਆਂ ਉੱਥੇ ਭਾਵਨਾਵਾਂ ਜਾਂ ਹਾਵ ਭਾਵ ਸੀਗੇ ਅਰਦਾਸ ਕਰਨੀ, ਉਹ ਤੋਂ ਲੱਗਦਾ ਸੀ ਵੀ ਚਰਨਜੀਤ ਸਿੰਘ ਚੰਨੀ ਬਿਲਕੁਲ ਸੱਚੀ ਅਰਦਾਸ ਜਿਹੜੀ ਆ ਉਹ ਕਰ ਰਹੇ ਆ। ਪਰ ਹੁਣ ਤਾਂ ਕਲੀਅਰ ਹੀ ਹੋ ਗਿਆ ਵੀ ਜੇ ਸਰਕਾਰ ਨੇ ਕਾਰਵਾਈ ਕਰਨੀ ਨਹੀਂ ਸੀਗੀ ਤੇ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਹੀ ਸਾਰਾ ਕੁਝ ਕੀਤਾ ਗਿਆ ਸੀਗਾ, ਤਾਂ ਇਹਦੇ ਨਾਲ ਬਿਲਕੁਲ ਭਗਵੰਤ ਮਾਨ ਦੀ ਜਿਹੜੀ ਸ਼ਖਸੀਅਤ ਲੋਕਾਂ ਦੇ ਵਿੱਚ ਉਹਨਾਂ ਨੇ ਆਪਦੀ ਇੱਕ ਛਵੀ ਬਣਾਈ ਹੈ। ਚਾਹੇ ਉਹ ਕਹਿੰਦੇ ਹੁੰਦੇ ਆ ਕੇਂਦਰ ਦੀ ਭਾਸ਼ਾ ਦੇ ਵਿੱਚ ਕਹਿ ਦਈਏ ਵੀ ਫਰੀ ਦੀਆਂ ਰਿਉੜੀਆਂ ਵੰਡ ਕੇ ਬਣਾਈ ਹੈ, ਪਰ ਇਸ ਤਰ੍ਹਾਂ ਦੀ ਉਹਨਾਂ ਨੂੰ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਜੋ ਤੁਸੀਂ ਲੈ ਕੇ ਹੀ ਨਹੀਂ ਆਏ ਉਹ ਚੀਜ਼ ਨੂੰ, ਵਿਜੀਲੈਂਸ ਨੂੰ ਤੁਸੀਂ ਕਾਰਵਾਈ ਕਰਨ ਲਈ ਨਹੀਂ ਲਿਖਿਆ, ਤਾਂ ਇਹਦੇ ਨਾਲ ਭਗਵੰਤ ਮਾਨ ਦੀ ਜਿਹੜੀ ਛਵੀ ਆ ਉਹ ਬਿਲਕੁਲ ਲੋਕਾਂ ਨੇ ਯਾਨੀ ਕਿ ਜਿਸ ਤਰੀਕੇ ਨਾਲ ਵਿਰੋਧੀ ਨਿਸ਼ਾਨੇ ਲਾਉਂਦੇ ਆ ਵੀ ਇਹ ਗੱਲਾਂ ਵਾਲਾ ਹੀ ਮੁੱਖ ਮੰਤਰੀ ਜਾਂ ਚੁਟਕਲੇ ਸੁਣਾਉਣ ਵਾਲਾ, ਅੱਜ ਇਸ ਮਾਮਲੇ 'ਚ ਇਹ ਚੀਜ਼ ਸਾਬਤ ਹੋਈ ਹੈ। ਜੇ ਇਸ ਤਰ੍ਹਾਂ ਇਹ ਗੱਲ ਸਹੀ ਹੈ, ਕਿਉਂਕਿ ਗੁਰਸੇਵਕ ਸਿੰਘ PPS ਜਿਹੜੇ ਉਹਦੇ ਦਸਤਖਤ ਨੇ, ਸੰਯੁਕਤ ਡਾਇਰੈਕਟਰ ਨੇ, ਉਹਨਾਂ ਨੇ ਜਿਹੜੀ ਹੈ RTI ਦੀ ਇਹ ਕਾਪੀ ਜਿਹੜੀ ਮਾਨਕ ਗੋਇਲ ਨੂੰ ਦਿੱਤੀ, ਉਹਦੇ ਵਿੱਚ ਕਿਹਾ ਵੀ ਇਸ ਤਰ੍ਹਾਂ ਦਾ ਕੋਈ ਨਾ ਤਾਂ ਕੋਈ ਮਾਮਲਾ ਦਰਜ ਕਰਨ ਲਈ ਆਇਆ ਕਿ ਤੇ ਨਾ ਹੀ ਕਾਰਵਾਈ ਹੋਈ ਹੈ। ਬਿਲਕੁਲ। ਸੋ ਖਾਲਸਾ ਜੀ, ਇਹ ਰਾਜਨੀਤੀ ਬੜੀ ਗੰਭੀਰਤਾ ਮੰਗਦੀ ਹੈ। ਪੰਜਾਬ ਦੀ ਵਾਗਡੋਰ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥਾਂ 'ਚ ਹੈ। ਪੰਜਾਬ ਬੜੇ ਲੰਬੇ ਸਮੇਂ ਤੋਂ ਸਫ਼ਰ ਕਰ ਰਿਹਾ ਹੈ ਔਰ ਬਹੁਤ ਸੰਕਟ ਦੇ ਵਿੱਚ ਹੈ, ਇਹ 'ਚ ਕੋਈ ਸ਼ੱਕ ਨਹੀਂ ਗਾ। ਔਰ ਹਾਂ, ਚਾਹੇ ਆਰਥਿਕ ਰੂਪ 'ਚ ਲੈ ਲਓ, ਚਾਹੇ ਸਮਾਜਿਕ ਰੂਪ 'ਚ ਲੈ ਲਓ, ਚਾਹੇ ਸਾਡੇ ਰਾਜਨੀਤਿਕ ਪਲੇਟਫਾਰਮ 'ਤੇ ਲੈ ਲਓ, ਸਾਰੇ ਪਾਸੇ ਸੰਕਟ ਜਿਹੜਾ ਹੈ ਉਹ ਬਹੁਤ ਵੱਡਾ ਹੈ। ਅਜਿਹੇ ਸਮੇਂ ਭਗਵੰਤ ਸਿੰਘ ਮਾਨ ਨੂੰ, ਜੇ ਇੱਕ ਆਮ ਘਰ ਦੇ ਮੁੰਡੇ ਨੂੰ ਜੇ ਇੰਨਾ ਵਧੀਆ ਮੌਕਾ ਮਿਲਿਆ ਤੇ ਉਹਨੂੰ ਬਹੁਤ ਗੰਭੀਰਤਾ ਨਾਲ ਇਸ ਨੂੰ ਲੈਣਾ ਚਾਹੀਦਾ ਹੈ, ਕਿਉਂਕਿ ਇਹ ਰਾਜਨੀਤੀ ਜਿਹੜੀ ਹੈ ਜਾਂ ਜਿਹੜੇ ਅਹੁਦੇ ਤੇ ਬੈਠੇ ਨੇ, ਇਹ ਮਤਲਬ ਹਾਸ ਵਿਅੰਗ ਦੀ ਕੋਈ ਸਟੇਜ ਨਹੀਂ ਹੈ। ਹਰੇਕ ਮਸਲੇ ਨੂੰ ਸਨਸਨੀਖੇਜ ਬਣਾ ਕੇ ਤੇ ਸਿਰਫ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਉਹ ਮਾਈਲੇਜ ਲੈਣ ਵਾਸਤੇ ਹੀ ਇਹ ਕੀਤੀ ਜਾ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ ਗਾ। ਔਰ ਇਹ ਮਸਲੇ ਜਿਹੜੇ ਹੈ ਇਹ ਗੰਭੀਰਤਾ ਮੰਗਦੇ ਆ। ਅਸੀਂ ਆਸ ਕਰਦੇ ਹਾਂ ਭਗਵੰਤ ਮਾਨ ਦੀ ਸਰਕਾਰ ਤੋਂ, ਪੰਜਾਬ ਦੇ ਲੋਕ ਆਸ ਕਰਦੇ ਆ ਵੀ ਹੁਣ ਜਿਹੜਾ ਸਿਸਟਮ ਆਮ ਆਦਮੀ ਦੀ ਸਰਕਾਰ ਬਣੀ ਹੈ ਤੇ ਸਿਸਟਮ ਜਿਹੜਾ ਹੈ ਉਹ ਆਮ ਆਦਮੀ ਦੇ ਪੱਖ 'ਚ ਚੱਲੂਗਾ। ਭਗਵੰਤ ਸਿੰਘ ਮਾਨ ਕਹਿੰਦੇ ਸੀ ਮੈਂ ਜਿਸ ਦਿਨ ਪਹਿਲੇ ਦਿਨ ਬੈਠੂਗਾ ਇਹਨਾਂ ਤੇ ਮੇਰਾ ਹਰਾ ਪੈਨ ਚੱਲੂਗਾ। ਹਰੇ ਪੈਨ ਦਾ ਬੜਾ ਜ਼ਿਕਰ ਹੋਇਆ ਕਰਦਾ ਸੀਗਾ। ਉਹ ਹਰਾ ਪੈਨ ਜਿਹੜਾ ਹੈ ਉਹ ਮਤਲਬ ਕਿ ਗੰਭੀਰਤਾ ਨਾਲ ਚੱਲਣਾ ਚਾਹੀਦਾ, ਨਾ ਕਿ ਅਸੀਂ ਡਰਾਮੇ ਕਰੀਏ ਜਾਂ ਅਸੀਂ ਕੋਈ ਅਜਿਹਾ ਕੁਛ ਕਰੀਏ ਜਿਹਦੇ ਨਾਲ ਅਸੀਂ ਕਹਿ ਸਕਦੇ ਹੋਈਏ ਵੀ ਸਾਡੇ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਇਉਂ ਲੱਗੇ ਵੀ ਇਹ ਮਸਖਰਾ ਹੈ। ਕਿਉਂਕਿ ਮਸਕਰਾ ਹੋਣ ਦਾ ਮਤਲਬ ਹੈ ਵੀ ਉਹਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਓ। ਜਦੋਂ ਸਾਡੇ ਜਿਹੜੇ ਮੀਰ ਆਲਮ ਹੁੰਦੇ ਸੀ, ਜਿਨ੍ਹਾਂ ਨੂੰ ਅਸੀਂ ਮਰਾਸੀ ਵੀ ਕਹਿੰਦੇ ਹੁੰਦੇ ਸੀ,
ਉਹ ਕਿਸੇ ਨੂੰ ਵੀ ਕੋਈ ਗੱਲ ਕਹਿ ਜਾਂਦੇ ਸੀ, ਉਹ ਮਸਕਰਾ ਕਰਕੇ ਤੇ ਉਹਦੀ ਗੱਲ ਨੂੰ ਕੋਈ ਗੰਭੀਰਤਾ ਨਾਲ ਨਹੀਂ ਸੀ ਲੈਂਦਾ। ਅਗਲਾ ਕਹਿੰਦਾ ਸੀ ਇਹਨਾਂ ਨੇ ਕੋਈ ਗੱਲ ਨਹੀਂ, ਇਹਨੇ ਹਾਸੇ ਨਾਲ ਕਹਿਤਾ, ਮਰਾਸੀ ਤਾਂ ਫਿਰ ਐਂ ਕਰਦੇ ਹੁੰਦੇ। ਸੋ ਜੇ ਸਾਡਾ ਸੀਐਮ ਵੀ ਉਹ ਮਰਾਸੀਆਂ ਵਾਲੇ ਕੰਮ ਕਰਕੇ ਤੇ ਗੱਲ ਨੂੰ ਅਧੂਰਾ ਛੱਡੂਗਾ, ਜਿਹੜੀ ਹੈ ਬਣਦੀ ਕਾਰਵਾਈ ਨਹੀਂ ਕਰੂਗਾ, ਤਾਂ ਫਿਰ ਅਸੀਂ ਜਿਹੜੇ ਸੁਧਾਰ ਦੀ ਆਸ ਲਾ ਕੇ ਬੈਠੇ ਹਾਂ, ਜਿਹੜੇ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ ਦੀ ਅਸੀਂ ਆਸ ਲਾ ਕੇ ਬੈਠੇ ਹਾਂ, ਉਹ ਕਿਵੇਂ ਪੂਰੀ ਹੋਊਗੀ? ਜੀ ਬਿਲਕੁਲ ਜੀ, ਜਿਸ ਤਰੀਕੇ ਦੇ ਨਾਲ ਹੁਣ ਸਰਕਾਰ ਚੱਲ ਰਹੀ ਹੈਗੀ ਹੈ, ਸਰਕਾਰ ਠੀਕ ਹੈ ਕਈ ਮੁੱਦਿਆਂ ਦੇ ਉੱਤੇ, ਕਿਉਂਕਿ ਸਰਕਾਰਾਂ ਦਾ ਕੰਮ ਜਿਹੜਾ ਹੈਗਾ ਉਹ ਲੋਕਾਂ ਨੂੰ ਆਪਦੇ ਵੱਲ ਆਪਦੀਆਂ ਨੀਤੀਆਂ ਤੋਂ ਜਾਣੂ ਕਰਾ ਕੇ ਨੀਤੀਆਂ ਤੋਂ ਪ੍ਰਭਾਵਿਤ ਕਰਨਾ ਹੁੰਦਾ ਹੈ। ਠੀਕ ਹੈ, ਬਿਜਲੀ ਵਾਲੇ ਮਾਮਲੇ 600 ਯੂਨਿਟ ਵਾਲੇ ਮਾਮਲੇ 'ਚ ਬਿਲਕੁਲ ਲੋਕ ਪ੍ਰਭਾਵਿਤ ਹੋਏ ਨੇ। ਜੇ ਬੱਸ ਕਿਰਾਇਆਂ ਦੀ ਗੱਲ ਲੈ ਲਈਏ ਔਰਤਾਂ ਲਈ, ਉਹ ਵੀ ਪ੍ਰਭਾਵਿਤ ਹੋਏ ਨੇ। ਹੁਣ ਪਾਣੀ ਦੀ ਗੱਲ ਲੈ ਲਈਏ ਤਾਂ ਬਿਲਕੁਲ ਇਹ ਚੀਜ਼ਾਂ ਬਿਲਕੁਲ ਪ੍ਰਭਾਵਿਤ ਕਰਦੀਆਂ ਨੇ। ਪਰ ਇਹਨਾਂ ਚੀਜ਼ਾਂ ਨੂੰ ਵੀ ਲੋਕ ਇਹ ਕਹਿੰਦੇ ਵੀ ਇਹ ਤਾਂ ਸਾਡਾ ਅਧਿਕਾਰ ਨੇ, ਟੈਕਸ ਪੇਅਰ ਦਾ ਪੈਸਾ ਤੁਹਾਡੇ ਕੋਲ ਆਉਂਦਾ, ਤੁਸੀਂ ਸਾਨੂੰ ਵੰਡਦੇ ਹੋ, ਸਕੀਮਾਂ ਦੇ ਤਹਿਤ ਵੰਡਦੇ ਹੋ, ਇਹਦੇ ਵਿੱਚ ਤੁਸੀਂ ਕਿਹੜਾ ਘਰੋਂ ਲੈ ਕੇ ਦਿੰਦੇ ਹੋ? ਤੁਸੀਂ ਕਿਹੜਾ ਜਿਵੇਂ ਬਾਦਲਾਂ ਵੇਲੇ ਵਰਤਦੇ ਸੀ, ਉਹ ਕਿਹੜਾ ਬਾਲਾਸਰ ਦੀ ਕਣਕ ਵੇਚ ਕੇ ਲਾਉਂਦੇ ਸੀ, ਜਾਂ ਬਾਦਲ ਪਿੰਡ ਦੀ ਜਿਹੜੀ ਚੋਂ ਕਣਕ ਵੇਚ ਕੇ ਜਾਂ ਝੋਨਾ ਵੇਚ ਕੇ ਜਾਂ ਲਾਉਂਦੇ ਸੀ ਲੋਕਾਂ ਤੇ? ਉਹ ਵੀ ਤਾਂ ਲੋਕਾਂ ਦੇ ਟੈਕਸ ਪੇਅਰ ਦਾ ਪੈਸਾ ਲੈ ਕੇ ਆਪ ਐਸ਼ਪ੍ਰਸਤੀ ਸਰਕਾਰਾਂ ਦੇ ਵਿੱਚ। ਇਹਨਾਂ ਦੇ ਪ੍ਰਸ਼ੰਸਕ ਜਿਹੜੇ ਨਾ ਜੀ, ਉਹ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੋਤੀ ਮਹਿਲ ਦੇ ਵਿੱਚੋਂ ਦਿੱਤਾ ਹੈ, ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੋਤੀ ਮਹਿਲ ਚੋਂ ਦਿੱਤਾ, ਤੇ ਨਾ ਹੀ ਇਹਨਾਂ ਨੇ ਕੋਈ ਆਪਦੇ ਪਿਤਾ ਜੀ ਦੀ ਪੈਨਸ਼ਨ ਦੇ ਵਿੱਚੋਂ ਕੋਈ ਲੋਕਾਂ ਨੂੰ ਦੇ ਰਹੇ ਨੇ। ਇਹ ਲੋਕਾਂ ਦੀ ਜੇਬਾਂ ਚੋਂ ਪੈਸੇ, ਇਹੀ ਟ੍ਰਿਕ ਹੁੰਦੇ ਨੇ, ਸਿਆਸੀ ਲੋਕਾਂ ਕੋਲੇ ਹੁੰਦੇ ਨੇ। ਕੁਝ ਸਮੇਂ ਲਈ ਪ੍ਰਭਾਵਿਤ ਜ਼ਰੂਰ ਕਰ ਸਕਦੇ ਨੇ, ਪਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਪੋਲੀਟੀਕਲ ਮਾਈਲੇਜ ਲੈਣ ਵਾਸਤੇ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਸਤੇ, ਜਾਂ ਆਪਣੇ ਜਿਹੜੇ ਵਿਰੋਧੀ ਨੂੰ ਨੀਵਾਂ ਦਿਖਾਉਣ ਵਾਸਤੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋਗੇ ਤਾਂ ਬਿਲਕੁਲ ਤੁਹਾਡੀ ਜਿਹੜੀ ਛਵੀ ਆ ਉਹ ਉਸ ਤਰੀਕੇ ਦੀ ਨਹੀਂ ਰਹੂਗੀ। ਜੇ ਪੰਜਾਬ ਦੀ ਅੱਜ ਦੇਖੀਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਨਾ ਆਮ ਆਦਮੀ ਪਾਰਟੀ ਹੈ। ਇੱਕ ਬੰਦਾ ਜਿਹੜਾ ਪਹਿਲਾਂ ਇੱਕ MLA ਵਿਧਾਇਕ ਹੈ, ਉਹਦੇ ਕੋਲ ਠੀਕ ਹੈ 2 ਗਨਮੈਨ ਨੇ, ਜਦੋਂ ਮੰਤਰੀ ਬਣ ਜਾਂਦਾ ਉਹਦੇ ਕੋਲ 15-20 ਦੇ ਗਨਮੈਨ। ਮਤਲਬ ਕੀ ਹੈ ਜੀ? ਆਸੇ ਪਾਸੇ ਉਹਦੀਆਂ ਜਿਪਸੀਆਂ ਲਾਉਣੀਆਂ। ਇਹੀ ਕੁਝ ਤਾਂ ਅਕਾਲੀ ਕਾਂਗਰਸੀਆਂ ਦੇ ਅੱਗੇ ਲੱਗਦੀਆਂ ਰਹੀਆਂ। ਫਿਰ ਤੁਸੀਂ ਆਮ ਆਦਮੀ ਪਾਰਟੀ ਦੇ ਆਮ ਬੰਦੇ ਹੋ ਸਕਦੇ ਹੋ ਤੁਸੀਂ। ਤੋ ਇਹ ਚੀਜ਼ਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਦਾ ਅਹਿਸਾਸ ਕਰਾਉਣਾ ਪਊਗਾ। ਇਹਨਾਂ ਗੱਲਾਂ ਨਾਲ ਇਹਨਾਂ ਨੂੰ ਪੋਲੀਟੀਕਲ ਮਾਈਲੇਜ ਨਹੀਂ ਮਿਲਣੀ, ਇਹਨਾਂ ਨੂੰ ਤਾਂ ਆਮ ਆਦਮੀ ਬਣਨਾ ਹੀ ਪੈਣਾ, ਤਾਂ ਲੋਕ ਜਿਹੜੇ ਇਹਨਾਂ ਤੇ ਵਿਸ਼ਵਾਸ ਜਿਹੜਾ ਉਹ ਕਰਨਗੇ ਜੀ। ਸੋ ਜਿਸ ਤਰ੍ਹਾਂ ਇਹ ਮਸਲਾ ਚੰਨੀ ਦਾ ਮਸਲਾ ਹੈ, ਉਹਦੇ ਵਿੱਚ ਜਿਵੇਂ ਕ੍ਰਿਕਟਰ ਨੂੰ ਪੇਸ਼ ਕੀਤਾ ਗਿਆ ਔਰ ਉਹਨਾਂ ਤੋਂ ਜੋ ਕੁਝ ਅਖਵਾਇਆ ਗਿਆ, ਉਹਨਾਂ ਦੇ ਆਖਣ ਨਾਲੋਂ ਜ਼ਿਆਦਾ ਭਗਵੰਤ ਸਿੰਘ ਮਾਨ ਨੇ ਆਪ ਆਖਿਆ ਇਹਨਾਂ ਨੇ ਐਂ ਕੀਤਾ ਸੀ, ਉਹਨਾਂ ਨੂੰ ਤਾਂ ਸਿਰਫ ਉਹਨਾਂ ਦਾ ਹਾਮੀ ਭਰਾਉਂਦੇ ਸੀ। ਪੱਤਰਕਾਰ ਸਵਾਲ ਕਰਦੇ ਸੀ, ਜਦੋਂ ਪੱਤਰਕਾਰ ਸਵਾਲ ਕਰਦੇ ਸੀ ਤਾਂ ਉਹਦੇ ਫਾਦਰ ਸਾਹਿਬ ਜਾਂ ਉਹ ਇਹ ਕਹਿ ਰਹੇ ਸੀ ਵੀ ਅਸੀਂ ਦੱਸ ਚੁੱਕੇ ਇਹਨਾਂ ਨੂੰ, ਆਪਣੇ ਮੁੱਖ ਮੰਤਰੀ ਸਾਹਿਬ ਨੂੰ ਦੱਸ ਚੁੱਕੇ ਆ। ਹਾਂ, ਗਾ ਸਟੋਰੀ ਕਿਵੇਂ ਸੁਣਾਉਣੀ ਹੈ ਹੁਣ ਇਹਨਾਂ ਨੂੰ ਪਤਾ ਹੈ। ਭਗਵੰਤ ਮਾਨ ਹਾਂ ਬਿਲਕੁਲ ਜ਼ਿਆਦਾ ਉਹ ਸੁਣੇ, ਉਹਨਾਂ ਨੇ ਆਪਦੀ ਚੀਜ਼ ਨੂੰ ਕਿਸ ਤਰੀਕੇ ਨਾਲ ਅੰਦਾਜ਼ 'ਚ ਪੇਸ਼ ਕੀਤਾ, ਜਿਸ ਤਰੀਕੇ ਨਾਲ ਉਹਨਾਂ ਦੀ ਇੱਕ ਆਦਤ ਹੈਗੀ ਹੈ ਉਹ ਹਰੇਕ ਗੱਲ ਨੂੰ ਟੀਚਰ ਦੇ ਵਿੱਚ ਕਰਨਾ ਜਾਂ ਉਵੇਂ ਕਰਨਾ। ਹਾਲਾਂਕਿ ਇਹ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਗਰਮਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਚੀਜ਼ਾਂ ਨੇ। ਤੁਸੀਂ ਨਾਰਮਲ ਗੱਲ ਕਰੋ, ਕਹਿ ਕੇ ਕਰ ਦਿਓ। ਹੁਣ ਜਿਵੇਂ ਵਿਵਾਦ ਉੱਠਿਆ ਸਿੱਖਾਂ ਦੇ ਕੇਸਾਂ ਨੂੰ ਲੈ ਕੇ ਆ, ਚਲੋ ਕਈ ਲੋਕ ਕਹਿੰਦੇ ਆ ਵੀ ਅਮੀਰ ਲੋਕਾਂ ਦੇ ਕੇਸ ਹੈ, ਗਰੀਬਾਂ ਦੇ ਨਹੀਂ, ਪਰ ਗਰੀਬ ਹੋਵੇ ਚਾਹੇ ਅਮੀਰ ਹੋਵੇ, ਇਸ ਤਰ੍ਹਾਂ ਦੀਆਂ ਟਿੱਪਣੀਆਂ ਵਿਧਾਨ ਸਭਾ ਦੇ ਵਿੱਚ ਕਿਸੇ ਵਿਸ਼ੇਸ਼ ਧਰਮ ਦੇ ਲਈ ਨਹੀਂ ਕਰਨੀਆਂ ਚਾਹੀਦੀਆਂ। ਚਲੋ ਆਪਣਾ ਵਿਸ਼ਾ ਇਹੀ ਹੈ ਵੀ ਮੁੱਖ ਮੰਤਰੀ ਨੂੰ ਜਿਹੜਾ ਉਹ ਸੋਚ ਸਮਝ ਕੇ ਜਿਹੜਾ ਹੈਗਾ ਤੋਲ ਮੋਲ ਕੇ ਬੋਲਣਾ ਚਾਹੀਦਾ। ਉਹਦੇ ਵਿੱਚ ਇਹ ਨਜ਼ਰ ਨਹੀਂ ਆਉਣਾ ਚਾਹੀਦਾ ਵੀ ਇਹ ਤਾਂ ਉਸ ਤਰੀਕੇ ਨਾਲ ਗੈਰ ਗੰਭੀਰਤਾ ਪਹਿਲਾਂ ਜਾਂ ਕਮੇਟੀ ਕਰਦੇ ਰਹੇ। ਗੈਰ ਗੰਭੀਰਤਾ ਨਹੀਂ ਹੋਣੀ ਚਾਹੀਦੀ। ਮੁੱਖ ਮੰਤਰੀ ਇੱਕ ਬਹੁਤ ਵੱਡਾ ਅਹੁਦਾ ਹੈ। ਜਿਸ ਤਰ੍ਹਾਂ ਹੁਣ ਤੁਸੀਂ ਆਪਾਂ ਗੱਲ ਕੀਤੀ ਸੀ, ਕ੍ਰਿਕਟਰ ਨੂੰ ਪੇਸ਼ ਕੀਤਾ ਇਹਨਾਂ ਨੇ, ਔਰ ਉਹਨਾਂ ਨੇ ਜੋ ਦੋਸ਼ ਲਾਏ, ਚਾਹੇ ਮੁੱਖ ਮੰਤਰੀ ਦੇ ਜ਼ਬਾਨੀ ਲਾਏ, ਉਹ ਦੋਸ਼ਾਂ ਦੇ ਵਿੱਚ ਤੁਸੀਂ ਦੇਖੋ ਵੀ ਇਹਨਾਂ ਨੇ ਦਾਅਵਾ ਕੀਤਾ ਕਿ ਵੇਖੋ ਜੀ ਮੁੰਡਾ ਜਿਹੜਾ ਇਹ ਐਲੀਜੀਬਲ ਸੀਗਾ, ਮੁੰਡਾ ਜਿਹੜਾ ਹੈ ਇਹ ਡਿਜ਼ਰਵ ਕਰਦਾ ਸੀਗਾ, ਇਹਨੇ ਦੇਸ਼ ਵਾਸਤੇ ਖੇਡਿਆ, ਇਹਨੇ ਫਲਾਣ ਕੀਤਾ, ਹੁਣ ਕਿੰਨੀਆਂ ਕਿ ਸੰਗਿਆਵਾਂ ਜਿਹੜੀਆਂ ਉਹਦੇ ਨਾਲ ਲਾਈਆਂ। ਲੇਕਿਨ ਹਾਲਾਂਕਿ ਉਦੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਵੀ ਫੈਸਲਾ ਹੋ ਚੁੱਕਾ ਸੀ ਵੀ ਉਹ ਬੰਦਾ ਡਿਜ਼ਰਵ ਹੀ ਨਹੀਂ ਕਰਦਾ। ਠੀਕ ਹੈ, ਹਾਂ ਨਹੀਂ ਬਿਲਕੁਲ, ਹਾਂ ਉਹ ਬੰਦਾ ਡਿਜ਼ਰਵ ਨਹੀਂ ਕਰਦਾ। ਜਿਹੜੇ ਸਪੋਰਟਸ, ਹਾਂ ਜੀ
ਇਹੀ ਬਸ ਉਹ ਕਹਿੰਦੇ ਮਤਲਬ ਵੀ ਇਹ ਸਰਕਾਰ ਨੂੰ ਇੱਕ ਜਿਹੜਾ ਇਹ ਮੁੱਦਾ ਹੈਗਾ, ਕਿਉਂਕਿ ਹੁਣ ਨੂੰ ਤਾਂ ਜੇ ਉਹ ਅਧਿਕਾਰ ਰੱਖਦਾ ਹੁੰਦਾ ਤਾਂ ਹੁਣ ਉਹਨੂੰ ਨਿਯੁਕਤੀ ਪੱਤਰ ਫੜਾਇਆ ਹੁੰਦਾ, ਲਾ ਦਿੰਦੇ ਕਿਸੇ ਮਹਿਕਮੇ ਚ DSP ਲਾਉਂਦੇ। ਪਰ ਉਹ ਗੱਲ ਤਾਂ ਇਹ ਸੀਗੀ ਵੀ ਆਮ ਲੋਕਾਂ ਨੂੰ ਬਿਲਕੁਲ ਜਾਗਰੂਕ ਹੋਣਾ ਪਊਗਾ। ਜਿਹੜੇ ਲੋਕ ਜਾਗਦੇ ਨੇ ਸਿਸਟਮ ਬਾਰੇ ਪੂਰੀ ਗਹਿਰੀ ਜਾਣਕਾਰੀ ਰੱਖਦੇ ਨੇ, ਉਹਨਾਂ ਨੂੰ ਤਾਂ ਪਹਿਲੇ ਤਾਂ ਨਹੀਂ ਪਤਾ ਸੀ ਵੀ ਇਹ ਡਰਾਮੇਬਾਜ਼ੀ ਹੋ ਰਹੀ ਹੈ। ਪਰ ਲੋਕਾਂ ਦੇ ਸਾਹਮਣੇ ਅੱਜ ਇਹ ਚੀਜ਼ ਆ ਗਈ। ਠੀਕ ਹੈ, ਭਾਵੇਂ RTI ਕਾਨੂੰਨ ਨੂੰ ਕੇਂਦਰ ਸਰਕਾਰ ਨੇ ਕਮਜ਼ੋਰ ਜ਼ਰੂਰ ਕੀਤਾ ਹੈਗਾ। ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ ਉਦੋਂ ਇਹ ਕਾਨੂੰਨ ਬਣਿਆ ਸੀ, ਪਰ ਉਹਨੂੰ ਆਪਦੀਆਂ ਗਲਤੀਆਂ ਛੁਪਾਉਣ ਦੇ ਲਈ ਵੀ ਸਾਹਮਣੇ ਨਾ ਆ ਸਕੇ, ਸਰਕਾਰਾਂ ਕਮਜ਼ੋਰ ਕਰਦੀਆਂ ਰਹੀਆਂ। ਤੇ ਫਿਰ ਵੀ ਚਲੋ ਮਾਨਕ ਗੋਇਲ ਜੀ ਨੇ ਇਹ ਚੀਜ਼ ਸਾਹਮਣੇ ਲਿਆਂਦੀ ਹੈ। ਬਹੁਤ ਵੱਡੀ ਗੱਲ ਹੁੰਦੀ ਹੈ। ਕਈ ਲੋਕ ਜਿਹੜੇ RTI ਕਈ ਲੋਕ ਪਾਉਂਦੇ ਨੇ, ਪਰ ਉਹ ਸਿਰਫ ਆਪਣੇ ਹਿੱਤ ਲਈ ਗੱਲ ਕਰਦੇ ਨੇ ਜਾਂ ਆਪਦਾ ਉੱਲੂ ਸਿੱਧਾ ਕਰਨ ਲਈ ਕਰਦੇ ਨੇ। ਪਰ ਇਹ ਜਿਹੜੀ ਚੀਜ਼ ਸਾਹਮਣੇ ਲਿਆ ਕੇ ਵਾਕਿਆ ਭਗਵੰਤ ਮਾਨ ਨੂੰ ਕਟਹਿਰੇ 'ਚ ਖੜਾ ਕਰਨ ਵਾਲੀ ਗੱਲ ਹੈ। ਜਿਵੇਂ ਕਾਂਗਰਸ ਕਹਿ ਲਓ, ਭਾਜਪਾ ਕਹਿ ਲਓ, ਅਕਾਲੀ ਦਲ ਕਹਿ ਲਓ, ਇਹ ਹੁਣ ਇਹਨਾਂ ਤੇ ਦੋਸ਼ ਲਾਉਂਦੇ ਆ ਵੀ ਇਹ ਸਾਡੇ ਤੇ ਗਲਤ ਕਾਰਵਾਈਆਂ ਕਰ ਰਹੇ ਆ। ਔਰ ਹਾਲਾਂਕਿ ਅਸੀਂ ਲੋਕ ਨਹੀਂ ਮੰਨਦੇ, ਕਿਉਂਕਿ ਲੋਕ ਅੱਕੇ ਵੇ ਸੀ ਅਕਾਲੀ ਦਲ ਦੇ ਰਾਜ ਤੋਂ, ਲੋਕ ਅੱਕੇ ਸੀ ਕਾਂਗਰਸ ਦੇ ਰਾਜ ਤੋਂ, ਲੋਕ ਅੱਕੇ ਵੇ ਹੈ ਭਾਜਪਾ ਦੇ ਰਾਜ ਤੋਂ, ਕੇਂਦਰੀ ਰਾਜ ਤੋਂ, ਔਰ ਇਹਨਾਂ ਦੀ ਕਾਰਵਾਈਆਂ ਤੋਂ। ਔਰ ਉਸ ਨੂੰ ਲੈ ਕੇ ਮਤਲਬ ਕਿ ਲੋਕਾਂ ਨੂੰ ਯਕੀਨ ਨਹੀਂ ਆਉਂਦਾ। ਪਰ ਜਦੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ, ਜਿਸ ਤਰ੍ਹਾਂ ਦੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਭਗਵੰਤ ਸਿੰਘ ਮਾਨ ਨੇ ਜੋ ਡਰਾਮਾ ਬਣਾ ਕੇ, ਜਿਵੇਂ ਆਪਾਂ ਹੁਣ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਉਹ ਕੀਤਾ ਉਹਨਾਂ ਨੇ, ਉਹਦੇ ਨਾਲ ਉਹਨਾਂ ਦੇ ਜਿਹੜੇ ਉਹ ਦੋਸ਼ ਲਾਉਂਦੇ ਨੇ ਕਿ ਸਾਡੇ ਮਤਲਬ ਕਿ ਰਾਜਨੀਤਿਕ ਜਿਹੜਾ ਬਦਲਾਖੋਰੀ ਦੀ ਨੀਤੀ ਨਾਲ ਇਹ ਸਾਨੂੰ ਫਸਾਇਆ ਜਾ ਰਿਹਾ। ਬਾਕੀ ਜਿਹੜੇ ਸਾਧੂ ਸਿੰਘ ਧਰਮਸੋਤ ਵਰਗੇ, ਦੂਜੇ ਉਹ ਆਪਣਾ ਆਸ਼ੂ ਵਰਗੇ ਜਾਂ ਹੋਰ ਜਿੰਨੇ ਵੀ ਬੰਦੇ ਜਿਹੜੇ ਹੈ ਉਹ ਫਸੇ ਹੈ ਕਰਪਸ਼ਨ ਦੇ ਦੋਸ਼ਾਂ 'ਚ, ਉਹ ਸਾਰਿਆਂ ਦਾ ਹੀ ਉਹ ਸਾਰੇ ਸੱਚੇ ਸਾਬਤ ਹੋਣ ਲੱਗ ਪੈਂਦੇ ਆ, ਹਨਾ। ਚਾਹੇ ਉਹਨਾਂ ਦੇ ਦੋਸ਼ ਜਿਹੜੇ ਆ ਸਹੀ ਲੱਗੇ ਹੋਣ, ਲੇਕਿਨ ਉਹਨਾਂ ਨੂੰ ਕਹਿਣ ਦਾ ਮੌਕਾ ਮਿਲ ਗਿਆ ਵੀ ਆਹ ਵੇਖੋ ਚੰਨੀ ਦੇ ਖਿਲਾਫ ਵੀ ਤਾਂ ਇਹਨਾਂ ਨੇ ਕੀਤਾ ਸੀ, ਜੇ ਕੀਤਾ ਸੀ ਤਾਂ ਕੁਝ ਕਰਦੇ। ਚੰਨੀ ਆਪ ਹਾਲਾਂਕਿ ਚੈਲੰਜ ਕਰਦੇ ਰਹੇ ਇਸ ਵਿਸ਼ੇ ਤੇ ਵੀ ਜੇ ਤੂੰ ਮੇਰੇ ਖਿਲਾਫ ਬਣਦੀ ਹੈ ਤਾਂ ਮੈਨੂੰ ਅੰਦਰ ਕਰੋ, ਪਰ ਨਹੀਂ ਹੋਇਆ। ਦੇਖੋ ਜੀ, ਇਹ ਵਿਜੀਲੈਂਸ ਨੇ ਬਾਦਲ ਪਰਿਵਾਰ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਤੇ ਬਾਦਲ ਪਰਿਵਾਰ ਨੂੰ ਜੇਲ੍ਹ ਵੀ ਜਾਣਾ ਪਿਆ ਸੀਗਾ। ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੱਕ ਜੇਲ੍ਹ, ਬੀਬੀ ਸੁਰਿੰਦਰ ਕੌਰ ਨੂੰ ਵੀ ਜਾਣਾ ਪਿਆ ਸੀ। ਕਹਿਣ ਦਾ ਮਤਲਬ ਵੀ ਹਾਂ, ਕਿਉਂਕਿ ਉਹ ਚੀਜ਼ਾਂ ਇਹ ਜਿਹੜੀ ਵਿਜੀਲੈਂਸ ਹੈ ਇਹ ਸਰਕਾਰ ਦੇ ਅਧੀਨ ਆ ਜਾਂਦਾ ਸਿਸਟਮ। ਜਦੋਂ ਸਰਕਾਰਾਂ ਬਦਲ ਜਾਂਦੀਆਂ ਉਦੋਂ ਸਭ ਕੁਛ ਉਹ ਹੈ। ਜੇ ਮੰਨ ਲਓ ਓਮ ਪ੍ਰਕਾਸ਼ ਚੌਟਾਲਾ ਦੀ ਗੱਲ ਕਰੀਏ, ਉਹ ਮਾਮਲਾ ਜਿਹੜਾ CBI ਕੋਲੇ ਸੀਗਾ ਤੇ ਉਹਨਾਂ ਨੂੰ ਸਜ਼ਾ ਵੀ ਹੋਈ ਹੈ ਉਸ ਮਾਮਲੇ ਦੇ ਵਿੱਚ। ਪੰਜਾਬ ਵਿੱਚ ਇਸ ਤਰੀਕੇ ਦੇ ਨਾਲ ਕੇਂਦਰ ਕਾਂਗਰਸ ਵੇਲੇ UPA ਸਰਕਾਰ 'ਚ ਦੋਸ਼ ਲੱਗਦਾ ਰਿਹਾ ਵੀ ਇਹਨਾਂ ਨੇ CBI ਨੂੰ ਤੋਤਾ ਬਣਾ ਰੱਖਿਆ ਜੀ, ਉਹ ਕੀਤਾ। ਉਵੇਂ ਹੀ ਜਾਣੀ ਕਿ ਜਿਹੜੀ ਵਿਜੀਲੈਂਸ ਆ ਉਹਦੀ ਕਿਤੇ ਨਾ ਕਿਤੇ ਜਿਹੜੀਆਂ ਪੋਲੀਟੀਕਲ ਤੌਰ ਤੇ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਪਰ ਫਿਰ ਵੀ ਅੱਜ ਜਿਹੜਾ RTI 'ਚ ਕਲੀਅਰ ਕੀਤਾ ਵਿਜੀਲੈਂਸ ਨੇ ਵੀ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈਗੀ। ਪਰ ਇਹ ਹੈ ਵੀ ਸਰਕਾਰ ਆਪਣੇ ਮੁੱਦਿਆਂ ਦੀ ਲੜਾਈ ਘੱਟ ਹੁੰਦੀ ਹੈ ਜੀ। ਸਿਰਫ ਇਹ ਹੈ ਵੀ ਇੱਕ ਦੂਜੇ ਨੂੰ ਇੰਨਾ ਕੁ ਨੀਵਾਂ ਦਿਖਾ ਦਿਓ, ਚਾਹੇ ਉਹਨੂੰ ਜਿਵੇਂ ਕਹਿੰਦੇ ਆ ਵਿਜੀਲੈਂਸ ਲਾ ਕੇ ਕਰੋ, ਚਾਹੇ ਉਹਨੂੰ ਕਰੈਕਟਰ ਪੱਖੋਂ ਕਰ ਦਿਓ। ਪਰ ਸਰਕਾਰ ਤੇ ਵੀ ਤਾਂ ਕਿੰਨੀਆਂ ਉਂਗਲਾਂ ਉੱਠਦੀਆਂ ਰਹੀਆਂ, ਇਹਨਾਂ ਦੇ ਕਿੰਨੇ ਮੰਤਰੀ ਵਿਜੀਲੈਂਸ ਵਾਲੇ ਲੱਛਣਾਂ ਤੇ ਆਏ ਤੇ ਇਹਨਾਂ ਨੂੰ ਹਟਾਉਣੇ ਪਏ ਜੀ। ਤੇ ਪਰ ਇਹਨਾਂ ਨੇ ਉਹਨਾਂ ਦੇ ਪੁਖਤਾ ਜਿਹੜੀ ਕਾਰਵਾਈ ਜਿਹੜੀ ਆ ਉਹ ਹਜੇ ਨਹੀਂ ਹੋਈ। ਜਿਹੜੇ ਫਿਰੋਜ਼ਪੁਰ ਤੋਂ ਮੰਤਰੀ ਸਰਾਰੀ ਆ ਉਹਨਾਂ ਦਾ ਮਾਮਲਾ ਵਿੱਚ ਪਿਆ। ਜੇ ਮੰਨ ਲਓ ਆਪਾਂ ਗੱਲ ਕਰਦੇ ਹਾਂ ਕਟਾਰੂ ਚੱਕ ਦੀ, ਉਹ ਸਾਰਾ ਕੁਛ ਦੇਖੋ ਇੱਕ ਕਿੱਡਾ ਗੰਭੀਰ ਮਸਲਾ ਗਵਰਨਰ ਹੈ, ਉਹਨੇ ਉਹਦੀ ਜਾਂਚ ਕਰਾਈ, ਉਹ ਕੀ ਬਣਿਆ ਜੀ ਉਹਨਾਂ ਦਾ। ਇਹਦੇ ਨਾਲ ਇਹ ਵੀ ਪੋਲੀਟੀਕਲੀ ਜਿਹੜੀ ਇੱਕ ਦੂਜੇ ਦਾ ਖੁੰਦਕਾ ਕੱਢਣ ਤੇ ਯਾਨੀ ਕਿ ਜਿਹੜਾ ਸਮਾਂ ਵਿਅਰਥ ਗਵਾ ਰਿਹਾ, ਜਾਂ ਤਾਂ ਪੱਕੇ ਪੈਰੀਂ ਹੱਥ ਪਾਓ, ਲੋਕਾਂ ਨੂੰ ਦੱਸ ਦਿਓ ਹਾਂ ਵੀ ਅਸੀਂ ਇੰਨੇ ਇਮਾਨਦਾਰ ਹਾਂ ਤੇ ਅਸੀਂ ਆਹ ਕੰਮ ਕੀਤਾ। ਜੇ ਫਾਰਮੈਲਿਟੀਆਂ ਨਹੀਂ ਕਰਨੀਆਂ ਚਾਹੀਦੀਆਂ, ਉਹਦੇ ਲਈ ਨੁਕਸਾਨ ਜਿਹੜੀ ਸਰਕਾਰ ਨੂੰ ਹੀ ਝੱਲਣਾ ਪੈਣਾ। ਬਿਲਕੁਲ ਅਕਸਰ ਫਿਰ
ਉਹ ਕਹਿੰਦੇ ਨਾ ਜਦੋਂ 10 ਵਾਰੀ ਆਖੀ ਜਾਓ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ, ਲੋਕ ਜਦੋਂ ਭੱਜ ਕੇ ਜਾਇਆ ਕਰਨ ਕਹਿੰਦੇ ਕਿ ਵੀ ਅੱਗੋਂ ਕੁਛ ਨਾ ਨਿਕਲਿਆ ਕਰੇ, ਤੇ ਜਦੋਂ ਸੱਚੀ ਸ਼ੇਰ ਆਇਆ ਉਦੋਂ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਤੇ ਉਹ ਮਾਰਿਆ ਗਿਆ। ਇਹੀ ਹਾਲ ਕਿਤੇ ਭਗਵੰਤ ਮਾਨ ਦਾ ਨਾ ਹੋਵੇ ਵੀ ਤੁਸੀਂ ਹਰੇਕ ਮਸਲੇ ਦੇ ਉੱਤੇ ਆਹ ਵੀ ਫੜ ਲਿਆ ਆਹ ਵੀ ਫੜ ਲਿਆ ਆਹ ਵੀ ਫੜ ਲਿਆ, ਉਹਦੇ ਵਿੱਚੋਂ ਨਿਕਲੇ ਕੁਛ ਨਾ, ਤੇ ਫਿਰ ਜਦੋਂ ਤੁਸੀਂ ਸਹੀ ਮਾਇਨੇ 'ਚ ਕਿਸੇ ਨੂੰ ਫੜੋਗੇ ਤਾਂ ਉਦੋਂ ਵੀ ਅਗਲੇ ਕਹਿਣਗੇ ਵੀ ਉਹ ਡਰਾਮੇ ਕਰੀ ਜਾਂਦਾ। ਸੋ ਇਸ ਅਜਿਹੀ ਜਿਹੜੀ ਹੈ ਇਮੇਜ ਤੋਂ ਬਚਣਾ ਚਾਹੀਦਾ ਹੈ। ਮੁੱਖ ਮੰਤਰੀ ਬਹੁਤ ਗੰਭੀਰਤਾ ਵਾਲਾ ਇੱਕ ਅਹੁਦਾ ਹੈ ਔਰ ਉਹਨੂੰ ਉਸੇ ਗੰਭੀਰਤਾ ਨਾਲ ਹੀ ਲੈਣਾ ਚਾਹੀਦਾ ਹੈ। ਵਾਹਿਗੁਰੂ ਨੇ ਉਹਦੇ ਤੇ ਕਿਰਪਾ ਕੀਤੀ ਹੈ, ਉਹਨੂੰ ਮੌਕਾ ਮਿਲਿਆ ਤੇ ਇਸ ਮੌਕੇ ਨੂੰ ਪੰਜਾਬ ਦੇ ਹਿੱਤ 'ਚ ਵਰਤਣਾ ਚਾਹੀਦਾ ਹੈ। ਕੋਈ ਰਾਸ਼ਟਰੀ ਬਦਲਾਖੋਰੀ ਜਾਂ ਕੋਈ ਇਸ ਤਰ੍ਹਾਂ ਦਾ ਮਸਕਰਾਪਣ ਜਿਹੜਾ ਹੈ ਉਹ ਨਹੀਂ ਚਾਹੀਦਾ। ਸੋ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਮਿਹਰਬਾਨੀ। ਰੇਡੀਓ ਇੰਡੀਆ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਥੈਂਕ ਯੂ ਜੀ। ਸੋ ਇਹ ਸਨ ਦੈਨਿਕ ਭਾਸਕਰ ਦੇ ਸੀਨੀਅਰ ਰਿਪੋਰਟਰ ਸਰਦਾਰ ਹਰਦੀਪ ਸਿੰਘ ਜੀ ਖਾਲਸਾ ਮਲੋੜ ਤੋਂ, ਔਰ ਬਹੁਤ ਖੂਬਸੂਰਤੀ ਨਾਲ, ਕਿਉਂਕਿ ਇਹ ਸਿੱਖ ਮਸਲਿਆਂ ਤੇ ਬਹੁਤ ਚੰਗੀ ਪਕੜ ਰੱਖਦੇ ਨੇ ਔਰ ਖੂਬਸੂਰਤ ਸਿੱਖ ਨੇ ਔਰ ਇਹਨਾਂ ਦੇ ਮੈਂ ਲਿਖਤਾਂ ਪੜ੍ਹਦਾ ਰਹਿੰਦਾ, ਬਹੁਤ ਗੰਭੀਰਤਾ ਨਾਲ ਲਿਖਦੇ ਨੇ, ਬਹੁਤ ਸ਼ਿੱਦਤ ਨਾਲ ਲਿਖਦੇ ਨੇ। ਸੋ ਤੁਹਾਡਾ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਪੂਰੀ ਸ਼ਿੱਦਤ ਦੇ ਨਾਲ ਸੁਣਿਆ। ਔਰ ਹੁਣ ਕਿਉਂਕਿ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ, ਮੈਨੂੰ ਬਲਦੇਵ ਸਿੰਘ ਭਾਮ ਨੂੰ ਦਿਓ ਇਜਾਜ਼ਤ। ਅਗਲੇ ਐਤਵਾਰ ਦਾ ਸੰਡੇ ਸ਼ੋਅ ਵਿੱਚ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਕੋਈ ਜਿਹੜਾ ਉਹ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ ਜੀ।